ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਖਾਲਸਾ ਜੀ, ਅੱਜ ਦਾ ਜੋ ਲਾਈਵ ਹੈ ਉਹ ਬੱਕਰਿਆਂ ਦੇ ਗੋਲੀਆਂ ਮਾਰਨ ਸੰਬੰਧੀ ਜਾਂ ਬੱਕਰੇ ਝਟਕਣ ਸੰਬੰਧੀ ਹੈ, ਕਿਉਂਕਿ ਕੁਝ ਦਿਨਾਂ ਤੋਂ ਉਸ ਤੋਂ ਵੀ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਜੋ ਇਸ ਪ੍ਰਕਾਰ ਦੇ ਨਾਲ ਜੀਵ ਹੱਤਿਆ ਹੋ ਰਹੀ ਹੈ, ਬੱਕਰੇ ਝਟਕੇ ਜਾ ਰਹੇ ਹਨ ਜਾਂ ਉਹਨਾਂ ਦੇ ਗੋਲੀਆਂ ਮਾਰੀਆਂ ਜਾ ਰਹੀਆਂ ਹਨ, ਜਿਨ੍ਹਾਂ ਦੇ ਸਬੰਧ ਦੇ ਵਿੱਚ ਜਿਹੜਾ ਸੰਗਤ ਤੱਕ ਸੁਨੇਹਾ ਪਹੁੰਚਦਾ ਹੈ ਸੋਸ਼ਲ ਮੀਡੀਆ ਦੇ ਉੱਪਰ, ਉਸ ਸਬੰਧ ਦੇ ਵਿੱਚ ਅੱਜ ਇਹ ਲਾਈਵ ਰੱਖਿਆ ਹੋਇਆ ਹੈ। ਤੇ ਮੈਂ ਅੱਗੇ ਵੀ ਬਹੁਤ ਵਾਰੀ ਜਦੋਂ ਵੀ ਮੈਂ ਲਾਈਵ ਹੁੰਦਾ ਹਾਂ ਜਾਂ ਕਿਸੇ ਸ਼ਬਦ ਦੀ ਜਾਂ ਕਥਾ ਦੀ ਵਿਆਖਿਆ ਕਰਦੇ ਹਾਂ ਜਾਂ ਕੋਈ ਵੀ ਹੈ, ਤਾਂ ਬਹੁਤ ਵਾਰੀ ਜੋ ਸੰਗਤ ਹੈ ਉਹ ਮੁਖਾਤਿਬ ਹੋ ਕੇ ਇਹੀ ਬਚਨ ਕਰਦੇ ਹਨ ਕਿ ਇੱਕ ਵਾਰੀ ਬਾਬਾ ਜੀ ਇਸ ਗੱਲ ਦਾ ਜਵਾਬ ਜ਼ਰੂਰ ਦਿਓ ਕਿ ਬੱਕਰੇ ਝਟਕਣੇ ਕਿੱਥੋਂ ਤੱਕ ਜਾਇਜ਼ ਹਨ ਤੇ ਕਿੱਥੋਂ ਤੱਕ ਨਜਾਇਜ਼ ਹਨ। ਤੇ ਜ਼ਿਆਦਾਤਰ ਜਿਹੜੇ ਸਾਡੇ ਇਹ ਲੋਕ ਨੇ ਜਿਹੜੇ ਬੱਕਰੇ ਝਟਕਦੇ ਨੇ, ਮੈਂ ਇਹਨਾਂ ਨੂੰ ਨਿਹੰਗ ਸਿੰਘ ਨਹੀਂ ਕਹਾਂਗਾ, ਕਿਉਂਕਿ ਇਹਨਾਂ ਨੇ ਗੁਰੂ ਦੇ ਬਾਣੇ ਨੂੰ ਕਲੰਕਿਤ ਕੀਤਾ ਔਰ ਗੁਰੂ ਘਰ ਦੀ ਮਰਜ਼ਾਦਾ ਨੂੰ ਵੀ ਕਲੰਕਿਤ ਕਰ ਰਹੇ ਨੇ, ਕਿਉਂਕਿ ਗਿਆਨ ਤੋਂ, ਇਤਿਹਾਸ ਤੋਂ ਤੇ ਗ੍ਰੰਥਾਂ ਤੋਂ ਤੇ ਪੰਥ ਤੋਂ ਹੀਣੇ ਲੋਕ ਨੇ। ਬਹੁਤ ਵਾਰੀ ਜਿਹੜੇ ਬੱਕਰੇ ਖਾਂਦੇ ਨੇ ਲੋਕ, ਜਿਹੜੇ ਬੱਕਰੇ ਝਟਕਦੇ ਨੇ, ਉਹਨਾਂ ਦੇ ਵੱਲੋਂ ਇਹ ਦਲੀਲ ਦਿੱਤੀ ਜਾਂਦੀ ਹੈ, ਮੈਂ ਬਹੁਤਾ ਟਾਈਮ ਨਹੀਂ ਲੈਣਾ, ਮੈਂ ਸਿਰਫ 5 ਮਿੰਟ ਦੇ ਵਿੱਚ ਹੀ ਗੱਲ ਖਤਮ ਕਰ ਦੇਣੀ ਹੈ। ਸੋ ਫਿਰ ਜਿਹੜੇ ਵੀਰ ਆਉਂਦੇ ਜਾਣਗੇ ਉਹ ਆਪੇ ਸੁਣਦੇ ਜਾਇਓ ਤੇ ਸ਼ੇਅਰ ਕਰਦੇ ਚੱਲਿਓ। ਜਿਹੜੇ ਲੋਕ ਬੱਕਰੇ ਝਟਕਦੇ ਨੇ ਜਾਂ ਇਹ ਮਾਸ ਖਾਂਦੇ ਨੇ, ਉਹਨਾਂ ਦੀ ਜ਼ਿਆਦਾਤਰ ਇਹ ਦਲੀਲ ਹੁੰਦੀ ਹੈ, ਮੇਰੇ ਵੀਰੋ ਜਿਹੜਾ ਧਿਆਨ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਿਓ ਦੀਰਘ ਸੁਰਤੀ ਬਿਰਤੀ ਦੇ ਨਾਲ, ਕਿਉਂਕਿ ਅੱਜ ਦੇ ਲਾਈਵ ਤੋਂ ਬਾਅਦ ਮੇਰੇ ਉੱਤੇ ਬੜੇ ਭਾਰੀ ਇਲਜ਼ਾਮ ਵੀ ਲੱਗਣੇ ਨੇ। ਇਹਨਾਂ ਲੋਕਾਂ ਦੁਆਰਾ ਮੈਨੂੰ ਗਾਲੀ ਗਲੋਚ ਵੀ ਕੀਤੀ ਜਾਣੀ ਆ, ਮੇਰੇ ਕਿਰਦਾਰ ਤੇ ਵੀ ਉਂਗਲੀਆਂ ਉੱਠਣੀਆਂ ਆ, ਅੱਜ ਵੀ ਉੱਠ ਰਹੀਆਂ, ਕੱਲ੍ਹ ਦੀਆਂ ਉੱਠ ਰਹੀਆਂ। ਜਦੋਂ ਦਾ ਮੈਂ ਇਹ ਗੱਲ ਕਰਦਾ ਆ ਰਿਹਾ, ਹੋ ਸਕਦਾ ਮੈਨੂੰ ਪੂਲੇ ਦਾ ਆਦਮੀ, ਫਲਾਨੇ ਦਾ ਆਦਮੀ, ਢਿਮਕੇ ਦਾ ਆਦਮੀ, ਉਹਦਾ ਆਦਮੀ ਕਹਿ ਕੇ ਬੁਲਾਉਣਾ। ਕਿਉਂਕਿ ਮੈਂ ਇਹਨਾਂ ਦੇ ਸਾਰੇ ਪੁੱਤੜੇ ਫਰੋਲ ਦੇਣੇ ਆ ਔਰ ਮੈਂ ਅੱਗੇ ਵੀ ਫਰੋਲਦਾ ਆਇਆ। ਜਦੋਂ ਵੀ ਕਦੇ ਪੰਥ ਦੇ ਵਾਸਤੇ ਬੋਲਣ ਦੀ ਲੋੜ ਪੈਂਦੀ ਆ, ਨੰਗੇ ਧੜ ਹੋ ਕੇ ਪੰਥ ਵਾਸਤੇ ਬੋਲਦੇ ਆ, ਪੰਥ ਲਈ ਖੜ ਕੇ ਕੁਰਬਾਨੀ ਕਰਦੇ ਆ ਕਿਸੇ ਵੀ ਤਰੀਕੇ ਦੇ ਨਾਲ, ਚਾਹੇ ਜੇਲ੍ਹਾਂ 'ਚ ਜਾਣਾ ਪਵੇ, ਚਾਹੇ ਪੁਲਿਸ ਨੂੰ ਝੱਲਣਾ ਪਵੇ, ਆਪਾਂ ਪਿੱਛੇ ਨਹੀਂ ਹਟਦੇ ਤੇ ਅੱਜ ਵੀ ਹਟਾਂਗੇ ਨਹੀਂ, ਭਾਵੇਂ ਜਿੰਨੀਆਂ ਮਰਜ਼ੀ ਧਮਕੀਆਂ ਦੇ ਲੈਣ। ਸੋ ਬਹੁਤ ਧਾਤ ਦੇ ਵਿੱਚ ਜਦੋਂ ਵੀ ਲਾਈਵ ਹੋਈਦਾ, ਮੇਰੇ ਵੀਰਾਂ ਦਾ ਮੈਨੂੰ ਇਹ ਸਵਾਲ ਹੁੰਦਾ ਜੀ, ਛਤਰੀ ਧਰਮ ਦੱਸੋ, ਛਤਰੀ ਧਰਮ ਕੀ ਹੈ? ਛਤਰੀ ਕਿਹਨੂੰ ਕਹਿੰਦੇ ਆ? ਛਤਰੀ ਧਰਮ ਦਾ ਮੁੱਖ ਹੈ। ਸੋ ਮੈਂ ਸਾਰੇ ਵੀਰਾਂ ਨੂੰ ਅੱਜ ਇਹ ਮੈਂ ਬੇਨਤੀ ਕਰ ਦੇਣੀ ਚਾਹੁੰਦਾ ਕਿ ਛਤਰੀ ਧਰਮ ਕੀ ਹੈ, ਉਹਦੇ ਬਾਰੇ ਦੇ ਵਿੱਚ ਆਪਾਂ ਚਾਨਣਾ ਪਾਵਾਂਗੇ। ਸਭ ਤੋਂ ਪਹਿਲਾਂ ਆਪਾਂ ਇਹ ਗੱਲ ਸਮਝ ਲਈਏ, ਇਹ ਜਿਹੜੇ ਲੋਕ ਨੇ ਜਿਹੜੇ ਬੱਕਰੇ ਖਾਂਦੇ ਨੇ, ਇਹਨਾਂ ਨੂੰ ਬੱਕਰੇ ਖਾਣ ਤੱਕ ਹੀ ਦੁੱਖ ਲੱਗਦਾ, ਉੱਦਾਂ ਇਹਨਾਂ ਨੂੰ ਕਿਸੇ ਵੀ ਗੱਲ ਦਾ ਕੋਈ ਦੁੱਖ ਨਹੀਂ ਲੱਗਦਾ। ਅੱਜ ਆਪਾਂ ਲਾਈਵ ਕਰ ਰਹੇ ਆ, ਜਦੋਂ ਕੋਈ ਇਹਨਾਂ ਦਾ ਆਦਮੀ ਬੱਕਰਾ ਵੱਢ ਕੇ ਵੀਡੀਓ ਪਾ ਦਿੰਦਾ ਸੋਸ਼ਲ ਮੀਡੀਆ ਦੇ ਉੱਤੇ, ਤੇ ਜਦੋਂ ਜਿਹੜੇ ਦਇਆਵਾਨ ਸਿੱਖ ਸੰਗਤ ਆ, ਜਿਹੜੀ ਗੁਰੂ ਕੀ ਸੰਗਤ ਆ, ਅਸਲ ਦੇ ਵਿੱਚ ਜਿਹੜਾ ਪੰਥ ਆ ਉਹ ਤੇ ਗੁਰੂ ਦੀ ਸੰਗਤ ਹੀ ਆ, ਇਹ ਤੇ ਸੇਵਾਦਾਰ ਨੇ। ਹੁਣ ਤੇ ਇਹ ਸੇਵਾਦਾਰ ਤੋਂ ਵੀ ਮੁਨਕਰ ਹੋ ਚੁੱਕੇ ਨੇ, ਇਹਨਾਂ ਦਾ ਕਲੰਕਿਤ ਕਰ ਦਿੱਤਾ ਇਹਨਾਂ ਨੇ ਬਾਣੇ ਨੂੰ ਵੀ ਤੇ ਗੁਰੂ ਦੇ ਪੰਥ ਨੂੰ ਤੇ ਗੁਰੂ ਦੇ ਗ੍ਰੰਥ ਨੂੰ ਵੀ। ਤੇ ਗੱਲ ਇਹ ਆ ਵੀਰੋ, ਤੇ ਜਦੋਂ ਇਹ ਬੱਕਰਾ ਝਟਕਦੇ ਆ ਤੇ ਜ਼ਿਆਦਾਤਰ ਇਹ, ਮੈਨੂੰ ਕੱਲ ਵੀ ਇਹਨਾਂ ਨੇ ਕਿਹਾ ਜੀ, ਰਹਿਤਨਾਮਿਆਂ ਦੇ ਵਿੱਚ ਸ਼ਬਦ ਆਉਂਦਾ, ਝਟਕ ਬੱਕਰਨ ਕੋ ਖਈਓ ਮੁਰਦੇ ਕੁੱਠੇ ਨਿਕਟ ਨਾ ਜਾਈਓ। ਝਟਕ ਬੱਕਰਨ ਕੋ ਖਈਓ ਮੁਰਦੇ ਕੁੱਠੇ ਨਿਕਟ ਨਾ ਜਾਈਓ। ਮੈਂ ਅੱਜ ਪੰਥ ਪ੍ਰਕਾਸ਼ ਸਾਹਿਬ ਜੀ ਦਾ ਜਿਹੜਾ ਗ੍ਰੰਥ ਆ ਇਹ ਵੀ ਮੈਂ ਕੋਲ ਰੱਖਿਆ ਹੋਇਆ, ਦੋਏ ਭਾਗ ਮੈਂ ਪੰਥ ਪ੍ਰਕਾਸ਼ ਸਾਹਿਬ ਜੀ ਦੇ ਗ੍ਰੰਥ ਦੇ ਵੀ ਲੈ ਕੇ ਆਇਆ। ਇਹਨਾਂ ਨੂੰ ਇਹ ਲੱਗਦਾ ਬੱਕਰੇ ਖਾਣ ਵਾਲਿਆਂ ਨੂੰ ਭਈ ਇਹਨਾਂ ਨੂੰ ਪਤਾ ਹੀ ਕੁਛ ਨਹੀਂ, ਇਹ ਘਰਾਂ 'ਚ ਬੈਠੇ ਨੇ, ਗੁਰਦੁਆਰਿਆਂ 'ਚ ਬੈਠੇ ਨੇ, ਇਹ ਗਿਆਨ ਤੋਂ ਹੀਣੇ ਆ, ਪਤਾ ਨਹੀਂ ਜੋ ਵੀ ਆਉਂਦਾ ਇਹਨਾਂ ਨੂੰ ਹੀ ਆਉਂਦਾ ਸਭ ਕੁਝ, ਸਾਨੂੰ ਤੇ ਆਉਂਦਾ ਹੀ ਕੁਛ ਨਹੀਂ, ਅਸੀਂ ਤੇ ਵਿਹਲੜ ਬੈਠੇ ਆ। ਸੋ ਜਿਹੜਾ ਝਟਕ ਬੱਕਰਨ ਕੋ ਖਈਓ ਮੁਰਦੇ ਕੁੱਠੇ ਨਿਕਟ ਨਾ ਜਾਈਓ ਦੇ ਅਰਥ ਕੀ ਨਿਕਲਦੇ ਨੇ, ਇਸ ਗੱਲ ਦਾ ਜਵਾਬ ਦਿਓ। ਤੇ ਮੈਂ ਇਹ ਗੱਲ ਉਦੋਂ ਵੀ ਕਹੀ ਤੇ ਮੈਂ ਅੱਜ ਵੀ ਕਹਿੰਦਾ, ਤੁਸੀਂ ਪੂਰੇ ਰਹਿਤਨਾਮੇ ਦੇ ਵਿੱਚੋਂ ਭਾਈ ਚੋਪਾ ਸਿੰਘ ਜੀ ਦਾ ਰਹਿਤਨਾਮਾ, ਭਾਈ ਦਇਆ ਸਿੰਘ ਜੀ ਦਾ ਰਹਿਤਨਾਮਾ, ਭਾਈ ਦੇਸਾ ਸਿੰਘ ਜੀ ਦਾ ਰਹਿਤਨਾਮਾ, ਬਾਬਾ ਨੰਦ ਲਾਲ ਸਾਹਿਬ ਜੀ ਦਾ ਰਹਿਤਨਾਮਾ, ਉਹ ਤੁਸੀਂ ਇੰਨਿਆਂ ਰਹਿਤਨਾਮਿਆਂ ਦੇ ਵਿੱਚੋਂ ਸਿਰਫ ਇੱਕੋ ਪੰਕਤੀ ਫੜ ਕੇ ਬੈਠੇ ਆ, ਝਟਕ ਬੱਕਰਨ ਕੋ ਖਈਓ ਮੁਰਦੇ ਕੁੱਠੇ ਨਿਕਟ ਨਾ ਜਾਈਓ। ਜਿਹੜੀ ਉੱਥੇ ਆਹ ਪੰਕਤੀ ਆਉਂਦੀ ਆ, ਗੁਰ ਕੀ ਨਿੰਦਾ ਸੁਣੇ ਨਾ ਕਾਨ, ਭੇਟ ਕਰੇ ਤੇ ਸੰਕਰ ਪਾਨ, ਇਹ ਕਿਨੇ ਨਿਭਾਉਣੀ ਹੈ? ਇਸ ਗੱਲ ਦਾ ਜਵਾਬ ਦਿਓ। ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਥੈਂ ਬੇਅਦਬੀ ਹੋ ਰਹੀ ਆ, ਖਾਲਸਾ ਪੰਥ ਇਕੱਤਰ ਹੋ ਕੇ ਥੈਂ ਮੋਰਚੇ ਲਾ ਰਿਹਾ, ਕੌਮ ਦੇ ਪੰਥ ਦੇ ਨੌਜਵਾਨ ਸ਼ਹੀਦੀਆਂ ਪ੍ਰਾਪਤ ਕਰ ਰਹੇ ਨੇ, ਤੇ ਉੱਥੇ ਇਹ ਲੋਕ ਪਿੰਡਾਂ ਦੇ ਵਿੱਚੋਂ ਚੋਰੀ ਚੁੱਕ ਕੇ ਬੱਕਰੇ ਝਟਕ ਰਹੇ ਨੇ। ਦੇਖ ਲਓ ਕਿੱਥੋਂ ਦੀ ਇਨਸਾਫ ਵਾਲੀ ਗੱਲ ਆ ਕਿ ਇਹ ਬਾਣੇ ਨੂੰ ਕਲੰਕਿਤ ਨਹੀਂ ਕਰ ਰਹੇ ਇਹ ਲੋਕ, ਬਾਣੇ ਦੇ ਅਧਿਕਾਰੀ ਹੈ ਇਹ ਲੋਕ। ਇਸ ਗੱਲ ਦਾ ਤੁਸੀਂ ਆਪ ਸਾਰੀ ਸੰਗਤ ਨੇ ਇਹਦਾ ਫੈਸਲਾ ਦੇਣਾ, ਮੈਂ ਫੈਸਲਾ ਨਹੀਂ ਦੇਣਾ, ਮੈਂ ਤੁਹਾਨੂੰ ਬਚਨ ਪੜ੍ਹ ਕੇ ਸੁਣਾਉਣੇ ਨੇ।
ਜਿੱਥੇ ਰਹਿਤਨਾਮੇ 'ਚ ਇਹ ਲਿਖਿਆ ਝਟਕ ਬੱਕਰਨ ਕੋ ਖਈਓ, ਉਹ ਤੇ ਤੁਸੀਂ ਪੜ੍ਹ ਲਿਆ, ਉਹ ਝਟ ਬੱਕਰੇ ਵੱਢਣ ਵਾਲੀ ਗੱਲ ਤਾਂ ਤੁਹਾਡੀ ਅੰਤਰਾਤਮਾ 'ਚ ਉਤਰ ਗਈ। ਪਰ ਜਿੱਥੇ ਇਹ ਲਿਖਿਆ ਗੁਰ ਕੀ ਨਿੰਦਾ ਸੁਣੇ ਨਾ ਕਾਨ, ਭੇਟ ਕਰੇ ਤੇ ਸੰਕਰ ਪਾਨ, ਉੱਥੇ ਤੁਹਾਡੀ ਕੋਈ ਵੀ ਤੁਹਾਡੇ ਕੰਨ ਤੇ ਜੂੰ ਨਹੀਂ ਸਰਕਦੀ। ਇਸ ਗੱਲ ਦਾ ਜਵਾਬ ਦੇ ਦਿਓ। ਤੁਸੀਂ ਆਪਣੇ ਆਪ ਨੂੰ ਵੱਡਿਆਂ ਵਡੇਰਿਆਂ ਦੇ ਵਾਰਸ ਸਮਝਦੇ ਆ। ਉਹ ਦਲਗੀਰ ਇੰਗਲੈਂਡ ਦੇ ਵਿੱਚ ਬੈਠਾ ਹੋਇਆ ਦਲਗੀਰ ਕੀ ਬੋਲਦਾ? ਉਹ ਕਹਿੰਦਾ ਬਾਬਾ ਦੀਪ ਸਿੰਘ ਜੀ ਦਾ ਸੀਸ ਨਹੀਂ ਉਤਰਿਆ, ਕੱਟ ਨਹੀਂ ਹੋਇਆ ਸੀਸ। ਝੂਠੀਆਂ ਗੱਲਾਂ ਨੇ। ਗਿਆਨੀ ਗਿਆਨ ਸਿੰਘ ਦਾ ਪੰਥ ਪ੍ਰਕਾਸ਼ ਝੂਠਾ ਏ। ਉੱਥੇ ਤੁਹਾਡੀ ਜ਼ਬਾਨ ਨੂੰ ਕੀ ਹੋ ਜਾਂਦਾ? ਲਕਵਾ ਮਾਰ ਜਾਂਦਾ। ਉੱਥੇ ਨਹੀਂ ਬੋਲਦੇ ਤੁਸੀਂ। ਮੇਰੇ ਵਰਗਾ ਗਰੀਬ ਮਾਤੜ ਉੱਠ ਕੇ ਤੁਹਾਨੂੰ ਕਹਿ ਦੇਵੇ ਬੱਕਰੇ ਵੱਢਣੇ ਬੰਦ ਕਰ ਦਿਓ, ਮਾੜੀ ਗੱਲ ਆ। ਅੱਜ ਦਾ ਯੁੱਗ ਕਿਹੜਾ ਜਾ ਰਿਹਾ? ਦੁਨੀਆ ਦੇ ਵਿੱਚ ਸਾਡੀ ਸਾਖ ਕਰੀ ਜਾ ਰਹੀ ਆ। ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਬੱਕਰੇ ਖਾਣੇ ਵਾਲੇ ਕਹਿਣਗੇ। ਬੱਕਰੇ ਖਾਣੇ ਕਹਿ ਕੇ ਯਾਦ ਕਰਨਗੇ ਤੁਸੀਂ ਕਿਹੜੀ ਪ੍ਰਪਾਟੀ ਤੇ ਸਾਨੂੰ ਤੋਰ ਦਿੱਤਾ। ਮੈਂ ਅੱਜ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ, ਗੁਰੂ ਦੇਵ ਪਿਆਰਿਓ, ਤੁਸੀਂ ਵੀ ਸੰਕੋਚ ਰੱਖਿਆ ਕਰੋ। ਉਹ ਜਦੋਂ ਤੁਸੀਂ ਮੋਟੀ ਜਿਹੀ ਗਾਲ ਕੱਢਣ ਲੱਗਦੇ ਹੋ ਨਿਹੰਗੋ, ਉਹ ਤੁਸੀਂ ਬੱਕਰੇ ਖਾਣੇ ਹੋ, ਤੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ 100 ਦੇ ਵਿੱਚੋਂ 10% ਐਸੇ ਲੋਕ ਨੇ, 10%, 90% ਚੰਗੇ ਸੁਚੱਜੇ ਲੋਕ ਨੇ, ਭਜਨੀਕ ਲੋਕ ਨੇ, ਭਜਨ ਬੰਦਗੀ ਵਾਲੇ ਲੋਕ ਨੇ, ਨਹੀਂ ਖਾਂਦੇ, ਵਿਰੋਧ ਕਰਦੇ ਆ। ਕੱਲ ਮੈਂ ਇੱਥੇ ਬੈਠਾ ਹੋਇਆ ਸੀ, ਮੇਰੇ ਕੋਲ ਨਿਹੰਗ ਸਿੰਘ ਆਏ ਹੋਏ ਸੀ ਮਾਲਪੁਰ ਵੱਲੋਂ। ਉਹਨਾਂ ਨੇ ਸਖਤ ਸ਼ਬਦਾਂ ਦੇ ਵਿੱਚ ਇਸ ਗੱਲ ਦੀ ਨਿਖੇਧੀ ਕੀਤੀ। ਕਹਿੰਦੇ ਬਾਬਾ ਜੀ ਸਾਨੂੰ ਤੇ ਸੋਸ਼ਲ ਮੀਡੀਆ ਚਲਾਉਣਾ ਨਹੀਂ ਆਉਂਦਾ, ਸਾਡੇ ਕੋਲ ਮੋਬਾਈਲ ਹੈ ਨਹੀਂ, ਅਸੀਂ ਕਿੱਦਾਂ ਵਿਰੋਧ ਕਰੀਏ? ਅਸੀਂ ਵੀ ਤੇ ਵਿਰੋਧ ਕਰਦੇ ਇਹਨਾਂ ਦਾ, ਪਰ ਨਹੀਂ ਖਾਣੇ ਚਾਹੀਦੇ। ਜਿਹੜੇ ਬੰਦੇ ਖਾਂਦੇ ਇਹਨਾਂ ਦਾ ਸਖਤ ਵਿਰੋਧ ਹੋਣਾ ਚਾਹੀਦਾ। ਇੱਕ ਗੱਲ ਮੈਂ ਹੋਰ ਕਹਿ ਰਿਹਾ, ਤਖਤ ਹਜੂਰ ਸਾਹਿਬ ਦੀ ਗੱਲ ਕਰਦੇ ਆ ਇਹ, ਤੇ ਤਖਤ ਹਜੂਰ ਸਾਹਿਬ ਬੱਕਰੇ ਝਟਕੇ ਜਾਂਦੇ ਆ। ਮੈਂ ਛੇਤੀ ਗੱਲ ਨਿਬੇੜ ਦੇਣੀ, ਇਹ ਸਮਝ ਲਿਓ ਆਪਣੇ ਧਿਆਨ ਦੇ ਨਾਲ ਜਿਨ੍ਹਾਂ ਨੇ ਸਮਝਣੀ ਆ। ਮੈਂ ਹਜੂਰ ਸਾਹਿਬ ਵਾਲਿਆਂ ਨੂੰ ਪੁੱਛਣਾ ਚਾਹੁੰਦਾ, ਤੁਸੀਂ ਕੀ ਇਹ ਢਕੁਆਂ 'ਚ ਫੜਿਆ? ਇੱਕ ਗੱਲ ਦਾ ਤੁਸੀਂ ਵੀ ਜਵਾਬ ਦੇ ਦਿਓ ਹਜੂਰ ਸਾਹਿਬ ਵਾਲਿਓ। ਜਦੋਂ ਚਟੰਗਾ ਤੁਸੀਂ ਝਟਕਦੇ ਆ, ਪੂਰੀ ਦੁਨੀਆ ਦੇਖਦੀ, ਜਦੋਂ ਤੁਸੀਂ ਬੱਕਰੇ ਨੂੰ ਵੱਢਦੇ ਆ ਤੇ ਉਹਦਾ ਤੁਸੀਂ ਸਿਰ ਚੱਕ ਕੇ ਦਰਬਾਰ 'ਚ ਲੈ ਕੇ ਜਾਂਦੇ ਕਿ ਨਹੀਂ ਜਾਂਦੇ? ਜਿੱਥੇ ਮਹਾਰਾਜ ਦਾ ਅੰਦਰ ਪ੍ਰਕਾਸ਼ ਹੋਇਆ, ਸੰਗਤ ਦੂਰੋਂ ਚੱਲ ਕੇ ਮੱਥਾ ਟੇਕਣ ਆਉਂਦੀ ਉਸ ਤਖਤ ਦੇ ਉੱਤੇ, ਤੁਸੀਂ ਬੱਕਰੇ ਦਾ ਸਿਰ ਵੱਢ ਕੇ ਖੂਨ ਦੇ ਨਾਲ ਨਿਚੜਦਾ ਹੋਇਆ ਵਾਟੇ 'ਚ ਪਾ ਕੇ ਉਹ ਗੁਰੂ ਸਾਹਿਬ ਜੀ ਦੇ ਹਜੂਰ ਲੈ ਕੇ ਜਾਂਦੇ ਆ। ਫਿਰ ਜਿਹੜੀ ਕਿਰਪਾਨ ਆ ਜਿਹਨਾਂ ਭੋਗ ਲਵਾਈ ਦਾ, ਉਸ ਕਿਰਪਾਨ ਦੇ ਨਾਲ ਤੁਸੀਂ ਉਸ ਬੱਕਰੇ ਦਾ ਖੂਨ ਕੱਢ ਕੇ ਉਹਨੂੰ ਕਿਰਪਾਨ ਨੂੰ ਲਾ ਕੇ ਫਿਰ ਸਤਿਗੁਰੂ ਦੇ ਪਣਗਿਆਂ ਨੂੰ ਲਾਉਂਦੇ ਆ, ਫਿਰ ਮਹਾਰਾਜ ਦੇ ਵਸਤਰਾਂ ਨੂੰ ਲਾਉਂਦੇ ਆ। ਕਿੱਥੇ ਦੀ ਇਹ ਦੱਸ ਦਿਓ, ਕਿਹੜੀ ਮਰਜ਼ਾਦਾ ਇਹ? ਸਤਿਗੁਰੂ ਬੈਠੇ ਹੁਣ ਸਮਰੱਥ ਸਰੀਰ ਕਰਕੇ ਪਣਗ ਦੇ ਉੱਤੇ ਬਿਰਾਜਮਾਨ ਹੋਣ, ਫਿਰ ਵੀ ਜਾ ਕੇ ਤੁਸੀਂ ਉਹਨੂੰ ਬੱਕਰੇ ਦਾ ਗੰਦਾ ਖੂਨ ਲਾ ਦੋਗੇ? ਇਸ ਗੱਲ ਦਾ ਜਵਾਬ ਦਿਓ। ਬਾਣੀ ਕੀ ਕਹਿ ਰਹੀ ਆ? ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹ ਕਹਿ ਰਹੀ ਆ, ਜੇ ਰਤ ਲੱਗੇ ਕੱਪੜਾ ਜਾਮਾ ਹੋਏ ਪਲੀਤ, ਜੇ ਰਤ ਪੀਵੇ ਮਾਨਸਾ ਤੈਨ ਕੋ ਨਿਰਮਲ ਚੀਤ। ਇੱਥੇ ਭਾਵੇਂ ਪਰਾਇਆ ਹੱਕ ਰੱਖ ਲਓ, ਰਤ ਦਾ ਮਤਲਬ ਇਹ ਰੱਖ ਲਓ। ਪਤਾ ਤੇ ਮੈਨੂੰ ਵੀ ਵਿਦਵਾਨ ਬਹੁਤ ਕੱਢਦੇ ਨੇ ਅਰਥ, ਪਰ ਜਿਹੜੇ ਇਸ ਵੇਲੇ ਚਾਹੀਦੇ ਉਹੀ ਰੱਖ ਲਓ ਅਰਥ। ਮਹਾਰਾਜ ਕਹਿੰਦੇ ਜੇ ਰਤ ਲੱਗਿਆ ਕੱਪੜਾ, ਕਹਿੰਦੇ ਜੇ ਕੱਪੜੇ ਨੂੰ ਖੂਨ ਲੱਗ ਜਵੇ ਤਾਂ ਉਹਨੂੰ ਕਹੀਦਾ ਗੰਦਾ ਹੋ ਗਿਆ, ਪਲੀਤ ਹੋ ਗਿਆ ਕੱਪੜਾ, ਗੰਦਾ ਹੋ ਗਿਆ ਜਾਮਾ। ਜੇ ਰਤ ਲੱਗਿਆ ਕੱਪੜਾ ਜਾਮਾ ਹੋਏ ਪਲੀਤ, ਜਾਮਾ ਕਹਿੰਦੇ ਵਸਤਰ ਨੂੰ। ਉਹ ਬੇਸ਼ਰਮੋ, ਉਹ ਤੁਸੀਂ ਉੱਥੇ ਜਾ ਕੇ ਮਹਾਰਾਜ ਦੇ ਵਸਤਰਾਂ ਨੂੰ ਖੂਨ ਲਾਈ ਜਾਂਦੇ ਹੋਏ, ਪਣਗੀਆਂ ਨੂੰ ਖੂਨ ਲਾਈ ਜਾਂਦੇ ਆ, ਉਹ ਵੀ ਬੱਕਰੇ ਦਾ। ਇਹ ਕਿੱਥੇ ਨਹੀਂ ਤੁਸੀਂ ਬੇਸ਼ਰਮੀ ਧਾਰੀ ਆ? ਕਿੱਥੇ ਦੀ ਮਰਜ਼ਾਦਾ? ਇਸ ਗੱਲ ਦਾ ਜਵਾਬ ਦਿਓ। ਮਹਾਰਾਜ ਬਾਣੀ 'ਚ ਇਹ ਕਹਿ ਰਹੇ ਨੇ, ਜੇ ਰਤ ਲੱਗਿਆ ਕੱਪੜਾ ਜਾਮਾ ਹੋਏ ਪਲੀਤ, ਤੇ ਤੁਸੀਂ ਜਾ ਕੇ ਖੂਨ ਲਾਣੇ ਮਹਾਰਾਜ ਦੇ ਵਸਤਰਾਂ ਨੂੰ ਤੇ ਮਹਾਰਾਜ ਦੇ ਪਣਗਿਆਂ ਨੂੰ, ਉਹ ਵੀ ਬੱਕਰੇ ਦਾ। ਇਸ ਗੱਲ ਦਾ ਜਵਾਬ ਦਿਓ। ਕਿਉਂ ਲਾਣੇ ਆ ਤੁਸੀਂ ਬੱਕਰੇ ਦਾ ਖੂਨ? ਕੀ ਤੁਸੀਂ ਬੱਕਰੇ ਦੇ ਖੂਨ ਨੂੰ ਪਵਿੱਤਰ ਸਮਝਦੇ ਆ? ਬਹੁਤ ਜ਼ਿਆਦਾ। ਆ ਸਾਡੇ ਨਿਹੰਗ ਜਦੋਂ ਵੱਢਦੇ ਨਾ ਬੱਕਰੇ ਨੂੰ, ਕੀ ਕਰਦੇ ਆ? ਉਹ ਜਦੋਂ ਬੱਕਰਾ ਵੱਢ ਹੋ ਜਾਂਦਾ ਤੇ ਨਾਲ ਦੀ ਨਾਲ ਉਹਦਾ ਖੂਨ ਚੱਕ ਕੇ ਮੱਥੇ ਨੂੰ ਲਾਉਂਦੇ, ਕਿਤੇ ਲਾਉਂਦੇ ਆ। ਤੁਸੀਂ ਬੱਕਰੇ ਦੇ ਖੂਨ ਨੂੰ ਪਵਿੱਤਰ ਸਮਝਦੇ ਆ? ਉਹ ਸ਼ਦਾਈਓ ਦੇ ਤ੍ਰਿਗਦ ਜ਼ੋਨ ਦੇ ਵਿੱਚ ਪਿਆ ਹੋਇਆ ਆ, ਤ੍ਰਿਗਦ ਜ਼ੋਨ ਦੇ ਵਿੱਚ, ਟੇਢੀ ਜੂਨ ਦੇ ਵਿੱਚ ਗਿਆ ਹੋਇਆ ਮਾੜੇ ਕੁਕਰਮਾਂ ਕਰਕੇ। ਤੁਸੀਂ ਉਹਦਾ ਖੂਨ ਚੱਕ ਕੇ ਮੱਥੇ ਨੂੰ ਲਾਣਾ, ਜਾਂ ਖੂਨ ਚੱਕ ਕੇ ਲਾਣਾ ਕਿਸੇ ਬ੍ਰਹਮ ਗਿਆਨੀ ਨੂੰ ਝਟਕਾਓ ਤੇ। ਜਿਹੜੇ ਤੁਹਾਡੇ ਜਥੇਦਾਰ ਆਪਣੇ ਆਪ ਨੂੰ ਸਾਰੇ ਬ੍ਰਹਮ ਗਿਆਨੀ ਕਹਾਂਦੇ ਆ, ਜਿਹੜੇ ਕਹਿੰਦੇ ਅਸੀਂ 12:30 ਵਜੇ ਉੱਠ ਕੇ ਭਜਨ ਬੰਦਗੀ ਕਰਦੇ, ਉਹਨਾਂ ਦਾ ਝਟਕਾਓ ਤੇ ਨਾਲੇ ਪਤਾ ਲੱਗੇ ਵੀ ਪਵਿੱਤਰ ਖੂਨ ਆ ਇਹ। ਦੂਜੀ ਗੱਲ, ਇਹ ਤੇ ਗੱਲ ਹੋ ਗਈ ਉੱਥੇ ਦੀ ਹਜੂਰ ਸਾਹਿਬ ਦੀ ਕਿ ਮਨ ਮੱਤਿਆ, ਸਿਰੇ ਤੋਂ ਮਨ ਮਾਤਿਆ। ਬਾਣੀ ਦੀ ਵਿਚਾਰ ਕਰਨ ਨਹੀਂ ਤੇ ਜਵਾਬ ਦੇਣ। ਮੂੰਹ ਦੇ ਵਿੱਚ ਘੁੰਗਣੀਆਂ ਪਾਉਣ ਦੇ ਨਾਲ, ਛਿੱਕਲੀਆਂ ਦੇਣ ਦੇ ਨਾਲ ਗੱਲ ਨਹੀਂ ਬਣਦੀ। ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਮੇਰੇ ਵਰਗਾ ਮਾਤੜ ਆਦਮੀ ਕੋਈ ਹਜੂਰ ਸਾਹਿਬ ਮੱਥਾ ਟੇਕਣ ਚੱਲ ਜਾਵੇ ਤਾਂ ਤੁਸੀਂ ਘੇਰ ਕੇ ਕਹੋ ਲਓ ਜੀ ਇਹਦਾ ਕਟਾਪਾ ਚਾੜੋ, ਇਹ ਬੱਕਰਿਆਂ ਦੀ ਵਿਰੋਧਤਾ ਕਰਦਾ ਸੀ। ਕਿਉਂ? ਬੱਕਰਿਆਂ ਦੀ ਵਿਰੋਧਤਾ ਤੁਹਾਨੂੰ ਦੀਦੀ ਆ। ਮਹਾਰਾਜ ਦੇ ਸਰੂਪ ਜਿੱਥੇ ਲੀਰੋ ਲੀਰ ਹੋ ਰਹੇ, ਉੱਥੇ ਤੁਹਾਡੀਆਂ ਗੋਲੀਆਂ ਨੂੰ ਜੰਗ ਲੱਗ ਜਾਂਦੇ, ਉਦੋਂ ਤੁਸੀਂ ਬੋਲਟ ਮਾਰਦੇ ਆ।
मैं पंजाब सरकार ਨੂੰ भी गल कहनी चाहना, प्रशासन ਨੂੰ बड़ी स्नेमर तौर पर, कोई आदमी सुनता होंदा चल जाता लाइव, मैं वैसे भी बेनती करनी चाहना कि इन्हों के असले के लाइसेंस कैंसल करो। ये हथियारों की दुरवरतों करते लायक नहीं है लोग हथियार रखने के, दुरवरतों हो रही, असले की नजायज़ वरतों हो रही है। सोशल मीडिया के बकरियां दे गोलियां मार के लोगों के दहशत पा रहे हैं लोग, सिੱਖੀ ਦਾ मर्यादा का घाण कर रहे हैं लोग। ये नहीं चाहिए इन्हों के कोल असले, इन्हों के कैंसल होने चाहिए इन्हों के लाइसेंस इन्होंने लोगों के। दूजी गल, ਜਿਹੜੇ ਵੀਰ ਵਾਰ-ਵਾਰ ਪੁੱਛਦੇ ਨੇ ਛਤਰੀ ਧਰਮ ਕੀ ਆ ਜੀ, ਛਤਰੀ ਕਿਉਂਕਿ ਜਦੋਂ ਇਹ ਬੱਕਰਾ ਵੱਢਦੇ ਆ, ਜਿਹੜੇ ਸਾਡੇ ਵਰਗੇ ਵੀਰ ਉੱਠ ਕੇ ਇਹਨਾਂ ਦੀ ਵਿਰੋਧਤਾ ਕਰਦੇ, ਇਹਨਾਂ ਨੂੰ ਫਿੱਟ ਲਾਹਣਤ ਪਾਉਂਦੇ ਆ, ਇਹਨਾਂ ਦੀਆਂ ਕਾਲੀਆਂ ਕਰਤੂਤਾਂ ਦੇ ਸ਼ੀਸ਼ੇ ਦਿਖਾਲਦੇ ਵੇ, ਦੇਖੋ ਇਹ ਆ ਤੁਹਾਡੀ ਸ਼ਕਲ ਤੇ ਆ ਦੀਦੀ ਆ, ਤੁਸੀਂ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਦੇ ਵਾਰਸ ਕਹਾਉਂਦੇ ਆ। ਇਹ ਕਹਾਉਂਦੇ ਕਿ ਆਪਣੇ ਆਪ ਨੂੰ ਖੁਦ ਖੁਦਾ ਖਾਲਸਾ ਖੁਦ ਖੁਦਾ ਕਹਾਉਂਦੇ, ਇਹ ਆਪਣੇ ਆਪ ਨੂੰ ਕਾਲ ਪੁਰਖ ਦੇ ਬਰਾਬਰ ਕਹਾਉਂਦੇ ਬੱਕਰੇ ਵੱਢਣੇ ਵਾਲੇ, ਅਸੀਂ ਖੁਦ ਖੁਦਾ ਆ, ਤੇ ਆਪਣੇ ਆਪ ਨੂੰ ਕਹਾਉਂਦੇ ਸਮਰਾਟ कि असी सम्राट आ। ते मैं पूछना चाहना फिटे मूँह तुहाडे सम्राटां दे, ओ तुसीं पिंडां चों बकरे चोरी करन वाले सम्राट हो? इस गल का जवाब दे दिओ। किन्ने थे महाराज की बेअदबी होई आ, उत्थे तुसीं सम्राट कित्थे गए होए सी? जदों ये भी संगत नूं मैं याद दिवावां, संगत जी जदों ईसाइयां दी वार दे विच मोर्चा लग्गिया होया सी, तुसीं शायद भुल गए होवोगे, ये गग्गे ਇਹ ਉਹੀ ਗੱਗੇ ਨੇ ਬੱਕਰੇ ਵੱਢਣ ਵਾਲੇ। ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਕਿ ਟਾਈਮ ਦੱਸੇਗਾ ਇਹਨਾਂ ਦੀਆਂ ਕਰਤੂਤਾਂ। ਅੱਜ ਬੇਸ਼ੱਕ ਤੁਸੀਂ ਇਹਨਾਂ ਦੇ ਮਗਰ ਲੱਗ ਕੇ ਮੈਨੂੰ ਵੱਧ ਘੱਟ ਬੋਲਣ ਲੱਗ ਪਏ, ਟਾਈਮ ਦੱਸੇਗਾ। ਅੱਜ ਟਾਈਮ ਦੱਸਦਾ, ਇਹ ਉਹੀ ਗੱਗੇ ਨੇ ਜਿਹੜੇ ਵੀਡੀਓ ਪਾ ਕੇ ਕਹਿੰਦੇ ਸੀ ਇਹ ਪੂਲੇ ਦਾ ਬੰਦਾ, ਜਿਨ੍ਹਾਂ ਦੀਆਂ ਕਰਤੂਤਾਂ ਵੇਖੋ ਇਹਨਾਂ ਦੀਆਂ। ਜੇ ਪੂਲੇ ਦਾ ਬੰਦਾ ਵਿਰੋਧਤਾ ਕਰ ਰਿਹਾ ਤੇ ਇਹਨਾਂ ਦੀਆਂ ਕਰਤੂਤਾਂ ਕੀ ਹੈ, ਤੁਹਾਨੂੰ ਸੰਗਤ ਨੂੰ ਸਮਝਣੀਆਂ ਚਾਹੀਦੀਆਂ ਸਾਰੀਆਂ ਗੱਲਾਂ। ਇਹ ਉਦੋਂ ਇਹਨਾਂ ਨੇ ਦੁਸ਼ਟਾਂ ਨੇ ਈਸਾਈਆਂ ਦਾ ਸਾਥ ਦਿੱਤਾ। ਜਿਹੜਾ ਪੰਥ ਦਾ ਮੋਰਚਾ ਲੱਗਾ ਹੋਇਆ ਸੀ, ਉਸ ਪੰਥ ਦੇ ਮੋਰਚੇ ਦੇ ਵਿੱਚ ਬੇੜੀ ਦੇ ਬੱਟੇ ਪਾਏ ਇਹਨਾਂ ਬੱਕਰੇ ਖਾਣ ਵਾਲਿਆਂ ਨੇ। ਮੈਂ ਅੱਜ ਦਾਅਵੇ ਦੇ ਨਾਲ, ਦਲੀਲ ਦੇ ਨਾਲ ਇਹਨਾਂ ਨੂੰ ਲਲਕਾਰ ਕੇ ਪੁੱਛਦਾ ਨਾ ਬੱਕਰੇ ਖਾਣ ਵਾਲਿਆਂ ਨੂੰ, ਉਹ ਤੁਸੀਂ ਇੱਕ ਵੀ ਗੱਲ ਦੱਸੋ, ਇੱਕ ਵੀ ਜਿਹੜੀ ਤੁਸੀਂ ਪੰਥ ਲਈ ਕੁਰਬਾਨੀ ਕੀਤੀ, ਇੱਕ ਵੀ। ਵੱਡਿਆਂ ਦਾ ਨਾਂ ਨਾ ਲਿਓ, ਨਹੀਂ ਛੱਤਰ ਪੈਣਗੇ ਤੁਹਾਡੇ ਵੱਡਿਆਂ ਦਾ। ਤੇ ਤੁਸੀਂ ਨਾਂ ਲਿਆ ਨਾ ਬਾਬਾ ਦੀਪ ਸਿੰਘ ਦਾ, ਭਾਈ ਮਨੀ ਸਿੰਘ ਜੀ ਦਾ, ਤੇ ਉਹਨਾਂ ਦੇ ਕਰਤੱਵ ਵੀ ਦੱਸਿਓ ਕੀ ਆ। ਬੰਦ ਕਟਵਾ ਗਏ ਪੰਥ ਦੀ ਖਾਤਰ। ਆਪਣੀਆਂ ਕਰਤੂਤਾਂ ਦੱਸੋ ਤੁਸੀਂ, ਆਪਣੀਆਂ ਤੁਹਾਡੀਆਂ ਕਰਤੂਤਾਂ ਕੀ ਆ, ਤੁਸੀਂ ਪਿੰਡਾਂ 'ਚ ਕੀ ਕਰਦੇ ਪਏ ਆ। ਸੰਗਤ ਦੱਸਦੀ ਆ ਪਿੰਡਾਂ ਵਾਲੀ, ਉਹ ਕਹਿੰਦੇ ਬਾਬਾ ਜੀ ਇਹ ਜਿੱਥੇ ਇੱਕ ਵਾਰੀ ਪੜਾ ਲਾ ਕੇ ਉੱਠ ਕੇ ਚਲੇ ਜਾਂਦੇ ਆ, ਉੱਥੋਂ ਹੱਡੀਆਂ ਹੀ ਹੱਡੀਆਂ ਖਿਲਰਦੀਆਂ ਮਿਲਦੀਆਂ, ਉੱਥੋਂ ਸ਼ਰਾਬਾਂ ਦੀਆਂ ਬੋਤਲਾਂ ਡਿੱਗੀਆਂ ਹੋਈਆਂ ਮਿਲਦੀਆਂ, ਖਾਲੀ ਸ਼ਰਾਬਾਂ ਦੀਆਂ ਬੋਤਲਾਂ ਮਿਲਦੀਆਂ ਨੇ ਡਿੱਗੀਆਂ ਹੋਈਆਂ ਖਾਲੀ। ਮੇਰੇ ਕੋਲ ਨਿਹੰਗ ਸਿੰਘ ਮੌਜੂਦ ਆ ਜਿਹੜੀ ਇਸ ਗੱਲ ਦੀ ਗਵਾਹੀ ਦੇ ਸਕਦਾ। ਜਿੱਥੇ ਜਾਂਦੇ ਨੇ ਹੋਲੇ ਮਹੱਲੇ ਤੇ ਜਾਂਦੇ ਹੋ ਕਿਤੇ, ਜਿੱਥੋਂ ਇਹ ਪੜਾ ਪੱਟ ਕੇ ਆਉਂਦੇ ਆ, ਜਿੱਥੋਂ ਘੋੜੇ ਤੋਰ ਕੇ ਆਉਂਦੇ, ਉੱਥੇ ਜਾ ਕੇ ਵੇਖਿਆ ਕਰੋ ਹੱਡ ਹੀ ਹੱਡ ਖਿਲਰੇ ਹੁੰਦੇ। ਇਹਨਾਂ ਦੀ ਕਰਤੂਤ ਇਹਨਾਂ ਲੋਕਾਂ ਦੀ ਦੁਖੀ ਹੋ ਕੇ ਬਚਨ ਕਰਨੇ ਪੈ ਰਹੇ ਆ। 30 ਭਾਗ 30 ਘੰਟਿਆਂ ਦੇ ਵਿੱਚ ਸੰਗਤ ਜੀ, ਮੈਂ ਤੁਹਾਨੂੰ ਗੱਲ ਦੱਸਦਾ ਆਪਣੀ, 30 ਘੰਟਿਆਂ ਦੇ ਵਿੱਚ 30 ਭਾਗ ਮੈਂ ਨਿਹੰਗ ਸਿੰਘਾਂ ਦੀ ਉਸਤਤੀ ਦੇ ਰਿਕਾਰਡ ਕੀਤੇ। 30 ਘੰਟਿਆਂ ਦੇ ਵਿੱਚ 30 ਭਾਗ ਨਿਹੰਗ ਸਿੰਘਾਂ ਦੀ ਉਸਤਤੀ ਦੇ। ਅੱਜ ਮੈਨੂੰ ਸ਼ਰਮ ਆਉਂਦੀ, ਮੈਂ ਰਿਲੀਜ਼ ਨਹੀਂ ਕੀਤੇ, ਮੈਨੂੰ ਸ਼ਰਮ ਆਉਂਦੀ ਇਹਨਾਂ ਦੀਆਂ ਕਰਤੂਤਾਂ ਦੇਖ ਕੇ, ਇਹਨਾਂ ਲੋਕਾਂ ਦੀਆਂ। ਪੇ ਲਾਇਕ ਨਹੀਂ ਇਹ ਲੋਕ ਲਾਇਕ ਨਹੀਂ ਇਹਨਾਂ ਚੀਜ਼ਾਂ ਦੇ, ਜੁੱਤੀਆਂ ਦੇ ਲਾਇਕ ਨੇ ਲੋਕ ਇਹ। ਰਹੀ ਗੱਲ ਛਤਰੀ ਧਰਮ ਦੀ, ਛਤਰੀ ਧਰਮ ਪੰਥ ਪ੍ਰਕਾਸ਼ ਕੀ ਕਹਿੰਦਾ ਛਤਰੀ ਧਰਮ ਦੇ ਬਾਰੇ ਦੇ ਵਿੱਚ। ਬਾਬਾ ਸੰਤਾ ਸਿੰਘ ਸਾਹਿਬ ਜੀ, ਹੁਣ ਕਹਿਣਾ ਬਾਬਾ ਸੰਤਾ ਸਿੰਘ ਵੀ ਬੱਕਰੇ ਝਟਕਦਾ ਸੀ, ਬਾਬਾ ਖੜਕ ਸਿੰਘ ਵੀ ਬੱਕਰੇ ਝਟਕਦਾ ਸੀ, ਬਾਬਾ ਸੁਰਜੀਤ ਸਿੰਘ ਵੀ ਬੱਕਰੇ ਝਟਕਦਾ ਸੀ। ਹਾਲ ਵੇਖੋ ਕੀ ਹੋਏ ਨੇ, ਕਿੱਦਾਂ ਗਏ ਦੁਨੀਆ ਤੋਂ, ਰੁਖਸਤ ਕਿੱਦਾਂ ਹੋਏ ਨੇ। ਹਾਰ ਨਹੀਂ ਪਏ ਕਿਸੇ ਦੇ ਵੀ, ਸੰਗਤ ਨੇ ਮਾਣ ਨਹੀਂ ਦਿੱਤਾ, ਸਤਿਕਾਰ ਨਹੀਂ ਦਿੱਤਾ ਕਿਸੇ ਨੂੰ ਵੀ। ਹਾਲ ਵੇਖੋ ਕੀ ਹੋਏ ਸਾਰਿਆਂ ਦੇ। पेख दिखाए जगत को लोगन को बस कीन अंत काल काती कटियो बास नरक मौलीन। आओ मैं तुहानूं 10 पंथ प्रकाश दे विचों पढ़ के सुणाउणा भी छतरी दा धर्म की आ। इस तो पहला मैं एक मुख बंध आप जी नाल साझा कर लवां। जदों बंदे बहादुर दा ते निहंग ਸਿੰਘਾਂ ਦਾ आपस दे विच विवाद पैदा हो गया, जदों बंदे बहादुर ने अपना एक वखरा पंथ वैष्णो बिश्नोई पंथ तोड़ लिया, उस वक्त निहंग ਸਿੰਘਾਂ तो अलग हो के बंदे बहादुर ने जिहड़ा पंथ तोड़िया सी ते पंथ प्रकाश इस गल दी हामी भरदा आ भाई ते क्यों बकरे उस वेले वड्डे गए, उस वेले वड्डे गए ने। इतिहास च आउंदा आ, इतिहास दे विच इह गल आउंदी पे उस वेले बकरे वड्डे गए ने, बंदे बहादुर दे भी बकरे झटकाए सी। पर अज की कहंदा इतिहास,
ਅੱਜ ਕੀ ਕਹਿੰਦਾ ਇਤਿਹਾਸ? ਉਹ ਤਾਂ ਉਦੋਂ ਦੀ ਗੱਲ ਸੀ, ਬੀਤ ਗਈਆਂ ਸਦੀਆਂ, ਬੀਤ ਗਈਆਂ। ਉਹ ਤੇ ਸਿੱਖੀ ਜਿਨ੍ਹਾਂ ਨੇ ਬੱਕਰੇ ਝਟਕਾਏ ਸੀ, ਵੱਡੇ ਸੀ, ਭਾਈ ਮਨੀ ਸਿੰਘ ਵਰਗੇ, ਉਹਨਾਂ ਤਾਂ ਟੋਟੇ ਟੋਟੇ ਹੋ ਗਏ, ਬੰਦ ਕਟਵਾ ਗਏ ਹੋਏ। ਉਹ ਤੁਸੀਂ ਤਾਂ ਕਾਰੀ ਦੇ ਨਹੀਂ, ਤੁਹਾਡੀ ਤਾਂ ਕਰਤੂਤਾਂ ਹੀ ਭੈੜੀਆਂ ਤੁਹਾਡੀਆਂ। ਤੇ ਮੈਂ ਕਹਿੰਦਾ ਜਿਹੜਾ ਇਹਨਾਂ ਦਾ ਝਟਕਈ ਆ, ਜਿਹਨੂੰ ਇਹ ਝਟਕਈ ਦਾ ਅਰਥ ਕੀ ਹੁੰਦਾ? ਕਸਾਈ। ਇਹਨਾਂ ਦੇ ਝਟਕਈ ਵੀ ਨੇ ਦਲਾਂ ਦੇ ਵਿੱਚ, ਤੁਹਾਨੂੰ ਮੈਂ ਦੱਸ ਦਵਾਂ। ਝਟਕਈ ਸਿੰਘ ਕਸਾਈ ਲੈ ਕੇ ਆਓ ਜੀ, ਝਟਕਣੇ ਵਾਲਾ। ਝਟਕਈ ਕੋ ਪੰਥ ਦੇ ਵਿੱਚ ਕੋਈ ਪਦਵੀ ਨਹੀਂ, ਕੋਈ ਉਪਾਧੀ ਨਹੀਂ, ਕੋਈ ਰਹਿਤਨਾਮਿਆਂ 'ਚ ਨਹੀਂ, ਕੋਈ ਬਾਣੀ ਦੇ ਵਿੱਚ ਨਹੀਂ, ਕੋਈ ਇਤਿਹਾਸ ਦੇ ਵਿੱਚ ਝਟਕਈਆਂ ਦਾ ਨਾਂ ਨਹੀਂ ਆਉਂਦਾ। ਝਟਕਈ ਅੱਲ ਕਿਉਂ ਪੈ ਗਈ? ਜਦ 24 ਘੰਟੇ ਬੱਕਰਾ ਹੀ ਵੱਢਣਾ, ਬਾਕੀ ਦਿਆਂ ਨੇ ਚੱਕ ਲੈਣਾ ਤੇ ਉਹਨੂੰ ਵੱਢ ਦੇਣਾ, ਤੇ ਵੱਢ ਕੇ ਉਹਨੂੰ ਪੋਟਾ ਕਰਕੇ ਧੋ ਸਾਫ਼ ਕਰਕੇ ਪਤੀਲੇ 'ਚ ਚੜਾ ਦੇਣਾ, ਤੇ ਉਹਨੂੰ ਕਹਿੰਦੇ ਝਟਕਈ। ਤੇ ਮੈਂ ਗੱਲ ਪੁੱਛਦਾ ਇਹਨਾਂ ਨੂੰ, ਉਹ 5 ਬਾਣੀਆਂ ਕੰਠ ਹੈਗੀਆਂ ਨਿਤਨੇਮ ਦੀਆਂ, 5 ਬਾਣੀਆਂ। ਇਹਨਾਂ ਨੇ ਝਟਕਈਆਂ ਨੇ ਵੇਖੋ ਗਾਤਰੇ ਕਿਰਪਾਨ ਨਹੀਂ, ਕਕਾਰਾਂ 'ਚ ਪੂਰੇ ਨਹੀਂ, ਰਹਿਤ ਮਰਜ਼ਾਦਾ 'ਚ ਪੂਰੇ ਨਹੀਂ। ਕੱਚੇ ਪਿੱਲੇ ਲੋਕ ਨੇ, ਕੱਚੇ ਪਿੱਲੇ, ਜਿਹੜੇ ਅੱਜ ਸਾਨੂੰ ਕਲੰਕਿਤ ਕਰਦੇ ਆ। ਜਦੋਂ ਮੇਰੇ ਵਰਗੇ ਲੋਕ ਉੱਠ ਕੇ ਜਾਂਦੇ ਜਾਂ ਲਾਈਵ ਹੁੰਦੇ ਆ, ਬਾਹਰ ਜਾ ਕੇ ਸੰਗਤ 'ਚ ਮੁਖਾਤਬ ਹੁੰਦੇ ਆ, ਸੰਗਤ ਬਾਹ ਫੜ ਕੇ ਇੱਥੋਂ ਕਹਿੰਦੀ ਬਾਬਾ ਜੀ ਬੱਕਰੇ ਖਾਂਦੇ ਆ, ਤੁਸੀਂ ਵੱਢਦੇ ਆ, ਖਾਂਦੇ ਆ। ਤੇ ਮੈਂ ਕਹਿੰਦਾ ਉਹਨਾਂ ਹੱਥ ਜੋੜ ਕੇ, ਵੀਰੋ ਮੇਰੀ ਤਾਂ ਕਿਤੇ ਫੋਟੋ ਲਿਆ ਦਿਓ, ਕਿਤੇ ਖਾਂਦੇ ਦੀ ਲਿਆ ਦਿਓ, ਕਿਤੇ ਵੱਢਦੇ ਦੀ ਲਿਆ ਦਿਓ। ਜਿੱਥੇ ਮੈਂ ਬੈਠਾ ਹੋਵਾਂ, ਖੜਾ ਹੋਵਾਂ, ਵੱਢਦੇ ਹੋਣ, ਤੇ ਮੈਨੂੰ ਤੁਸੀਂ ਜਿੱਥੇ ਮਰਜ਼ੀ ਸਜ਼ਾ ਦਿਓ। ਅਸੀਂ ਤੇ ਵਿਰੋਧ ਕਰਦੇ ਹਾਂ। ਅਸੀਂ ਤੇ ਇਹਨਾਂ ਨੂੰ ਸਮਝਾਉਂਦੇ ਹਾਂ, ਕਮਜਾਤਾਂ ਨੂੰ, ਵੀ ਇਹ ਕੰਮ ਨਾ ਕਰੋ, ਕਲੰਕਿਤ ਨਾ ਕਰੋ ਸਿੱਖੀ ਨੂੰ। ਲੱਖਾਂ ਦੁਨੀਆ ਦੇ ਵਿੱਚ ਗੱਲ ਜਾਂਦੀ, ਕਰੋੜਾਂ ਦੁਨੀਆ 'ਚ ਲੋਕ ਗੱਲ ਜਾਂਦੀ ਆ। ਉਹ ਨਵੀਂ ਪੀੜ੍ਹੀ ਸਾਨੂੰ ਦੇਖ ਕੇ ਫਿੱਟ ਲਾਣਤਾ ਪਾਉਂਦੀ ਆ। ਉਹ ਕਹਿੰਦੇ ਇਹਨਾਂ ਨੇ ਕਰਤੂਤਾਂ ਆ ਨੇ, ਉਹ ਆ ਗੁਰੂ ਗੋਬਿੰਦ ਸਿੰਘ ਦੇ, ਆ ਵਾਰਸ ਨੇ ਗੁਰੂ ਗੋਬਿੰਦ ਸਿੰਘ ਦੇ, ਆ ਕਰਤੂਤਾਂ ਨੇ। ਬਾਣੀ ਦੇ ਇਹ ਕਹਿੰਦੀ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਛਤਰੀਆਂ ਦੀ ਗੱਲ ਸੁਣਾਉਣ ਤੋਂ ਪਹਿਲਾਂ ਇੱਕ ਮੈਂ ਆਪ ਜੀ ਨੂੰ ਬਚਨ ਸੁਣਾਉਣਾ, ਇਹਨਾਂ ਦੇ ਛਤਰੀ ਧਰਮ ਦੀ ਪੋਲ ਖੋਲਦੇ ਆ। ਫਿਰ ਬਾਕੀ ਸੰਗਤ ਜੀ, ਫਰਜ਼ ਤੁਹਾਡਾ ਆ, ਜਿੱਥੇ ਵੀ ਇਹ ਪਿੰਡਾਂ ਦੇ ਵਿੱਚ ਆਉਂਦੇ ਨੇ, ਆ ਕੇ ਤੁਹਾਡੇ ਪਿੰਡਾਂ 'ਚੋਂ ਬੱਕਰੇ ਚੱਕਦੇ ਨੇ, ਜਿੱਥੇ ਪੜਾ ਲਾਉਂਦੇ ਨੇ, ਤੁਹਾਡੇ ਕੋਲ ਖਾਣ ਨੂੰ ਆ ਕੇ ਮੰਗਦੇ ਨੇ, ਉੱਥੇ ਤੁਸੀਂ ਘੇਰ ਕੇ ਪੁੱਛੋ ਇਹਨਾਂ ਨੂੰ ਵੀ ਕੀ ਕਰਤੂਤਾਂ ਕਰਦੇ। ਪਿੰਡਾਂ ਦੇ ਪਿੰਡ ਇਕੱਠੇ ਹੋ ਕੇ ਪੁੱਛੋ ਜੁਰਤ ਦੇ ਨਾਲ ਇਹਨਾਂ ਨੂੰ, ਕੀ ਕਰਤੂਤਾਂ ਕਰਦੇ ਹੋ ਤੁਸੀਂ। ਸੰਗਤ ਦਾ ਕੋਈ ਫਰਜ਼ ਨਹੀਂ ਗਾ। ਉਹ ਸੰਗਤ ਜੀ, ਤੁਸੀਂ ਕਦੋਂ ਫਰਜ਼ ਪਛਾਣਨਾ? ਇੱਥੇ ਫੇਸਬੁੱਕ ਤੇ ਗਾਲਾਂ ਕੱਢਦੇ ਹੋ। ਪਿੰਡਾਂ ਦੇ ਪਿੰਡ ਇਕੱਠੇ ਹੋ ਕੇ ਇਹਨਾਂ ਨੂੰ ਪੁੱਛਿਆ ਕਰੋ, ਚੌਰਿਆਂ ਨੂੰ, ਵੀ ਕਿਉਂ ਬੱਕਰੇ ਵੱਢਦੇ ਹੋ? ਨਾਲੇ 36 ਪ੍ਰਕਾਰ ਦੇ ਪਦਾਰਥ ਛਕਦੇ ਆ, ਦੇਸੀ ਘੇਜ ਬਣੇ ਪ੍ਰਸ਼ਾਦੇ ਛਕਦੇ ਆ, ਤੇ ਨਾਲੇ ਤੁਸੀਂ ਬੱਕਰੇ ਖਾਂਦੇ, ਤੁਹਾਨੂੰ ਸ਼ਰਮ ਨਹੀਂ ਆਉਂਦੀ ਓਏ? ਮੁਸਲਮਾਨੀ ਮੱਤ ਦੇ ਵਿੱਚ ਮੁਸਲਮਾਨਾਂ ਦੀ ਮਰਜ਼ਾਦਾ ਆ ਬੱਕਰਾ ਵੱਢਣਾ, ਬਕਰੀਦ ਮਨਾਉਂਦੇ ਨੇ ਉਹ। ਮੈਂ ਤੁਹਾਨੂੰ ਦੱਸਣ ਲੱਗਾ, ਸੁਣਿਓ ਧਿਆਨ ਦੇ ਨਾਲ। ਮੁਸਲਮਾਨੀ ਮੱਤ ਦੇ ਵਿੱਚ ਇਹ ਮਰਜ਼ਾਦਾ ਆ, ਉਹ ਬਕਰੀਦ ਮਨਾਉਂਦੇ ਨੇ, ਬੱਕਰਾ ਵੱਢਦੇ ਨੇ। ਉਹਨਾਂ ਦੇ ਧਰਮ ਦੇ ਵਿੱਚ ਆਉਂਦਾ ਬੱਕਰਾ ਵੱਢਣਾ। ਉਹਨਾਂ ਦੇ ਰਹਿਬਰ ਵੀ ਉਸ ਗੱਲ ਨੂੰ ਮੰਨ ਕੇ ਗਏ ਨਹੀਂ ਕਿ ਬੱਕਰਾ ਵੱਢ ਸਕਦੇ ਨੇ। ਉਹ ਵੱਢਦੇ ਵੀ ਨੇ, ਹੁਣ ਵੀ ਵੱਢਦੇ ਨੇ, ਢੇਰ ਲਾਉਂਦੇ ਨੇ ਬੱਕਰੇ ਵੱਢ ਕੇ ਮੁਸਲਮਾਨ ਬਕਰੀਦ ਨੂੰ। ਪਰ ਗੁਰੂ ਗ੍ਰੰਥ ਦੇ ਵਿੱਚ ਭਗਤ ਨਾਮਦੇਵ ਜੀ ਤੇ ਭਗਤ ਕਬੀਰ ਜੀ ਕੀ ਕਹਿੰਦੇ, ਉਹਨਾਂ ਨੂੰ ਪਤਾ ਤੁਹਾਨੂੰ ਇਸ ਗੱਲ ਦਾ? ਭਗਤ ਕਬੀਰ ਜੀ ਕੀ ਕਹਿੰਦੇ ਆ, ਭਗਤ ਨਾਮਦੇਵ ਜੀ ਕੀ ਕਹਿੰਦੇ ਆ? ਭਗਤ ਨਾਮਦੇਵ ਜੀ ਕਹਿੰਦੇ, ਜੀ ਬਦੋ ਸੋ ਧਰਮ ਕਰ, ਥਾਪੋ ਧਰਮ ਕਹੋ ਕਤ ਭਾਈ, ਆਪਸ ਕੋ ਮੁਨੀਵਰ ਕਰ ਥਾਪੋ, ਕਾਂ ਕੋ ਕਹੋ ਕਸਾਈ। ਆਪਣੇ ਆਪ ਨੂੰ ਤੁਸੀਂ ਖੁਦ ਖੁਦਾ ਕਹਾਣੇ ਹੋ, ਸਮਰਾਟ ਕਹਾਣੇ, ਤੇ ਕਸਾਈ ਕਿਹਨੂੰ ਕਹੀਏ ਹੋਏ? ਆਪਣੇ ਆਪ ਨੂੰ ਤੁਸੀਂ ਖਾਲਸਾ ਪੰਥ ਥਾਪਦੇ ਹੋ। ਆਪਸ ਕੋ ਮੁਨੀਵਰ ਕਰ ਥਾਪੋ, ਅਸੀਂ ਗੁਰੂ ਦੇ ਖਾਲਸੇ ਆ, ਕਾਂ ਕੋ ਕਹੋ ਕਸਾਈ, ਤੇ ਕਸਾਈ ਕਿਹਨੂੰ ਕਹੀਏ ਹੋਏ? ਇਸ ਗੱਲ ਦਾ ਜਵਾਬ ਦੇ ਦਿਓ। ਦੂਜਾ ਬਚਨ ਸੁਣੋ, ਦੂਜਾ ਬਚਨ ਸੁਣੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ। ਜੀ ਰੋਜ਼ਾ ਧਰੋ, ਰੋਜ਼ੇ ਕੌਣ ਰੱਖਦਾ? ਮੁਸਲਮਾਨ। ਮੁਸਲਮਾਨੀ ਧਰਮ ਦੇ ਵਿੱਚ ਮਾਸ ਖਾਣਾ ਮੰਨਿਆ ਗਿਆ। ਪਰ ਭਗਤ ਨਾਮਦੇਵ ਜੀ ਕੀ ਕਹਿੰਦੇ ਆ, ਇਹ ਵੀ ਸੁਣ ਲਓ। ਉਹ ਰੋਜ਼ਾ ਧਰੋ, ਮਨਾਵੋ ਅੱਲਾ, ਸਵਾਦਤ ਜੀ ਸੰਘਾਰੇ। ਭਗਤ ਨਾਮਦੇਵ ਜੀ ਕਹਿੰਦੇ, ਫਿੱਟੇ ਮੂੰਹ ਤੁਹਾਡੇ ਮੁਸਲਮਾਨਾਂ ਦੇ ਹੋਏ। ਉਹ ਰੋਜ਼ਾ ਧਰਿਆ ਪਰਮੇਸ਼ਰ ਨੂੰ ਮਨਾਉਣ ਵਾਸਤੇ, ਅਕਾਲ ਪੁਰਖ ਨੂੰ, ਤੇ ਕੀਤਾ ਕੀ ਆ? ਬੱਕਰਾ ਵੱਢਿਆ। ਕਿਉਂ? ਬੱਕਰਾ ਵੱਢਣ ਨਾਲ ਅਕਾਲ ਪੁਰਖ ਮੰਨ ਜਾਂਦਾ। ਬੱਕਰਾ ਵੱਢਣ ਦੇ ਨਾਲ ਬਲੀ ਦੇਣ ਨਾਲ ਅਕਾਲ ਪੁਰਖ ਖੁਸ਼ ਹੋ ਜਾਂਦਾ। ਭਗਤ ਨਾਮਦੇਵ ਜੀ ਨੇ ਤਾਂ ਕੋਈ ਬੱਕਰਾ ਵੱਢਿਆ ਹੀ ਨਹੀਂ। ਕਬੀਰ ਸਾਹਿਬ ਨੇ ਵੀ ਕੋਈ ਬੱਕਰਾ ਨਹੀਂ ਵੱਢਿਆ, ਫਰੀਦ ਸਾਹਿਬ ਨੇ ਵੀ ਕੋਈ ਬੱਕਰਾ ਨਹੀਂ ਵੱਢਿਆ। ਉਹਨਾਂ ਦੇ ਕਿਵੇਂ ਖੁਸ਼ ਹੋ ਗਏ ਫਿਰ? ਕਬੀਰ ਸਾਹਿਬ ਤੇ ਇਹ ਕਹਿੰਦੇ ਆ, ਅਬ ਤੋਂ ਜਾਏ ਚੜੇ ਸੰਘਾਸਨ ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਇਆ ਕੋਈ ਨਾ ਸਕੇ ਪਛਾਣੀ। ਉਹ ਤੇ ਇਹ ਵਚਨ ਕਰਦੇ ਆ, ਕਬੀਰ ਸਾਹਿਬ ਨੇ ਤਾਂ ਬੱਕਰਾ ਵੱਢਿਆ ਹੀ ਕੋਈ ਨਹੀਂ, ਭਗਤ ਰਵਿਦਾਸ ਜੀ ਨੇ ਵੀ ਵੱਢਿਆ ਨਹੀਂ। ਜਵਾਬ ਦੇ ਦਿਓ ਇਸ ਗੱਲ ਦਾ। ਰੋਜ਼ਾ ਧਰੋ, ਮਨਾਵੋ ਅੱਲਾ, ਸਵਾਦਤ ਜੀ ਸੰਘਾਰੇ। ਜੀਵ ਦੇ ਸਵਾਦ ਵਾਸਤੇ ਬੱਕਰਾ ਵੱਢਦੇ ਹੋ। ਭਗਤ ਨਾਮਦੇਵ ਜੀ ਕਹਿੰਦੇ ਮੁਸਲਮਾਨਾਂ ਨੂੰ
ਬੇਸ਼ੱਕ ਉਹਨਾਂ ਦਾ ਧਰਮ ਆ, ਤਾਂ ਵੀ ਭਗਤ ਨਾਮਦੇਵ ਜੀ ਦੇ ਕਿਆ ਕਹਿੰਦੇ 100% ਗਲਤ ਹੋ ਤੁਸੀਂ, ਓਏ ਤੁਸੀਂ ਬੱਕਰਾ ਵੱਢਦੇ ਆ ਜੀਵ ਦੇ ਸਵਾਦ ਵਾਸਤੇ। ਅੱਜ ਮੈਂ ਇਹਨਾਂ ਨਿਹੰਗਾਂ ਨੂੰ ਪੁੱਛਣਾ ਚਾਹੁੰਦਾ, ਉਹ ਤੁਸੀਂ ਕਿਹਨੂੰ ਮਨਾਉਣ ਵਾਸਤੇ ਬੱਕਰਾ ਵੱਢਦੇ? ਕਲਗੀਧਰ ਨੂੰ? ਕਲਗੀਧਰ ਨੂੰ ਮਨਾਉਣ ਵਾਸਤੇ ਬੱਕਰਾ ਵੱਢਦੇ ਕਿ ਅਕਾਲ ਪੁਰਖ ਨੂੰ ਮਨਾਉਣ ਵਾਸਤੇ ਬੱਕਰਾ ਵੱਢਦੇ ਆ? ਜੀਵ ਦੇ ਸਵਾਦ ਵਾਸਤੇ ਵੱਢਦੇ ਹੋ ਨਾ। ਕੁਰੀਤੀ ਨਹੀਂ, ਇਹ ਕਲੰਕਤ ਨਹੀਂ ਕਰਦੇ ਤੁਸੀਂ ਬਾਣੇ ਨੂੰ। ਮਨ ਕੀ ਮੱਤ ਮੋਹ ਸਗਲ ਤਿਆਗੀ, ਮਹਾਰਾਜ ਕਹਿੰਦੇ ਮਨ ਦੀ ਮੱਤ ਤੇ ਤਿਆਗਣੀ ਤੁਸੀਂ ਖਾਂਦੇ ਹੋਏ। ਫਿਰ ਤੁਸੀਂ ਪ੍ਰਮਾਣ ਕੀ ਦਿੰਦੇ? ਕਿਆ ਸਾਗ ਕਿਆ ਮਾਸ ਵਿਚਾਰਾ। ਫਿਰ ਤੁਸੀਂ ਇਹ ਪੜ੍ਹ ਕੇ ਸੁਣਾਉਂਦੇ ਆ ਵੀ ਕੀ ਸਾਗ ਆ, ਤੋਇਓ ਗੰਨਾ, ਤੋਇਓ ਪਾਣੀ, ਤੋਇਓ ਮਾਸ। ਮੈਨੂੰ ਪੰਕਤੀ ਵਿਸਰ ਗਈ ਆ, ਮਾਫੀ ਦੇ ਦੇਵੇ ਸੰਗਤ। ਆਉਂਦੀ ਆ ਬਾਣੀ ਦੇ ਵਿੱਚ ਮਾਸ ਦੀ, ਮਾਸ ਮਾਸ ਕਰ ਮੂਰਖ ਝਗੜੇ, ਇਹ ਵੀ ਆਉਂਦੀ ਆ ਪੰਕਤੀ ਬਾਣੀ ਦੇ ਵਿੱਚ। ਸੋ ਰਹੋ ਵਿਚਾਰ ਕਰੋ ਇਸ ਵਚਨ ਦੀ, ਸਾਰੇ ਜਾਣੇ ਸਾਰੀ ਸੰਗਤ ਵਿਚਾਰ ਕਰੋ। ਤੇ ਹੁਣ ਆਓ ਛਤਰੀ ਧਰਮ ਦੇ ਵਿਚਾਰ ਕਰੀਏ। ਸੰਗਤ ਜੀ, ਮਾਸ ਖਾਣ ਵਾਲੇ ਨੂੰ ਮਾਸਾਹਾਰੀ ਕਹਿੰਦੇ ਆ। ਸੁਣਿਓ ਧਿਆਨ ਦੇ ਨਾਲ, ਨੁਕਤਾ ਬੜਾ ਗੰਭੀਰ ਨੁਕਤਾ ਅੱਜ ਤੁਹਾਡੇ ਨਾਲ ਸਾਂਝਾ ਕਰਨ ਲੱਗਾ। ਇਹ ਨਹੀਂ ਕਿਸੇ ਵਿਦਵਾਨ ਨੇ ਅੱਜ ਤੱਕ ਤੁਹਾਡੇ ਨਾਲ ਕਰਨਾ ਨਾ ਕੀਤਾ, ਕਿਸੇ ਨੇ ਨਹੀਂ ਇਹ ਪੰਗੇ ਲੈਣੇ। ਮੈਂ ਤੁਹਾਨੂੰ ਇਹ ਵੀ ਗੱਲ ਦੱਸ ਦੇਵਾਂ, ਜੁਰਤ ਦੇ ਕੰਮ ਹੁੰਦੇ ਆ। ਮਾਸ ਖਾਣ ਵਾਲੇ ਨੂੰ ਮਾਸਾਹਾਰੀ ਕਹਿੰਦੇ ਨੇ, ਸ਼ਰਾਬ ਪੀਣ ਵਾਲੇ ਨੂੰ ਸ਼ਰਾਬੀ ਕਹਿੰਦੇ ਨੇ, ਜੂਆ ਖੇਲਣ ਵਾਲੇ ਨੂੰ ਜੁਆਰੀ ਕਹਿੰਦੇ ਨੇ। ਮਾਸ ਖਾਣ ਵਾਲੇ ਨੂੰ ਛਤਰੀ ਨਹੀਂ ਕਹਿੰਦੇ, ਛਤਰੀ ਨਹੀਂ ਤਾਂ ਹਰੇਕ ਕੋਈ ਛਤਰੀ ਹੋਵੇ ਮਾਸ ਖਾਣੇ ਵਾਲਾ। ਘਰਾਂ ਦੇ ਵਿੱਚ ਬੈਠੇ ਸਾਰੇ ਕਿਲੋ ਕਿਲੋ ਪਾਈਆ ਪਾਈਆ ਖਾਂਦੇ ਆ। ਫਿਰ ਤੇ ਈਸਾਈ ਵੀ ਛਤਰੀ ਆ, ਮੁਸਲਮਾਨ ਵੀ ਛਤਰੀ ਆ, ਹਿੰਦੂ ਵੀ ਛਤਰੀ ਆ, ਜਿਹੜੇ ਰੋਮ ਕਟਾਏ ਹੋਏ ਨੇ ਉਹ ਵੀ ਛਤਰੀ ਆ। ਜੇ ਮਾਸ ਖਾਣੇ ਵਾਲਾ ਹੀ ਛਤਰੀ ਆ, ਉਹ ਫਿਰ ਤਾਂ ਸਾਰੇ ਹੀ ਛਤਰੀ ਆ ਹੋਏ। ਮਾਸ ਖਾਣ ਵਾਲੇ ਨੂੰ ਛਤਰੀ ਨਹੀਂ ਕਹਿੰਦੇ, ਮਾਸਾਹਾਰੀ ਕਹਿੰਦੇ ਨੇ। ਮਾਸ ਖਾਣੇ ਵਾਲੇ ਨੂੰ ਮਾਸਾਹਾਰੀ ਕਿਹਾ ਜਾਂਦਾ। ਤੁਸੀਂ ਮਾਸਾਹਾਰੀ ਆ, ਤੁਸੀਂ ਛਤਰੀ ਨਹੀਂ ਆ। ਕਿਤੇ ਵੀ ਧਰਮ ਦੇ ਗ੍ਰੰਥਾਂ ਦੇ ਵਿੱਚ ਮਿਲਦੀ ਨਹੀਂ ਮਿਸਾਲ ਵੀ ਮਾਸ ਖਾਣ ਵਾਲੇ ਨੂੰ ਛਤਰੀ ਕਹਿੰਦੇ, ਉਹ ਛਤਰੀ ਮਾਸ ਖਾਣੇ ਵਾਲੇ ਨੂੰ ਛਤਰੀ। ਮਾਸ ਖਾਣੇ ਵਾਲਾ ਮਾਸਾਹਾਰੀ, ਸਾਰੀ ਦੁਨੀਆ ਹੀ ਮਾਸ ਖਾਂਦੀ ਆ, ਪਰ ਤੇ ਸਾਰੀ ਦੁਨੀਆ ਹੀ ਛਤਰੀ ਹੋ ਗਈ ਹੋਏ। ਬੱਕਰਾ ਵੱਢਣ ਵਾਲਾ, ਜੇ ਬੱਕਰਾ ਵੱਢਣ ਵਾਲਾ ਛਤਰੀ ਆ, ਉਹ ਫਿਰ ਤੇ ਦੁਨੀਆ ਦਾ ਹਰ ਕਸਾਈ ਛਤਰੀ ਆ ਹੋਏ। ਜਲ ਕੇ ਮੱਜਨ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ, ਤੈਸੇ ਜੈਸੇ ਮੇਂਢਕ ਤੈਸੇ ਓਏ ਨਰ, ਫਿਰ ਜੂਨੀ ਪਾਵੇ। ਭਗਤ ਕਬੀਰ ਜੀ ਕਹਿੰਦੇ, ਫਰੀਦ ਜੀ ਕਹਿੰਦੇ ਤੇ ਨਾਮਦੇਵ ਜੀ ਕਹਿੰਦੇ ਆ, ਜੇ ਕਹਿੰਦੇ ਪਾਣੀ ਦੇ ਵਿੱਚ ਨਹਾਉਣ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੋਵੇ, ਫਿਰ ਤਾਂ ਡੱਡੂਆਂ ਮੱਛੀਆਂ ਨੂੰ ਹੋ ਜਾਣੀ ਸੀ। ਬੁੱਲੇ ਸ਼ਾਹ ਨਹੀਂ ਵਿਕਿਆ। ਬੁੱਲੇ ਸ਼ਾਹ ਰੱਬ ਉਹਨਾਂ ਨੂੰ ਮਿਲਦਾ ਨੀਤਾਂ ਜਿਨ੍ਹਾਂ ਦੀਆਂ ਸੱਚੀਆਂ। ਜੇ ਰੱਬ ਮਿਲਦਾ ਨਹਾਤੇ ਧੋਤੇ, ਮਿਲਦਾ ਡੱਡੂਆਂ ਮੱਛੀਆਂ। ਬੁੱਲੇ ਸ਼ਾਹ ਰੱਬ ਉਹਨਾਂ ਨੂੰ ਮਿਲਦਾ ਨੀਤਾਂ ਜਿਨ੍ਹਾਂ ਦੀਆਂ ਸੱਚੀਆਂ। ਉਹ ਜੇ ਛਤਰੀ ਬੱਕਰਾ ਵੱਢਣ ਵਾਲਾ ਹੁੰਦਾ, ਫਿਰ ਤੇ ਦੁਨੀਆ ਦਾ ਹਰ ਕਸਾਈ ਛਤਰੀ ਆ। ਤੁਹਾਡੀ ਕੀਮਤ ਕੀ ਆ ਓਏ? ਮਾਸ ਖਾਣੇ ਵਾਲਾ ਹਰ ਕੋਈ ਛਤਰੀ ਆ, ਬੱਕਰਾ ਵੱਢਣੇ ਵਾਲਾ ਹਰ ਕੋਈ ਛਤਰੀ। ਤੁਹਾਡੀ ਕੀਮਤ ਕੀ ਆ ਓਏ? ਤੁਹਾਡਾ ਬਖਰੇਵਾ ਕੀ ਆ? ਜਬਲਾ ਖਾਲਸਾ ਰਹੇ ਨਿਆਰਾ, ਤਬਲਾ ਤੇਜ ਦਿਓ ਮੈਂ ਸਾਰਾ। ਤੁਹਾਡੇ 'ਚ ਬਖਰੇਵਾਪਨ ਕਿਹੜਾ? ਹਰੇਕ ਛਤਰੀ ਦੇ ਹੱਥ ਦੇ ਵਿੱਚ ਟੋਕਾ ਆ, ਹਰੇਕ ਬੱਕਰਾ ਵੱਢਣ ਵਾਲੇ ਕਸਾਈ ਦੇ ਹੱਥ ਵਿੱਚ ਟੋਕਾ। ਫਿਰ ਉਹਨੂੰ ਛਤਰੀ ਕਹਿਣਾ ਸ਼ੁਰੂ ਕਰੋ। ਇਸ ਗੱਲ ਦਾ ਜਵਾਬ ਦਿਓ। ਹੈ ਕੋਈ ਜਵਾਬ ਇਸ ਗੱਲ ਦਾ? ਮੇਰੇ ਦੁਆਲੇ ਤੇ ਡੰਡਾ ਚੱਕ ਕੇ ਤੁਸੀਂ ਸਾਰੇ ਹੋ ਜਾਂਦੇ ਆ। ਮੈਨੂੰ ਤਾਂ ਕਹਿੰਦੇ ਕੋਈ ਗੱਲ ਨਹੀਂ, 1 ਮਹੀਨੇ 'ਚ ਤੁਹਾਨੂੰ ਟੱਕਰ ਲਾਣਾ, ਤੇਰੇ ਸ਼ਗਨ ਪਾ ਦੇਣਾ। ਮੈਂ ਕਹਿੰਦਾ ਆ ਜਾਓ, ਜੇ ਪੇ ਦੇ ਪੋਤਿਆਂ ਮੈਂ ਵੀ ਕਿਤੇ ਲੱਗ ਜੂ ਪਤਾ। ਹੱਥਾਂ ਬਾਝ ਕਰਾ ਰਹੀਆਂ, ਬੈਰੀ ਨਹੀਂ ਹੁੰਦਾ ਮਿੱਤ। ਜਿਹਨੇ ਤੁਸੀਂ ਸਾਡੀ ਗਲਤ ਗਾਲੀ ਆ, ਬਾਣੇ ਨੂੰ ਜਿੰਨਾ ਤੁਸੀਂ ਕਲੰਕਿਤ ਕੀਤਾ, ਜੀਵ ਦੇ ਸਵਾਦਾਂ ਨੇ ਤੁਹਾਡਿਆਂ ਨੇ ਗਾਲ ਦਿੱਤੀ, ਗਲਤ ਪੰਥ ਨੂੰ ਕਲੰਕਿਤ ਕਰ ਦਿੱਤਾ। ਤਾਂ ਹੀ ਤੁਸੀਂ ਸਾਨੂੰ ਲਿਆ ਕੇ ਇੱਥੇ ਸੱਟਿਆ ਨਾ। ਅੱਜ ਇਹੀ ਕਾਰਨ ਆ ਤੁਸੀਂ ਗੁਰੂ ਘਰਾਂ ਤੋਂ ਦੂਰ ਆ। ਮੈਂ ਤਾਂ ਕਹਿੰਦਾ ਉਹ ਸ਼ੁਕਰ ਆ ਮਾਲਕ ਦਾ, ਇਹਨਾਂ ਨੂੰ ਅਕਾਲ ਤਖਤ ਤੋਂ ਕੱਢਿਆ। ਇਹਨਾਂ ਦੇ ਕੋਲ ਕਿਤੇ ਅਸਥਾਨ ਨਹੀਂ ਹੈਗੇ, ਨਹੀਂ ਤਾਂ ਇਹਨਾਂ ਨੇ ਉਹ ਵੀ ਕਲੰਕਿਤ ਕਰ ਦੇਣੇ ਸੀ ਬੱਕਰੇ ਵੱਢ ਵੱਢ ਕੇ ਇਹਨਾਂ ਚੌਰਿਆਂ ਨੇ। ਇੰਨੀ ਕੁ ਸਮਝ ਆ ਗਈ ਨਾ ਮੇਰੇ ਵੀਰੋ, ਦਲੀਲ ਦੇ ਨਾਲ ਗੱਲ ਕਰਦਾ ਮੈਂ। ਇਹ ਜੇ ਬੱਕਰਾ ਵੱਢਣੇ ਵਾਲਾ ਜਾਂ ਮਾਸ ਖਾਣ ਵਾਲਾ ਛਤਰੀ, ਫਿਰ ਤਾਂ ਦੁਨੀਆ ਦਾ ਹਰ ਕੋਈ ਆਦਮੀ ਛਤਰੀ ਆ। ਹੁਣ ਅੱਗੇ ਆਓ, ਫਿਰ ਛਤਰੀ ਕੌਣ ਆ? ਛਤਰੀ ਕਿਹਨੂੰ ਕਿਹਾ ਜਾਂਦਾ? ਛਤਰੀ ਕਿਹਨੂੰ ਕਹੀਏ? 24 ਘੰਟੇ ਸ਼ਸਤਰਧਾਰੀ ਆ ਕਸਾਈ। 24 ਘੰਟੇ ਟੋਕਾ ਉਹਦੇ ਹੱਥ 'ਚ ਰਹਿੰਦਾ, ਟਕ ਟਕ ਟੋਕੇ ਦੇ ਨਾਲ ਮਾਸ ਕੱਟਦਾ। ਸਵੇਰ ਤੋਂ ਸ਼ਾਮ ਤੱਕ ਟੋਕਾ ਉਹਦੇ ਹੱਥ 'ਚ ਹੁੰਦਾ। ਫਿਰ ਕਸਾਈ ਨੂੰ ਸ਼ਸਤਰਧਾਰੀ ਕਹਿਣਾ ਸ਼ੁਰੂ ਕਰੋ, ਛਤਰੀ ਕਹਿਣਾ ਸ਼ੁਰੂ ਕਰੋ ਕਸਾਈ ਨੂੰ। ਕਿਤੇ ਕੋਈ ਨਿਹੰਗ ਬੱਕਰਾ ਵੱਢਦਾ, ਸਾਡਾ ਤੇ ਛਤਰੀ ਧਰਮ ਆ ਜੀ। ਕਿਤੇ ਬੱਕਰੇ ਬਣਾ ਕੇ ਖਾਣ ਲੱਗੇ, ਸਾਡਾ ਤੇ ਛਤਰੀ ਧਰਮ ਆ ਜੀ। ਉਹ ਤੁਸੀਂ ਮਾਸਾਹਾਰੀ ਹੋ, ਛਤਰੀ ਨਹੀਂ ਹੋ, ਤੁਸੀਂ ਕਸਾਈ ਹੋ। ਮਾਸਾਹਾਰੀ ਕਹਿਣਾ ਸ਼ੁਰੂ ਕਰੋ ਕਿ ਤੁਸੀਂ ਮਾਸਾਹਾਰੀ ਆ, ਤੁਸੀਂ ਛਤਰੀ ਨਹੀਂ ਆ। ਆਓ
ਬੰਦੇ ਬਹਾਦਰ ਦੀ ਜਦੋਂ ਹੋਈ ਆ, ਜਿਹੜੇ ਵੀਰ ਸਾਰੇ ਸ਼ੁਰੂ ਤੋਂ ਸੁਣ ਕੇ ਉਹਨਾਂ ਨੂੰ ਪਤਾ ਲੱਗ ਜਾਣਾ। ਇੱਕ ਵਾਰੀ ਸਾਰੇ ਜਿਹੜੇ ਸ਼ੁਰੂ ਤੋਂ ਸੁਣ ਲਿਓ ਤੇ ਸ਼ੇਅਰ ਕਰ ਦਿਓ ਇੱਕ ਵਾਰੀ ਦੱਬ ਕੇ, ਕਿਉਂਕਿ ਰੋਜ਼-ਰੋਜ਼ ਨਹੀਂ ਜਵਾਬ ਦਿੱਤੇ ਜਾਣੇ। ਅੱਜ ਮੈਂ ਬੜੀ ਹਿੰਮਤ ਜੇ ਕੀਤੀ ਤੇ ਮੈਂ ਤੁਹਾਨੂੰ ਦੇ ਰਿਹਾ ਸਾਰੇ ਜਵਾਬ। ਤੇ ਜਦੋਂ ਬੰਦਾ ਬਹਾਦਰ ਅਲੱਗ ਹੋ ਗਿਆ, ਸੰਗਤ ਜੀ ਹੁਣ ਸੁਣਿਓ ਸਾਰੀ ਖੇਡ। ਤੇ ਉਸ ਵੇਲੇ ਜਦੋਂ 9 ਮਹੀਨੇ ਜਾਂ 6ਵੇਂ ਪਾਤਸ਼ਾਹ ਤੋਂ ਲੈ ਲਓ, ਕਿਉਂਕਿ ਇਹਨਾਂ ਨੇ ਮੈਨੂੰ ਸਾਰੇ ਪਾਸੇ ਘੇਰਨਾ, ਪਤਾ ਮੈਨੂੰ ਸਾਰਾ ਕੁਝ ਹੀ ਆ। ਤੁਹਾਡੇ ਨਾਲੋਂ ਵੱਧ ਮਹਾਰਾਜ ਦੀ ਕਿਰਪਾ ਬਖਸ਼ਿਸ਼ ਹੋਈ ਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ। ਚਾਹੇ ਇਹਨੂੰ ਜੋ ਮਰਜ਼ੀ ਸਮਝ ਲਓ। 6ਵੇਂ ਪਾਤਸ਼ਾਹ ਤੋਂ ਗਿਣੋ, 10ਵੇਂ ਪਾਤਸ਼ਾਹ ਤੋਂ ਨਹੀਂ ਲਵਾਂਗੇ। ਜਦੋਂ 6ਵੇਂ ਪਾਤਸ਼ਾਹ 5ਵੇਂ ਪਾਤਸ਼ਾਹ ਵੇਲੇ ਪਤਾ ਸਾਰੀ ਸੰਗਤ ਨੂੰ ਪਿਰਥੀਆ ਰਸਤ ਲੁੱਟ ਕੇ ਲੈ ਗਿਆ ਸੀ ਸਾਰੀ। ਲੰਗਰ ਦਾ ਹਾਲਤ ਬੜੀ ਮਸਤਾਨੀ ਸੀ ਲੰਗਰ ਦੀ। ਉਦੋਂ ਖੇਤੀ ਇੰਨੀ ਨਹੀਂ ਹੁੰਦੀ ਸੀ ਖੇਤਾਂ ਦੇ ਵਿੱਚ। ਅੱਜ ਤੇ ਸਾਡੇ ਕੋਲ ਟਰੈਕਟਰ ਆ, ਅਸੀਂ 100-100 ਕਿੱਲਾ ਵਾਹ ਲੈਂਦੇ ਹਾਂ ਤੇ ਖੇਤੀ ਪੈਦਾ ਕਰ ਲੈਂਦੇ ਹਾਂ। ਉਦੋਂ ਜਿਹੜੇ ਗਰੀਬ ਗੁਰਸਿੱਖ ਹੋਇਆ ਕਰਦੇ ਸਨ, ਕਿੱਲਾ ਕੇ ਅਸੀਂ ਖੇਤੀ ਦਾ ਬੀਜ ਹੁੰਦਾ ਸੀ। ਧਰਤੀ ਸਾਰੀ ਬੰਜਰ ਪਈ ਸੀ ਕਿਉਂਕਿ ਹੱਥਾਂ ਦੇ ਨਾਲ ਖੇਤੀ ਕੀਤੀ ਜਾਂਦੀ ਸੀ। ਮਹਾਰਾਜ ਨੇ ਦਸਵੰਧ ਦੀ ਪ੍ਰਪਾਟੀ ਚਲਾਈ ਹੋਈ ਸੀ, ਗੁਰੂ ਅਮਰਦਾਸ ਜੀ ਨੇ, ਗੁਰੂ ਨਾਨਕ ਦੇਵ ਜੀ ਨੇ, ਕਿ ਦਸਵੰਧ ਲੈ ਕੇ ਆਉਣਾ। ਜਿਹੜੇ ਘਰ ਦੇ ਵਿੱਚ 10 ਬੋਰੀਆਂ ਕਣਕ ਦੀਆਂ ਹੋਈਆਂ, ਉਹਦੇ ਵਿੱਚੋਂ 10ਵਾਂ ਹਿੱਸਾ ਹੀ ਦੇਣਾ ਆ। ਅਬਲਾ ਖੇਤ ਦੇ ਵਿੱਚੋਂ 10 ਬੋਰੀਆਂ ਵੀ ਹੁੰਦੀਆਂ ਨਹੀਂ ਸੀ ਉਸ ਜ਼ਮਾਨੇ ਦੇ ਵਿੱਚ, ਕਿਉਂਕਿ ਖੇਤੀ ਮੀਂਹ ਦੇ ਉੱਤੇ, ਮੌਸਮ ਦੇ ਉੱਤੇ ਨਿਰਭਰ ਸੀ। ਹੁਣ ਤਾਂ ਟਿਊਬਵੈੱਲ ਚਲਾ ਕੇ ਕਰ ਲੈਂਦੇ ਆ। ਜਿਹੜੇ ਖੇਤ ਦੇ ਵਿੱਚ ਸਿਰਫ ਇੱਕ ਬੋਰੀ ਕੁਆਂਟਲ ਹੋਈ ਆ, 100 ਕਿਲੋ ਜਿਹੜੇ ਖੇਤ ਦੇ ਵਿੱਚ ਕਣਕ ਹੋਈ ਆ, ਉਹ ਤੋਂ 10 ਕਿਲੋ ਲੈ ਕੇ ਗੁਰੂ ਨੂੰ ਭੇਟਾ ਕਰ ਦੇਣੀ ਹੈ। ਤੇ 10 ਕਿਲੋ ਦੇ ਨਾਲ ਲੰਗਰ ਨਹੀਂ ਚੱਲਦਾ। ਭਾਵੇਂ 1000 ਬੰਦਾ ਵੀ ਲੈ ਕੇ ਭੇਟਾ ਕਰ ਦੇਵੇ, ਲੰਗਰ ਨਹੀਂ ਚੱਲਦਾ। ਲੰਗਰ ਮਸਤਾਨਾ ਰਹਿੰਦਾ ਸੀ। ਸੰਗਤ ਬਹੁਤ ਦੂਰੋਂ ਦੂਰੋਂ ਆਉਂਦੀ ਸੀ। ਪਾਤਸ਼ਾਹ ਜੀ ਦੀ ਕਿਰਪਾ ਹੋਈ, ਬਖਸ਼ਿਸ਼ ਹੋਈ, ਮਾਹੌਲ ਬਦਲਿਆ। 5ਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ, 6ਵੇਂ ਪਾਤਸ਼ਾਹ ਸ਼ਸਤਰ ਧਾਰੀ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੈਨਾ ਭਰਤੀ ਕਰ ਲਈ। ਸੈਨਾ ਭਰਤੀ ਵੀ ਨਹੀਂ ਕੀਤੀ, ਮੁਗਲ ਤੇ ਵੈਸੇ ਭਰਤੀ ਸਨ ਮਹਾਰਾਜ ਦੇ ਕੋਲ। ਮਹਾਰਾਜ ਉਹਨਾਂ ਨੂੰ ਯਥਾ ਸ਼ਕਤ ਥੋੜੀ ਬਹੁਤ ਮਾਇਆ ਵੀ ਦਿੰਦੇ ਸਨ, ਉਹਨਾਂ ਦੇ ਗੁਜ਼ਾਰੇ ਜੋਗੀ। ਪਰ ਦੂਰੋਂ ਨੇੜਿਓਂ ਮੇਰੇ ਵਰਗੇ ਗੁਰਸਿੱਖ ਜਿਨ੍ਹਾਂ ਨੂੰ ਧਰਮ ਯੁੱਧ ਦਾ ਚਾਅ ਸੀ, ਉਹ ਆ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਰਲਣ ਲੱਗ ਪਏ, ਆ ਕੇ ਜੁੜਨ ਲੱਗ ਪਏ, ਸ਼ਸਤਰਧਾਰੀ ਹੋਣ ਲੱਗ ਪਏ। ਬਾਹਰੋਂ ਵੀ ਸੰਗਤ ਆਉਂਦੀ ਆ, ਨਾਲ ਸਿੰਘ ਵੀ ਆ ਕੇ ਵੱਡੀ ਤਾਦਾਦ ਦੇ ਵਿੱਚ ਜੁੜਨ ਲੱਗ ਪਏ। ਤੇ ਸੁਭਾਵਿਕ ਆ ਕਿ ਖਾਣੇ ਦੇ ਵਿੱਚ ਕਮੀ ਆਉਣ ਲੱਗ ਪਈ। 6ਵੇਂ ਪਾਤਸ਼ਾਹ ਨੇ ਇਹ ਬੋਲਾ ਹਰਗੋਬਿੰਦ ਕਾ ਸੁਣੋ ਖਾਲਸਾ ਵੀਰ, ਫਤਿਹ ਪਾਓ ਮੈਦਾਨ में पकड़ हाथ शमशीर। ਮਹਾਰਾਜ ਨੇ ਇਸ ਪ੍ਰਕਾਰ ਨਾਲ ਖਾਲਸੇ ਨੂੰ ਤਾਕੀਦ ਕਰ ਦਿੱਤੀ, ਭਵਿੱਖ ਦੇਖ ਕੇ, ਆਉਣ ਵਾਲਾ ਸਮਾਂ ਦੇਖ ਕੇ, ਕਿ ਆਉਣ ਵਾਲੇ ਸਮੇਂ ਦੇ ਵਿੱਚ ਜੰਗ ਯੁੱਧ ਹੋਣਗੇ, ਜੰਗਲਾਂ ਦੇ ਵਿੱਚ ਰਹਿਣਾ ਪਵੇਗਾ, ਬੇਲਿਆਂ ਦੇ ਵਿੱਚ ਰਹਿਣਾ ਪਵੇਗਾ। ਤੇ ਮਗਰ ਖਾਣਾ ਕੌਣ ਪਚਾਵੇਗਾ, ਆਟਾ ਕੌਣ ਲੈ ਕੇ ਆਊਗਾ ਬਈ? ਉੱਥੇ ਕਿਹੜਾ ਭੂਆ ਬੈਠੀ ਆ ਜਿਹਨੇ ਚੱਕੀ ਪੀ ਕੇ ਕਣਕ ਪੀ ਕੇ ਪਿੱਛੇ ਭੇਜੀ ਜਾਣਾ ਸੀ ਨਿਹੰਗ ਸਿੰਘਾਂ ਨੂੰ ਘੋੜਿਆਂ ਦੇ ਉੱਤੇ ਵੀ ਆ ਲਓ ਛਕ ਲਓ। ਮੈਂ ਉਹਨਾਂ ਨਿਹੰਗ ਸਿੰਘਾਂ ਦੀ ਗੱਲ ਕਰਦਾ, ਇਹਨਾਂ ਚੌਰਿਆਂ ਦੀ ਨਹੀਂ। ਇੰਨੀ ਗੱਲ ਚੇਤੇ ਰੱਖਿਓ, ਜਿਹੜੇ ਹੁਣ ਵੱਢ ਕੇ ਖਾਂਦੇ ਜੀਭ ਦੇ ਸਵਾਦੀ, ਇਹਨਾਂ ਦੀ ਨਹੀਂ ਗੱਲ ਕਰਦਾ ਪਾਪੀਆਂ ਦੀ। ਮੈਂ ਉਸ ਮੌਕੇ ਦੀ ਗੱਲ ਕਰਦਾ, ਉਹਨਾਂ ਨਿਹੰਗ ਸਿੰਘਾਂ ਦੀ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ। ਉਸ ਵਕਤ ਜਦੋਂ ਅੰਨ ਧਨ ਦੀ ਕਮੀ ਪੈਦਾ ਹੋਣ ਲੱਗ ਪਈ ਗੁਰੂ ਘਰ ਦੇ ਵਿੱਚ, ਤੇ ਫਿਰ 5ਵੇਂ ਪਾਤਸ਼ਾਹ 6ਵੇਂ ਪਾਤਸ਼ਾਹ ਨੇ ਕਿਹਾ, ਕਹਿੰਦੇ ਜਾਓ ਸ਼ਿਕਾਰ ਖੇਲ ਲਿਆ ਕਰੋ, ਸ਼ਿਕਾਰ ਚੜਿਆ ਕਰੋ, ਚੱਲ ਨਾਲੇ ਸ਼ਸਤਰ ਵਿਦਿਆ ਦਾ ਅਭਿਆਸ ਹੋ ਜਾਂਦਾ, ਸ਼ਿਕਾਰ ਚੜਿਆ ਕਰੋ। ਤੇ ਮਹਾਰਾਜ ਨੇ ਤਾਕੀਦ ਕਰ ਦਿੱਤੀ ਵੀ ਸ਼ਿਕਾਰ ਖੇਲ ਕੇ ਆਉਣਾ, ਸ਼ਸਤਰਧਾਰੀ ਦਾ ਕਰਮ ਹੈ, ਫਰਜ਼ ਹੈ ਸ਼ਿਕਾਰ ਖੇਲਣਾ। ਇਹਨਾਂ ਦੁਸ਼ਟਾਂ ਵਾਂਗ ਨਹੀਂ ਬੱਕਰੇ ਦੀਆਂ ਪਿੱਛੋਂ ਲੱਤਾਂ ਫੜ ਲੈਣੀਆਂ। ਕਿਹੜੀ ਹੋਵੇ ਫਟੇ ਮੂੰਹ ਤੁਹਾਡੇ। ਜੇ ਆਪਣੇ ਪਿਓ ਦੇ ਪੁੱਤਰ ਆ ਉਹਨੂੰ ਛੱਡੋ, ਘੋੜੇ ਦੇ ਉੱਤੇ ਚੜ ਕੇ ਫਿਰ ਜਾ ਕੇ ਸਿਰ ਵੱਢ ਕੇ ਦਿਖਾ ਲਓ ਸ਼ਸਤਰ ਵਿਦਿਆ ਦੇ ਨਾਲ। ਮੰਨਦੇ ਫਿਰ ਤੁਹਾਨੂੰ ਵੀ ਤੁਹਾਡੇ 'ਚ ਕੋਈ ਕਰਤੱਵ ਆ, ਤੁਹਾਡੇ ਵਿੱਚ ਕੋਈ। ਪਿੱਛੋਂ 2 ਦੀਆਂ ਲੱਤਾਂ ਫੜ ਲੈਂਦੇ, ਉਹਨੂੰ ਬੇਬਸ ਕਰਦੇ ਹੋਏ, ਮਜਲੂਮ ਨੂੰ, ਬੇਜ਼ਬਾਨ ਨੂੰ। ਉਹ ਕਿਹੜਾ ਕਰਤੱਵ ਆ ਖਾਲਸੇ ਦਾ? ਹੋਏ ਜੀਭ ਦੇ ਭੁੱਖਿਓ, ਮਾਸ ਖਾਣ ਦਿਓ ਭੁੱਖਿਓ। ਅੱਜ ਤੱਕ ਮੈਨੂੰ ਦੁੱਖ ਲੱਗਦਾ ਸੀ ਜਦੋਂ ਇਹਨਾਂ ਲੋਕਾਂ ਨੂੰ ਕੋਈ ਕਹਿੰਦਾ ਸੀ, ਅੱਜ ਮੇਰਾ ਦਿਲ ਕਰਦਾ ਮੇਰੇ ਹੱਥ 'ਚ ਡਾਂਗ ਫੜਾਓ, ਫਿਰ ਵੇਖੋ ਇਹਨਾਂ ਦੀਆਂ ਕਰਤੂਤਾਂ। ਤੇ ਮੈਂ ਸੰਗਤ ਨੂੰ ਵੀ ਬੇਨਤੀ ਕਰਦਾ, ਸੰਗਤ ਜੀ ਤੁਹਾਡਾ ਫਰਜ਼ ਬਣਦਾ ਇਹ, ਅਸੀਂ ਤੁਹਾਡੇ ਨਾਲ ਹੈ। ਪਿੰਡਾਂ 'ਚ ਰੋਕ ਕੇ ਪੁੱਛੋ ਇਹਨਾਂ ਨੂੰ, ਚੌਰਿਆਂ ਨੂੰ, ਵੀ ਤੁਸੀਂ ਕਿਉਂ ਗੰਦਗੀ ਪਾਉਂਦੇ ਆ, ਕਿਉਂ ਕਲਗੀਧਰ ਦੇ ਪੰਥ ਨੂੰ ਤੁਸੀਂ ਕਲੰਕਿਤ ਕਰਦੇ ਹੋਏ। ਉਸ ਵਕਤ ਪਾਤਸ਼ਾਹ ਜੀ ਕਹਿਣ ਲੱਗੇ ਸ਼ਿਕਾਰ ਚੜਿਆ ਕਰੋ। ਖਾਲਸਾ ਜੀ ਕੋਈ ਗੱਲ ਨਹੀਂ। ਉਸ ਵਕਤ ਸ਼ਿਕਾਰ ਖੇਲਣ ਲੱਗ ਪਏ। ਤੇ ਮੁੜ ਕੇ ਆਇਆ ਸਮਾਂ 10ਵੇਂ ਪਾਤਸ਼ਾਹ ਜੀ ਦਾ। ਸਿੰਘ ਵੀ ਪਤਾ ਕਿੱਦਾਂ ਦੇ ਸੀ, ਬਾਬਾ ਬਿਧੀ ਚੰਦ ਵਰਗੇ। ਇਸ ਗੱਲ ਦਾ ਨੌਲੇਜ ਹੈ। ਆਪਣੇ ਆਪ ਨੂੰ ਤੋਲੀ ਜਾਂਦੇ ਬੱਕਰੇ ਖਾਣ ਵਾਲੇ, ਉਹਨਾਂ ਦੇ ਨਾਲ ਤੁਸੀਂ ਪਤਾ ਭਾਈ ਤਾਰੂ ਸਿੰਘ ਜੀ ਕਿੱਦਾਂ ਦੇ ਸੀ, ਜਿਹੜੀ ਉਹਨਾਂ ਦੀ ਸਾਖੀ ਪੜ੍ਹ ਕੇ ਸੁਣਾਉਂਦੇ ਆ। ਭਾਈ ਤਾਰੂ ਸਿੰਘ ਜੀ ਨੇ ਚਟੰਗਾ ਝਟਕਿਆ ਸੀ, ਸਾਨੂੰ ਪਤਾ ਝਟਕਿਆ ਸੀ। ਤੁਸੀਂ ਕਿਤੇ ਜ਼ਿਆਦਾ ਨਹੀਂ ਗਿਆਨੀ ਹੈਗੇ, ਅਸੀਂ ਪੜ੍ਹਿਓ ਇਤਿਹਾਸ, ਉਹਨਾਂ ਦੇ ਝਟਕੇ ਸੀ। ਤੁਹਾਡੀਆਂ ਵੀ ਕਰਤੂਤਾਂ ਦੇਖਦੇ ਆ, ਤੁਸੀਂ ਕਿੰਨੇ ਕੁ ਪਾਣੀ 'ਚ ਹੋਏ। ਇੱਥੇ ਫੇਸਬੁੱਕ ਤੇ ਕਮੈਂਟਾਂ 'ਚ ਆ ਕੇ ਮੈਨੂੰ ਗਾਲਾਂ ਕੱਢਦੇ ਹੁੰਦੇ, ਕਿਤੇ ਮੇਰੇ ਮੂੰਹ ਤੇ ਮੇਰੇ ਮੱਥੇ ਆ ਕੇ ਲੱਗਿਓ, ਤੁਹਾਨੂੰ ਮੈਂ ਫਿਰ ਦੱਸਾਂਗਾ।
ਉਸ ਵਕਤ 10ਵੇਂ ਪਾਤਸ਼ਾਹ ਦੇ ਵੇਲੇ ਜਦੋਂ 9 ਮਹੀਨੇ ਦਾ ਘੇਰਾ ਪਿਆ ਅਨੰਦਪੁਰ ਸਾਹਿਬ ਦੀ ਗੜੀ ਨੂੰ, ਉਸ ਵੇਲੇ ਨਿਹੰਗ ਸਿੰਘ ਤਿਆਰ ਪਰ ਤਿਆਰ ਹੋ ਕੇ ਭੁੱਖ ਦੇ ਨਾਲ ਜੂਝਦੇ ਹੋਏ ਸਤਿਗੁਰੂ ਪਾਤਸ਼ਾਹ ਤੋਂ ਆਗਿਆ ਲੈਣ ਲੱਗੇ, ਮਹਾਰਾਜ ਸ਼ਿਕਾਰ ਖੇਲ ਲਿਆ ਕਰੀਏ। ਸਤਿਗੁਰੂ ਪਾਤਸ਼ਾਹ ਕਹਿੰਦੇ ਜਾਓ ਖੇਲ ਲਿਆ ਕਰੋ ਸ਼ਿਕਾਰ। ਉਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 16 ਦੇ ਕਰੀਬ, ਜਿਨ੍ਹਾਂ ਦੇ ਵਿੱਚੋਂ 12 ਵੱਡੀਆਂ ਜੰਗਾਂ ਤੇ 16 ਛੋਟੀਆਂ ਜੰਗਾਂ ਲੜੀਆਂ। ਉਹ ਤੁਸੀਂ ਕਿਹੜੀਆਂ ਜੰਗਾਂ ਲੜਦੇ ਹੋ ਬੱਕਰੇ ਖਾਣ ਵਾਲਿਓ? ਕਿਹੜਾ ਤੁਸੀਂ ਸੋਧਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਾ? ਕਿੰਨੀਆਂ ਕੌਮ ਦੇ ਉੱਤੇ ਭੀੜਾਂ ਪਈਆਂ, ਕਿੱਥੇ ਤੁਸੀਂ ਗੱਜੇ ਆ ਕੇ ਦੱਸ ਦਿਓ। ਅੱਗੇ ਤਾਂ ਮੈਨੂੰ ਵੀ ਗੁੱਸਾ ਲੱਗਦਾ ਸੀ, ਇਹਨਾਂ ਨੂੰ ਕਹੋ ਨਾ ਕੁਛ ਵੀ, ਇਹ ਘੋੜਿਆਂ ਨੂੰ ਪੱਠੇ ਪਾਉਂਦੇ। ਅੱਜ ਨਹੀਂ ਮੈਨੂੰ ਲੱਗਦਾ, ਮੈਂ ਕਹਿੰਦਾ ਇਹਨਾਂ ਦੇ ਕੋਲੋਂ ਘੋੜੇ ਵੀ ਖੋਲੋ, ਕਲੰਕਿਤ ਕੀਤੇ ਇਹਨਾਂ ਦੇ ਘੋੜੇ ਵੀ, ਘੋੜਿਆਂ ਨੂੰ ਵੀ ਇਹ ਵਿਗਾੜਦੇ, ਉਹਨਾਂ ਨੂੰ ਵੀ ਮਾਸ ਪਾਉਂਦੇ ਖਾਣ ਨੂੰ। ਉਸ ਵਕਤ 9 ਮਹੀਨੇ ਦਾ ਘੇਰਾ ਪਿਆ। ਮਹਾਰਾਜ ਨੇ ਫਿਰ ਕਿਹਾ ਸ਼ਿਕਾਰ ਨੂੰ ਚੜੋ ਸਿੰਘੋ, ਖਾਣ ਨੂੰ ਕੁਛ ਨਹੀਂ ਹੈ। ਛਤਰੀ ਦਾ ਧਰਮ ਇੱਥੇ ਆ ਕੇ ਪਤਾ ਲੱਗਦਾ। ਇਸ ਚਮਕ ਅਨੰਦਪੁਰ ਸਾਹਿਬ ਦੀ ਗੜੀ ਦੇ ਵਿੱਚ ਆ ਕੇ ਪਤਾ ਲੱਗਾ ਛਤਰੀ ਦਾ ਧਰਮ ਕਿਹਨੂੰ ਕਹਿੰਦੇ ਆ। ਛਤਰੀ ਦਾ ਧਰਮ ਇਹ ਆ, ਸ਼ਾਸਤਰ ਧਾਰੀ ਹੋ ਕੇ ਰਹਿਣਾ ਤੇ ਖੁਦ ਨੂੰ ਜਿੰਦਾ ਰੱਖਣ ਵਾਸਤੇ, ਜ਼ਾਲਮ ਦਾ ਸਿਰ ਵੱਢਣ ਵਾਸਤੇ, ਖੁਦ ਨੂੰ ਜਿਉਂਦਾ ਰੱਖਣ ਵਾਸਤੇ। ਇਹ ਇਤਿਹਾਸ ਕਹਿੰਦਾ ਖੁਦ ਨੂੰ ਜਿਉਂਦਾ ਰੱਖਣ ਵਾਸਤੇ, ਜ਼ਾਲਮ ਦਾ ਸਿਰ ਵੱਢਣ ਵਾਸਤੇ, ਦੁਸ਼ਟ ਨੂੰ ਚਾਟਾ ਛਕਾਉਣ ਵਾਸਤੇ, ਕਿਸੇ ਵੀ ਤਰੀਕੇ ਦੇ ਨਾਲ ਖੁਦ ਨੂੰ ਜਿਉਂਦਾ ਰੱਖਣਾ, ਉਹਨੂੰ ਕਹਿੰਦੇ ਛਤਰੀ। ਛਤਰੀ ਦਾ ਫਰਜ਼ ਕੀ ਆ? ਖੁਦ ਨੂੰ ਜਿਉਂਦਾ ਰੱਖਣਾ, ਜ਼ਾਲਮ ਦਾ ਸਿਰ ਵੱਢਣਾ, ਜ਼ੁਲਮ ਦੇ ਹੋ ਕੇ ਅੱਗੇ ਹੋ ਕੇ ਲੜਨਾ, ਜ਼ੁਲਮ ਦੇ ਜਾ ਕੇ ਖੜ ਜਾਣਾ ਮੋਹਰੇ, ਦੁਸ਼ਟ ਦੇ ਮੋਹਰੇ ਜਾ ਕੇ ਤਲਵਾਰ ਕੱਢ ਕੇ, ਉਹਨੂੰ ਕਹਿੰਦੇ ਛਤਰੀ। ਤੁਹਾਡੇ ਵਾਂਗ ਨਹੀਂ ਬੱਕਰਾ ਖਾ ਕੇ ਲੁਕ ਜਾਣਾ, ਜਿੱਥੇ ਕਿਤੇ ਲੜਨਾ ਪੈ ਜਾਵੇ ਉੱਥੇ ਤੁਹਾਡਾ ਸਾਹ ਸੁੱਕ ਜਾਂਦਾ, ਤੁਹਾਡਾ ਚੋਰਿਆਂ ਦਾ ਭੱਜ ਉੱਠਦੇ, ਤੁਸੀਂ ਨੱਠ ਜਾਂਦੇ ਉੱਥੋਂ। ਤੁਸੀਂ ਐਡੇ ਤੁਸੀਂ ਡਰਪੋਕ ਗਿੱਦੜੇ ਆ ਤੁਸੀਂ, ਤਾਂ ਹੀ ਤੁਸੀਂ ਲੱਤਾਂ ਫੜ ਫੜ ਕੇ ਵੱਢਦੇ ਆ ਚਟੰਗਿਆਂ ਨੂੰ। ਗਿੱਦੜਾਂ ਦੇ ਕਰਮ ਹੁੰਦੇ ਆ, ਸ਼ੇਰਾਂ ਦੇ ਕਰਮ ਨਹੀਂ ਹੁੰਦੇ। ਸ਼ੇਰ ਭਜਾ ਕੇ ਜੰਗਲ ਦੇ ਵਿੱਚ ਫੜਦਾ ਸ਼ਿਕਾਰ ਨੂੰ, ਇਦਾਂ ਨਹੀਂ ਜਿੱਦਾਂ ਤੁਹਾਡੇ ਚੋਰਿਆਂ ਦੇ ਤੁਹਾਡੇ ਕੰਮ ਆ। ਕਿਉਂਕਿ ਅਨੰਦਪੁਰ ਸਾਹਿਬ ਦੀ ਗੜੀ ਤੋਂ ਬਾਅਦ ਖਾਲਸੇ ਪੰਥ ਦੇ ਉੱਤੇ ਐਸਾ ਭਿਆਨਕ ਸਮਾਂ ਆ ਗਿਆ, ਜੰਗਲਾਂ ਦੇ ਵਿੱਚ ਸਮਾਂ ਕੱਟਣਾ ਪਿਆ। ਜੰਗਲਾਂ ਦੇ ਵਿੱਚ ਕਾਹਨੂੰਵਾਨ ਛੰਭ ਦੇ ਉੱਤੇ 9 ਮਹੀਨੇ ਘੇਰਾ ਪਿਆ ਰਿਹਾ। ਕਾਹਨੂੰਵਾਨ ਛੰਭ ਇੱਧਰ ਪੈਂਦਾ ਗੁਰਦਾਸਪੁਰ ਵੱਲ, ਸਾਰੀ ਸੰਗਤ ਨੂੰ ਪਤਾ। ਪੰਜਾਬ ਸਰਕਾਰ ਨੇ ਯਾਦਗਾਰ ਵੀ ਬਣਾਈ ਕਾਹਨੂੰਵਾਨ ਛੰਭ ਦੀ। ਹੁਣ ਜੰਗਲ ਦੇ ਵਿੱਚ ਸੰਗਤ ਜੀ ਘੇਰਾ ਪੈ ਗਿਆ, 15,000 ਨਿਹੰਗ ਸਿੰਘ ਅੰਦਰ ਆ। ਮੈਂ ਉਹਨਾਂ ਦੀ ਗੱਲ ਕਰਦਾ, ਇਹਨਾਂ ਚੌਰਿਆਂ ਦੀ ਨਹੀਂ। 15,000 ਨਿਹੰਗ ਸਿੰਘ ਜੰਗਲ ਦੇ ਵਿੱਚ ਕੈਦ ਹੋ ਗਿਆ। ਮੁਗਲਾਂ ਨੇ ਘੇਰਾ ਪਾ ਲਿਆ। ਜਾਂ ਤੇ ਨਿਹੰਗ ਸਿੰਘ ਤੜਫ ਕੇ ਭੁੱਖ ਦੇ ਨਾਲ ਉਸ ਜੰਗਲ ਦੇ ਵਿੱਚ ਮਰ ਜਾਂਦੇ, ਜਾਂ ਫਿਰ ਸ਼ਿਕਾਰ ਖੇਡ ਕੇ ਖੁਦ ਨੂੰ ਜਿਉਂਦਾ ਰੱਖਦੇ ਤੇ ਤਲਵਾਰ ਵਾਹੁੰਦੇ, ਉਹਨਾਂ ਮੁਗਲਾਂ ਦੇ ਨਾਲ ਜੰਗ ਲੜਦੇ, ਤਲਵਾਰ ਵਾਹੁੰਦੇ। ਇਹ ਛਤਰੀ ਦਾ ਕਰਮ ਹੋ ਗਿਆ ਨਾ। ਫਿਰ ਛਤਰੀ ਦਾ ਧਰਮ ਕੀ? ਖੁਦ ਨੂੰ ਜਿਉਂਦਾ ਰੱਖਣਾ ਤੇ ਤਲਵਾਰ ਚਲਾਣੀ। ਛਤਰੀ ਦਾ ਕਰਮ ਨਹੀਂ ਮਾਸ ਖਾਣਾ। ਹਾਲਾਤ ਦੇ ਮੁਤਲਕ ਸਿਰਫ ਹਾਲਾਤ, ਅੱਜ ਦੇ ਹਾਲਾਤ ਦੇ ਵਿੱਚ ਪਿੰਡਾਂ ਦੇ ਵਿੱਚ ਤੁਹਾਨੂੰ ਸੰਗਤ ਬੋਰੀਆਂ ਦੀਆਂ ਬੋਰੀਆਂ ਕਣਕਾਂ ਦੀਆਂ ਦਿੰਦੀ ਆ, ਪੀਪਿਆਂ ਦੇ ਪੀਪੇ ਦੇਸੀ ਘੇ ਦੇ ਦਿੰਦੇ ਆ, ਬਾਲਟਿਆਂ ਦੇ ਬਾਲਟੇ ਦੁੱਧ ਦੇ ਦਿੰਦੇ। ਮੈਂ ਵੀ ਦਲ ਦੇ ਵਿੱਚ ਮੈਂ ਵਿਚਰਦਾ ਰਿਹਾ, ਦਲ ਫੇਰਿਆ ਮੈਂ। 1997 ਤੋਂ ਲੈ ਕੇ 2002 ਤੱਕ ਦਲ ਫੇਰਿਆ, ਬੁੱਢੇ ਦਲ ਦਾ, ਦੁਆਬੇ ਦੀ ਮਿਸਲ ਦਾ। ਦਮਦਮਾ ਸਾਹਿਬ ਜਾਂਦੇ ਰਹੇ ਆ, ਮਾਲਵੇ ਵਿੱਚ ਘੁੰਮਦੇ ਰਹੇ ਆ, ਮਾਝੇ ਦੇ ਵਿੱਚ ਘੁੰਮਦੇ ਰਹੇ ਆ, ਦੁਆਬੇ ਦੇ ਵਿੱਚ ਘੁੰਮਦੇ ਰਹੇ ਆ। ਵੇਖੀ ਦਾ ਸੀ ਕਿਵੇਂ ਸੰਗਤ ਸਤਿਕਾਰ ਕਰਦੀ ਆ। ਜਦੋਂ ਜਿਸ ਵੀ ਪਿੰਡ ਨਗਰ ਦੇ ਵਿੱਚ ਜਾ ਕੇ ਪੜਾਅ ਲਾਈਦਾ ਸੀ, ਸੰਗਤ ਗੁੜ ਦੀਆਂ ਬੋਰੀਆਂ, ਅੰਨ ਦੀਆਂ ਬੋਰੀਆਂ, ਰਾਛਣ ਦੀਆਂ ਬੋਰੀਆਂ, ਦਾਲਾਂ ਦੀਆਂ ਬੋਰੀਆਂ, ਸਾਬਣ, ਕੱਪੜਾ, ਗੱਡੀਆਂ ਦੇ ਤੇਲ, ਘੋੜਿਆਂ ਵਾਸਤੇ ਆਟਾ, ਦਾਣਾ, ਨਿਹੰਗ ਸਿੰਘਾਂ ਵਾਸਤੇ ਚੱਪਲਾਂ ਜੁੱਤੀਆਂ ਤੱਕ ਹਾਜ਼ਰ ਕਰਦੀ ਆ। ਤੇ ਫਿਰ ਇੰਨਾ ਕੁਛ ਉਸ ਪਿੰਡ ਦਾ ਖਾ ਕੇ ਤੇ ਫਿਰ ਉਸ ਪਿੰਡ ਦਾ ਚੱਕ ਕੇ ਬੱਕਰਾ ਵੱਢੀਏ, ਫਿਟੇ ਮੂੰਹ ਸਾਡੇ ਔਰ ਹਰਦੂ ਲਾਣਤ ਸਾਡੇ ਉੱਤੇ। ਕੀ ਸਾਨੂੰ ਗੁਰੂ ਗੋਬਿੰਦ ਸਿੰਘ ਦੇ ਨਿਹੰਗ ਸਿੰਘ ਸ਼ਾਸਤਰਧਾਰੀ ਕਹਾਉਣ ਦਾ ਹੱਕ ਹੈ? ਇਸ ਗੱਲ ਦਾ ਜਵਾਬ ਦਿਓ। ਉਹ ਸਮਾਂ ਸੀ 9 ਮਹੀਨੇ ਘੇਰਾ ਪਿਆ ਹੋਇਆ ਸੀ ਨਿਹੰਗ ਸਿੰਘਾਂ ਨੂੰ, ਮੁਗਲ ਪਿੱਛਾ ਕਰਦੇ ਸੀ। ਨਿਹੰਗ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ 80-80 ਪੈਸਾ, 80-80 ਟਕਾ ਨਿਹੰਗ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ। ਬਾਅਦ ਚ ਬੁਰੇ ਹਾਲਾਤਾਂ ਤੋਂ ਪੱਤਾ ਸਿੰਘਾਂ ਦਾ ਬੈਰੀ ਕਿਸੇ ਨੇ ਕਵਿਤਾ ਵੀ ਲਿਖੀ ਏ, ਇੱਥੋਂ ਸੇਧ ਲੈ ਲਓ। ਪੰਥ ਪ੍ਰਕਾਸ਼ ਦਾ ਪ੍ਰਮਾਣ ਹਜੇ ਮੈਂ ਦੇਣਾ ਤੁਹਾਨੂੰ। ਉਸ ਵਕਤ ਦੇ ਵਿੱਚ ਕਿਉਂਕਿ ਸੌਖਾ ਹੀ ਇਹ ਸੀ, 9 ਮਹੀਨੇ ਘੇਰਾ ਪੈ ਗਿਆ ਜੰਗਲ ਦੇ ਵਿੱਚ, ਖਾਣਾ ਕੀ ਆ ਜੀ? ਕਿਸੇ ਨੇ ਉੱਥੇ ਬੋਰੀਆਂ ਭੇਜਣੀਆਂ ਸੀ ਆਟੇ ਦੀਆਂ, ਖੇਤੀ ਤੇ ਹੁੰਦੀ ਨਹੀਂ ਸੀ ਕਿਸੇ ਦੇ ਕੋਲ ਵੀ।
ਜਾਂ ਤੇ ਨਿਹੰਗ ਸਿੰਘ ਖੇਤੀ ਕਰਦੇ, ਖੇਤੀ ਕਰਕੇ ਦਾਣਾ ਫੱਕਾ ਇਕੱਠਾ ਕਰਦੇ ਤੇ ਫਿਰ ਪ੍ਰਸ਼ਾਦਾ ਬਣਾ ਕੇ ਛਕਦੇ। ਮੁਗਲ ਤੇ ਨਿਹੰਗ ਸਿੰਘਾਂ ਨੂੰ ਪਿੰਡਾਂ ਦੇ ਵਿੱਚ ਘੁੰਮਣੇ ਹੀ ਨਹੀਂ ਸੀ ਦਿੰਦੇ। ਹਰੇਕ ਥਾਂ ਇਹ ਆਰਡਰ ਸੀ, ਜਿੱਥੇ ਵੀ ਨਿਹੰਗ ਸਿੰਘ ਦੀਦਾ ਦਾ ਸਿਰ ਵੱਢ ਲਓ ਤੇ 80 ਟਕੇ ਨਿਹੰਗ ਸਿੰਘ ਦੇ ਸਿਰ ਦਾ ਮੁੱਲ ਪੈਂਦਾ ਸੀ। ਉਹਨਾਂ ਹਾਲਾਤਾਂ ਦੇ ਵਿੱਚ 100 ਸਾਲ, 5-10 ਸਾਲ ਦੀ ਗੱਲ ਨਹੀਂ ਕਰਦਾ, 50 60 ਸਾਲ ਇਤਿਹਾਸ ਦੱਸਦਾ 100 ਸਾਲ ਨਿਹੰਗ ਸਿੰਘ ਜੰਗਲਾਂ ਦੇ ਵਿੱਚ ਲੁਕੇ ਰਹੇ ਆ। 100 ਸਾਲ ਮਾਰ ਧਾੜ ਕਰਦੇ ਰਹੇ ਆ। ਕਿਤੇ ਮੌਕਾ ਲੱਗਦਾ ਸੀ ਕਿਸੇ ਪਿੰਡ 'ਚ ਚਲਿਆ ਜਾਣਾ, ਉੱਥੋਂ ਜਾ ਕੇ ਫਿਰ ਲੰਗਰ ਪਾਣੀ ਇਕੱਠੇ ਕਰਕੇ ਲਿਆਉਣਾ। ਨਹੀਂ, 100 ਸਾਲ ਸ਼ਿਕਾਰ ਕਰਕੇ ਜ਼ਿੰਦਗੀ ਬਤੀਤ ਕੀਤੀ, ਸ਼ਿਕਾਰ ਕਰਕੇ ਖੁਦ ਨੂੰ ਜਿਉਂਦੇ ਰੱਖਣ ਵਾਸਤੇ। ਜਾਂ ਤੇ ਭੁੱਖ ਦੇ ਨਾਲ ਤੜਫ ਕੇ ਮਰ ਜਾਂਦੇ, ਜਾਂ ਫਿਰ ਸ਼ਿਕਾਰ ਕਰਦੇ, ਸ਼ਿਕਾਰ ਕਰਕੇ ਖੁਦ ਨੂੰ ਜਿਉਂਦੇ ਰੱਖਦੇ ਤੇ ਆਪਣੀ ਕੌਮ ਦਾ ਗੁਰੂ 10ਵੇਂ ਪਾਤਸ਼ਾਹ ਦੇ ਚਲਾਏ ਹੋਏ ਪੰਥ ਦੀ ਰਾਖੀ ਕਰਦੇ, ਗੁਰੂ ਗ੍ਰੰਥ ਦੀ ਰਾਖੀ ਕਰਦੇ, ਆਪਣੇ ਪੰਥ ਦੀ ਰਾਖੀ ਕਰਦੇ, ਖੁਦ ਨੂੰ ਜਿਉਂਦੇ ਰੱਖ ਕੇ। ਨਹੀਂ ਤੇ ਦੁਸ਼ਟ ਜ਼ਾਲਮ ਜਰਵਾਣਾ ਮੁਗਲ ਤੇ ਕਹਿੰਦੇ ਹੀ ਸਨ ਕਿਸੇ ਵੀ ਪ੍ਰਕਾਰ ਦੇ ਨਾਲ ਨਿਹੰਗ ਸਿੰਘਾਂ ਨੂੰ ਖਤਮ ਕਰ ਦਈਏ। ਇਹਨਾਂ ਚੌਰਿਆਂ ਦੀ ਗੱਲ ਨਹੀਂ ਕਰਦਾ ਜਿਹੜੇ ਅੱਜ ਦੇ ਨੇ। ਇਹਦੇ ਖਾਂਦੇ ਪੀਂਦੇ ਛੜਾ ਮਾਰਦੇ ਆ, ਇਹ ਤੇ ਬਦਫੈਲੀ ਕਰਦੇ ਖਾ ਪੀ ਕੇ। ਤੇ ਉਹਨਾਂ ਦੀ ਗੱਲ ਕਰਦਾ ਜਿਹੜੇ ਉਸ ਵੇਲੇ ਜੰਗਲਾਂ ਦੇ ਵਿੱਚ ਸੀ। ਹੁਣ ਜੰਗਲ ਦੇ ਵਿੱਚ ਸੰਗਤ ਜੀ ਆਸਾਨੀ ਦੇ ਨਾਲ ਕੀ ਮਿਲ ਸਕਦਾ ਖੁਦ ਨੂੰ ਜਿਉਂਦੇ ਰੱਖਣ ਵਾਸਤੇ? ਜੰਗਲ ਦੇ ਵਿੱਚ ਕੋਈ ਤਿੱਤਰ ਮਾਰ ਲਓ, ਕੋਈ ਬਟੇਰਾ ਮਾਰ ਲਓ, ਕੋਈ ਹਿਰਨ ਮਾਰ ਲਓ, ਕੋਈ ਜੰਗਲੀ ਬੱਕਰਾ ਮਾਰ ਲਓ, ਕੋਈ ਸੂਰ ਮਾਰ ਲਓ, ਜੋ ਵੀ ਹੱਥ ਆਇਆ ਮਾਰ ਲਓ ਤੇ ਅੱਗ ਤੇ ਭੁੰਨ ਕੇ ਖਾ ਲਓ। ਉਹ ਕਿਹੜਾ ਸਵਾਦਾਂ ਨਾਲ ਖਾਂਦੇ ਸੀ? ਉੱਥੇ ਗੰਢੇ ਗੁੰਡੇ ਪਾ ਕੇ, ਅਦਰਕ ਪਾ ਕੇ, ਮਿਰਚਾਂ ਪਾ ਕੇ, ਬੜੇ ਤਰੀਕੇ ਨਾਲ ਕੜਾਹੇ ਚੜਾ ਕੇ, ਤੁੜਕੇ ਲਾ ਕੇ ਫਿਰ ਛਕਦੇ ਸੀ। ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਸੀ, ਕੋਲ ਤੇ ਭਾਂਡਾ ਵੀ ਕੋਈ ਨਹੀਂ ਹੁੰਦਾ ਸੀ। ਕਾਹ 'ਚ ਬਣਾਉਣਾ, ਕਾਹ 'ਚ ਆ ਤੇ ਖਾਣਾ ਕਾਹ 'ਚ ਆ, ਪ੍ਰਸ਼ਾਦਾ ਕਾਹ 'ਚ ਲਾਉਣਾ। ਐਦੇ ਮਾਰਿਆ ਤੇ ਮਾਰ ਕੇ ਅੱਗ ਤੇ ਭੁੰਨ ਕੇ ਛਕ ਲਿਆ। ਖੁਦ ਨੂੰ ਜਿਉਂਦੇ ਰੱਖਣਾ ਗੱਲ ਕਾਹਦੀ ਆ? ਹਾਲਾਤ ਇੱਦਾਂ ਦੇ ਪੈਦਾ ਹੋ ਗਏ ਸੀ। ਉਸ ਤੋਂ ਪਹਿਲਾਂ ਲੰਗਰ ਚਲਾਉਂਦੇ ਰਹੇ ਆ। 6ਵੇਂ ਪਾਤਸ਼ਾਹ ਦੇ ਵੇਲੇ ਲੰਗਰ ਚੱਲੇ ਆ, 5ਵੇਂ ਪਾਤਸ਼ਾਹ ਦੇ ਵੇਲੇ ਲੰਗਰ ਚੱਲੇ ਆ, ਸ਼੍ਰੀ ਹਰਿਰਾਏ ਸਾਹਿਬ ਜੀ ਦੇ ਵੇਲੇ ਲੰਗਰ ਚੱਲਦੇ ਆਏ ਆ। ਲੰਗਰਾਂ ਦੇ ਧਨੀ ਰਹੇ ਆ, ਦੇਗ ਤੇ ਤੇਗ ਦੇ ਧਨੀ ਰਹੇ ਆ। ਜਦੋਂ ਭੀੜ ਬਣੀ ਆ ਖਾਲਸੇ ਦੇ ਉੱਤੇ ਤਾਂ ਫਿਰ ਜੰਗਲਾਂ ਦੇ ਵਿੱਚ ਸ਼ਿਕਾਰ ਵੀ ਖੇਲਿਆ। ਪਰ ਇਜਾਜ਼ਤ ਦਿੱਤੀ ਸੀ 10ਵੇਂ ਪਾਤਸ਼ਾਹ ਨੇ। ਮਹਾਰਾਜ ਕਹਿੰਦੇ 10ਵੇਂ ਪਾਤਸ਼ਾਹ ਕਹਿੰਦੇ ਖਾਲਸਾ ਜੀ ਬੜਾ ਭਿਆਨਕ ਸਮਾਂ ਆਉਣੇ ਵਾਲਾ, ਜੰਗਲਾਂ ਦੇ ਵਿੱਚ ਭੁੱਖੇ ਮਰ ਜਾਓਗੇ। ਮੰਨਦੇ ਨਹੀਂ ਸੀ ਖਾਲਸੇ ਛਕਣ ਨੂੰ ਮਾਸ। ਇੰਨਾ ਮਹਾਰਾਜ ਦਾ ਰੰਗ ਚੜਿਆ ਹੋਇਆ ਸੀ, ਕੋਈ ਬ੍ਰਹਮ ਗਿਆਨੀ ਖਾਣ ਨੂੰ ਨਹੀਂ ਮੰਨਦਾ ਹੁੰਦਾ। ਮੰਨਦੇ ਨਹੀਂ ਸੀ, ਖਾਲਸੇ ਛਕਣ ਨੂੰ ਤਿਆਰ ਨਹੀਂ ਸੀਗੇ। ਜਿਹੜੇ ਮਹਾਰਾਜ ਨੇ ਹੱਥੀ ਸਾਜੇ ਸੀ ਬਾਬਾ ਦੀਪ ਸਿੰਘ ਜੀ ਵਰਗੇ, ਉਹ ਤੇ ਮੁੱਠ ਛੋਲਿਆਂ ਨਹੀਂ ਖਾ ਕੇ ਭਜਨ ਕਰੀ ਗਏ ਹੋਏ। ਦੱਸ ਦਿਓ, ਬਾਬਾ ਦੀਪ ਸਿੰਘ ਰੋਜ਼ ਬੱਕਰਾ ਝਟਕਾਉਂਦੇ ਸੀ। ਬਾਬਾ ਦੀਪ ਸਿੰਘ ਦਾ ਤੇ ਇਤਿਹਾਸ ਹੀ ਇਹ ਆਉਂਦਾ। ਅੱਜ ਵੀ ਜਾ ਕੇ ਦਮਦਮਾ ਸਾਹਿਬ ਦੇਖੋ, ਉਹ ਪਾਣੀ ਦੀ ਗਾਗਰ ਘੜਾ ਪਿਆ ਹੋਇਆ, ਜਲ ਦਾ ਝੱਕਰਾ ਪਿਆ ਹੋਇਆ ਤੇ ਕੋਲ ਛੋਲੇ ਅੱਜ ਵੀ ਉੱਥੇ ਪਏ ਹੋਏ ਨੇ, ਬਰਤਨ ਪਿਆ ਹੋਇਆ ਜਿਹਦੇ ਵਿੱਚੋਂ ਬਾਬਾ ਦੀਪ ਸਿੰਘ ਸਾਹਿਬ ਜੀ ਇੱਕ ਮੁੱਠ ਛੋਲਿਆਂ ਦੀ ਖਾ ਕੇ, ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ। ਬਾਬੂ ਫਰੋਜ਼ਦੀਨ ਸ਼ਰਫ ਨੇ ਬੜੀਆਂ ਚੰਗੀਆਂ ਸਤਰਾਂ ਲਿਖੀਆਂ ਨੇ। ਇਹ ਹਾਲਾਤ ਸਨ। ਉਹ ਬਾਬਾ ਦੀਪ ਸਿੰਘ ਜੀ ਦੇ ਮੁੱਠ ਚਨਿਆਂ ਦੀ ਖਾ ਕੇ, ਛੋਲਿਆਂ ਦੀ ਖਾ ਕੇ ਭਜਨ ਕਰੀ ਗਏ। 5 ਸਰੂਪ ਹੱਥੀਂ ਲਿਖ ਦਿੱਤੇ। ਤੁਸੀਂ ਇੱਕ ਮੈਨੂੰ ਕਥਾ ਕਰਕੇ ਦੱਸੋ ਇੱਕ ਸ਼ਬਦ ਦੀ। ਇਤਿਹਾਸ ਪੜ੍ਹੋ, ਜੱਸਾ ਸਿੰਘ ਆਹਲੂਵਾਲੀਏ ਦਾ ਬੁੱਢੇ ਦਲ ਦਾ ਇਤਿਹਾਸ ਪੜ੍ਹੋ। ਹਰਨਾਮ ਦਾਸ ਸਹਰਾਈ ਦਾ ਲਿਖਿਆ ਹੋਇਆ ਜਿਹੜਾ ਬਾਬੇ ਸੰਤਾ ਸਿੰਘ ਨੇ ਲਿਖਵਾਇਆ ਸੀ। ਪੜ੍ਹੋ ਇਤਿਹਾਸ। ਉਹ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਕਿ ਨਿਹੰਗ ਸਿੰਘਾਂ ਦੇ ਦਲ ਕਿਉਂ ਬਣਾਉਣੇ ਪਏ। ਦਲਾਂ ਦਾ ਕਾਰਨ ਕੀ ਸੀ? ਦਲ ਕਿਉਂ ਸਾਜੇ ਗਏ? ਦਲਾਂ ਦਾ ਮਤਲਬ ਕੀ ਸੀ? ਦਲਾਂ ਦਾ ਮਤਲਬ ਇਹ ਨਹੀਂ ਸੀ ਕਿਸੇ ਜੱਟ ਦੀ ਜਾ ਕੇ ਜ਼ਮੀਨ 'ਚੋਂ ਪੱਠੇ ਵੱਢ ਲਓ। ਤੇ ਮੈਂ ਹਮੇਸ਼ਾ ਇਹ ਵੀ ਬੇਨਤੀ ਕਰਦਾ ਜੱਟਾਂ ਨੂੰ, ਜ਼ਿਮੀਂਦਾਰਾਂ ਨੂੰ, ਵੀ ਜ਼ਿਮੀਂਦਾਰੋ ਵੀਰੋ, ਇਹ ਘੋੜੇ ਤੇ ਗੁਰੂ ਦੇ ਤੁਸੀਂ ਪੱਠੇ ਆਪੇ ਹੀ ਦੇ ਦਿਆ ਕਰੋ। ਇਹਨਾਂ ਨੂੰ ਵੱਢਣੇ ਨਾ ਪੈਣ, ਆਪੇ ਹੀ ਦਿਆ ਕਰੋ। ਤੁਸੀਂ ਜੇ ਵੱਢ ਵੀ ਲੈਂਦੇ ਤਾਂ ਤੁਸੀਂ ਗੁੱਸਾ ਨਾ ਕਰਿਆ ਕਰੋ। ਮੈਂ ਨਿਹੰਗ ਸਿੰਘਾਂ ਦੇ ਹਮੇਸ਼ਾ ਹੱਕ 'ਚ ਬੋਲਦਾ ਹਾਂ, ਪਰ ਅੱਜ ਮੈਂ ਦੁਖੀ ਇਹਨਾਂ ਦੀਆਂ ਕਰਤੂਤਾਂ ਤੋਂ, ਕਿਉਂਕਿ ਇਹ ਸਾਨੂੰ ਵੀ ਕਲੰਕਿਤ ਕਰਦੇ ਆ। ਮੈਂ ਕਹਿੰਦਾ ਆ ਇਹ ਗੱਲ ਸਾਰਿਆਂ ਨੂੰ ਵੀ ਗੁੱਸਾ ਨਾ ਕਰਿਆ ਕਰੋ ਨਿਹੰਗ ਸਿੰਘਾਂ ਦਾ। ਇਹ ਗੁਰੂ ਦੇ ਘੋੜਿਆਂ ਵਾਸਤੇ ਪੱਠੇ ਵੱਢਦੇ, ਆਪਣੇ ਵਾਸਤੇ ਨਹੀਂ ਵੱਢਦੇ। ਇਹਨਾਂ ਨੇ ਕਿਹੜਾ ਵੱਢ ਕੇ ਵੇਚ ਲੈਣੇ, ਗੁਰੂ ਦੇ ਘੋੜਿਆਂ ਨੇ ਛਕਣੇ, ਆਪ ਦੇ ਦਿਆ ਕਰੋ। ਤੇ ਜਿਹੜੇ ਬੱਕਰੇ ਚੋਰੀ ਕਰਦੇ ਹੋ ਤੁਸੀਂ, ਚੋਰੋ, ਇਹ ਸਮਰਾਟਾਂ ਦੇ ਕੰਮ ਹੁੰਦੇ ਆ ਬੱਕਰੇ ਚੋਰੀ ਕਰਨੇ। ਜਿਸ ਪਿੰਡ 'ਚ ਘੁੰਮਦਾ ਦੇਖ ਲਿਆ, ਜਾ ਕੇ ਚੱਕ ਲਓ, ਚੱਕ ਕੇ ਵੱਢ ਕੇ ਖਾ ਲਓ। ਇਹ ਸਮਰਾਟ, ਆਪਣੇ ਆਪ ਨੂੰ ਸਮਰਾਟ ਕਹਾਉਂਦੇ ਹੋ। ਉਹ ਸਮਰਾਟੋ, ਤੁਹਾਡੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਕਿੰਨੀ ਬੇਅਦਬੀ ਹੋ ਰਹੀ ਆ। ਹਰਦੂ ਲਾਹਨਤ ਤੁਹਾਡੇ ਸਮਰਾਟਾਂ ਦੇ। ਕਿੱਥੇ ਆ ਕੇ ਤੁਸੀਂ ਮੋਰਚਾ ਲਾਇਆ? ਗਰੀਬ ਸਿੱਖ ਘਰਾਂ ਦੇ ਵਿੱਚੋਂ ਕੰਮਕਾਰ ਛੱਡ ਕੇ ਉਹ ਜਾ ਕੇ ਮੋਰਚੇ ਲਾਉਂਦੇ ਆ, ਉਹਨਾਂ ਦੇ ਗੋਲੀਆਂ ਵੱਜਦੀਆਂ ਨੇ। ਸ਼ਹੀਦ ਜਸਪਾਲ ਸਿੰਘ ਗੁਰਦਾਸਪੁਰ,
ਉੱਥੇ ਜੰਮੂ ਕਸ਼ਮੀਰ ਦੇ ਵਿੱਚ ਪਿਛਲੇ ਸਾਲ ਸਿੱਖ ਸ਼ਹੀਦ ਹੋਇਆ, ਕਮਲਜੀਤ ਸਿੰਘ ਨੂਰ ਮਹਿਲੀਏ ਦੇ ਚੱਕਰ 'ਚ ਸ਼ਹੀਦ ਹੋਇਆ। ਉਹ ਤੁਸੀਂ ਕਦੇ ਕਿਸੇ ਸੰਗਤ ਜੀ ਅੱਜ ਕਹਿਣਾ ਪੈ ਰਿਹਾ ਦੁੱਖ ਦੇ ਨਾਲ ਕਿਸੇ ਨਿਹੰਗ ਦੇ ਗੋਲੀ ਵੱਜੀ ਸੁਣੀ ਅੱਜ ਤੱਕ ਕਿਸੇ ਮੋਰਚੇ ਦੇ ਵਿੱਚ? ਵੀ ਇਹਨਾਂ ਨੂੰ ਨਿਹੰਗ ਨਾ ਕਿਹਾ ਕਰੋ, ਭੇਖੀ ਗੱਗੇ ਨੇ, ਗੱਗੇ ਨਾਂ ਰੱਖਿਆ, ਇਹਨਾਂ ਦਾ ਗਦਾਰ ਨੇ ਪੰਥ ਦੇ, ਗੱਗ ਨੇ, ਨਿਹੰਗ ਨਾ ਕਿਹਾ ਕਰੋ ਇਹਨਾਂ ਨੂੰ। ਨਿਹੰਗ ਸ਼ਬਦ ਬਹੁਤ ਉੱਚਾ ਆ, ਫਾਰਸੀ ਦਾ ਸ਼ਬਦ ਆ, ਬਹੁਤ ਉੱਚਾ ਸੁੱਚਾ ਸ਼ਬਦ ਆ, ਇਹਨੂੰ ਬਦਨਾਮ ਕਰ ਦੇਣਾ ਇਹਨਾਂ ਨੇ ਚੌਰਿਆਂ ਨੇ। ਸੋ ਇੱਥੇ ਤੱਕ ਤੇ ਸੰਗਤ ਜੀ ਤੁਸੀਂ ਸਮਝ ਗਏ ਹੋਵੋਗੇ ਕਿ ਪੁਰਾਣਿਆਂ ਸਮਿਆਂ ਦੇ ਵਿੱਚ ਕਿਉਂ ਨਿਹੰਗ ਸਿੰਘ ਬੱਕਰੇ ਝਟਕਾਉਂਦੇ ਸੀ। ਉਹਨਾਂ ਦਾ ਇੱਕ ਮੈਂ ਹਵਾਲਾ ਵੀ ਦਿੰਦਾ, ਪੰਥ ਪ੍ਰਕਾਸ਼ ਸਾਹਿਬ ਜੀ ਦਾ ਗ੍ਰੰਥ ਮੇਰੇ ਕੋਲ ਆ, ਦਰਸ਼ਨ ਕਰ ਲਓ ਤੇ ਗੱਜ ਕੇ ਫਤਿਹ ਵੀ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪ੍ਰਮਾਣ ਤਾਂ ਦੇ ਰਿਹਾ ਕਿ ਪਤਾ ਲੱਗ ਜਾਵੇ, ਕਿਉਂਕਿ ਪਤਾ ਅੱਜ ਤੱਕ ਵੀ ਸੀ, ਵੈਸੇ ਹੀ ਚੁੱਪ ਸੀ ਵੀ ਚਲੋ ਕੋਈ ਨਹੀਂ, ਅੱਜ ਸੁਧਰ ਜਾਣਗੇ, ਕੱਲ ਸੁਧਰ ਜਾਣਗੇ, ਕਾਹਨੂੰ ਅਸੀਂ ਬੋਲਣਾ, ਆਪਣਾ ਝੱਗਾ ਚੱਕਾਂਗੇ ਤੇ ਆਪੇ ਢਿੱਡ ਨੰਗਾ ਹੋਣਾ, ਪਰ ਇਹਨਾਂ ਨੇ ਹਟਣਾ ਨਹੀਂ। ਇੱਥੋਂ ਇੱਕ ਮਹਾਂਪ੍ਰਸ਼ਾਦ ਦੀ ਗੱਲ ਆਉਂਦੀ, ਬੱਕਰਾ ਖਾਣ ਦੀ, ਮਾਸ ਖਾਣ ਦੀ ਗੱਲ ਆਉਂਦੀ, ਸੁਣਿਓ ਬੜੇ ਪ੍ਰੇਮ ਦੇ ਨਾਲ। ਜਦੋਂ ਬੰਦੇ ਬਹਾਦਰ ਤਾਂ ਨਿਹੰਗ ਸਿੰਘਾਂ ਦਾ ਵਿਵਾਦ ਪੈਦਾ ਹੋ ਗਿਆ, ਨਿਹੰਗ ਸਿੰਘ ਅਲੱਗ ਹੋ ਗਏ ਬੰਦੇ ਬਹਾਦਰ ਤੋਂ, ਤੇ ਬੰਦੇ ਬਹਾਦਰ ਨੇ ਵੈਸ਼ਨੂ ਧਰਮ ਚਲਾ ਲਿਆ। ਤੇ ਫਿਰ ਨਿਹੰਗ ਸਿੰਘ ਕਹਿਣ ਲੱਗੇ, ਉਹ ਕਹਿੰਦੇ ਬੰਦਾ ਬਹਾਦਰ ਨੇ ਵੈਸ਼ਨੂ ਧਰਮ ਤਾਂ ਚਲਾ ਲਿਆ, ਜਿੰਦਾ ਕਿੱਦਾਂ ਰਹੇਗਾ? ਵੈਸ਼ਨੂ ਧਰਮ ਦੇ ਵਿੱਚ ਮਾਸ ਖਾਣ ਦੀ ਸਖਤ ਨਿਖੇਧੀ ਆ। ਜਿਹੜੀ ਲੱਕੜੀ ਅੱਗ ਬਾਲਣ ਲਈ ਵਰਤਣੀ ਧੋ ਕੇ ਵਰਤਣੀ ਆ, ਕੋਈ ਜੀਵ ਨਾ ਮਰ ਜਾਵੇ। ਨਿਹੰਗ ਸਿੰਘ ਹੱਸਣ ਲੱਗੇ, ਉਹ ਕਹਿੰਦੇ ਜਿੱਦਾਂ ਦੇ ਹਾਲਾਤ ਚੱਲਦੇ ਆ ਉਸ ਵੇਲੇ ਦੇ ਸੂਝਵਾਨ ਨਿਹੰਗ ਸਿੰਘ, ਉਹ ਹੱਸਣ ਲੱਗੇ, ਮੁਸਕਰਾਉਣ ਲੱਗੇ। ਉਹ ਕਹਿੰਦੇ ਜਿੱਦਾਂ ਦੇ ਹਾਲਾਤ ਚੱਲਦੇ ਆ ਭਾਈ, ਵੈਸ਼ਨੂ ਤੇ ਇੱਕ ਦਿਨ 'ਚ ਤੜਫ ਤੜਫ ਕੇ ਮਰ ਜਾਏਗਾ, ਰੋਟੀ ਕਿੱਥੋਂ ਖਾਣੀ ਆ? ਰੋਟੀ ਕਿੱਥੋਂ ਖਾਣੀ ਆ? ਆਟਾ ਕਿੱਥੋਂ ਲੈਣਾ? ਦਾਲ ਕਿੱਥੋਂ ਲੈਣੀ? ਜੰਗਲ ਦੇ ਵਿੱਚੋਂ ਤਾਂ ਮੁਗਲ ਨਿਕਲ ਨਹੀਂ ਦਿੰਦੇ, ਇਹ ਤਾਂ ਬਾਹਰ ਘੇਰਾ ਪਾ ਕੇ ਬੈਠੇ ਹੋਏ ਆ। ਤੇ ਉਸ ਵੇਲੇ ਨਿਹੰਗ ਸਿੰਘ ਕਹਿਣ ਲੱਗੇ, ਪ੍ਰਸੰਗ ਆਉਂਦਾ ਜਦੋਂ 30 ਭਾਗ ਰਿਕਾਰਡ ਹੋਏ ਸਨ, ਮੈਂ ਰਿਕਾਰਡ ਕੀਤਾ ਸੀ, ਮਹਾਂਪ੍ਰਸ਼ਾਦ ਕੈ ਨੇੜ ਨਾ ਆਵੇ। ਇਹ ਛਤਰੀ ਧਰਮ ਦੀ ਰੀਤ ਹੈ, ਮਹਾਂਪ੍ਰਸ਼ਾਦ ਝਟਕੇ ਦੀ। ਅੱਜ ਤੋਂ ਮਹਾਂਪ੍ਰਸ਼ਾਦ ਦੇ ਨੇੜੇ ਨਹੀਂ ਜਾਣਾ। ਬੰਦੇ ਬਹਾਦਰ ਨੇ ਮਨਾ ਕਰ ਦਿੱਤਾ। ਬੰਦਾ ਬਹਾਦਰ ਕਹਿੰਦਾ ਬੱਕਰਾ ਨਹੀਂ ਝਟਕਣਾ ਬਈ। ਧੋ ਕੇ ਲੱਕੜੀ ਚੌਂਕੇ ਪਾਵੇ, ਕਹਿੰਦਾ ਧੋ ਕੇ ਲੱਕੜੀ ਵਰਤਣੀ ਆ। ਭੁਚੰਗਨ ਰੀਤ ਸੋ ਦਈ ਹਟਾਈ, ਜਿਹੜੀ ਉਸ ਵਕਤ ਭੁਚੰਗੀਆਂ ਦੀ ਰੀਤ ਸੀ ਉਹ ਹਟਾ ਦਿੱਤੀ ਇਸ ਨੇ। ਬਖਤ ਭੀੜ ਮੈਂ ਜੋ ਥੀ ਸੁਖਦਾਏ, ਇਹਦਾ ਅਰਥ ਨਿਕਲਿਆ ਇਹ। ਇੱਥੇ ਇਹ ਨਹੀਂ ਲੈ ਲੈਣਾ ਬੱਕਰੇ ਖਾਣ ਵਾਲਿਓ, ਵੀ ਇਹ ਤਾਂ ਲਿਖਿਆ ਇੱਥੇ ਵੀ ਬੱਕਰੇ ਖਾਣੇ ਆ, ਮਹਾਂਪ੍ਰਸ਼ਾਦ ਕੇ ਨੇੜ ਨਾ ਜਾਵੇ, ਵੀ ਬੰਦਾ ਬਹਾਦਰ ਕਹਿੰਦਾ ਬੱਕਰੇ ਖਾਣੇ ਆ। ਨਾਲ ਇਹ ਆਇਆ ਸ਼ਬਦ ਬਖਤ ਭੀੜ ਮੈਂ ਜੋ ਥੀ ਸੁਖਦਾਏ। ਜਦੋਂ ਕਹਿੰਦੇ ਭੀੜਾ ਵਕਤ ਪੈ ਜਾਵੇ, ਜਦੋਂ ਮੁਗਲਾਂ ਦਾ ਘੇਰਾ ਪੈ ਜਾਵੇ, ਉਸ ਵਕਤ ਇਹ ਸੁਖਦਾਈ ਸੀ ਬੱਕਰੇ ਖਾਣ ਦੀ ਰੀਤ, ਸ਼ਿਕਾਰ ਖੇਲਣ ਦੀ। ਉਸ ਵੇਲੇ ਇਕੱਲੇ ਬੱਕਰੇ ਹੀ ਨਹੀਂ, ਜੋ ਹੱਥ ਆ ਗਿਆ, ਜੋ ਕੋਈ ਤਿੱਤਰ, ਕੋਈ ਬਟੇਰਾ, ਕੋਈ ਮੋਰ, ਕੋਈ ਬਾਜ, ਕੋਈ ਬੋਦੜ, ਕੋਈ ਤਿਲੀਅਰ, ਕੋਈ ਹਿਰਨ, ਕੋਈ ਸੂਰ, ਕੁਛ ਵੀ ਹੱਥ ਆ ਗਿਆ। ਕਿਉਂਕਿ ਜੀਂਦੇ ਰੱਖਣਾ ਖੁਦ ਨੂੰ, ਜੀਂਦੇ ਰੱਖਾਂਗੇ ਤਾਂ ਹੀ ਤਲਵਾਰ ਚਲਾਵਾਂਗੇ ਨਾ। ਇਹ ਛਤਰੀ ਦਾ ਧਰਮ ਆ, ਖੁਦ ਨੂੰ ਜਿਉਂਦੇ ਰੱਖਣਾ ਤੇ ਤਲਵਾਰ ਚਲਾਉਣੀ, ਨਹੀਂ ਤਾਂ ਭੁੱਖ ਨਾਲ ਤੜਫ ਤੜਫ ਕੇ ਮਰ ਜਾਂਦੇ। ਵਕਤ ਭੀੜ ਮੈਂ ਜੋਥੀ ਸੁਖਦਾਏ, ਜਿਹੜੀ ਭੀੜ ਪੈਣ ਦੇ ਉੱਤੇ ਸੁਖਦਾਈ ਰੀਤ ਸੀ ਉਹ ਬੰਦੇ ਬਹਾਦਰ ਨੇ ਹਟਾ ਦਿੱਤੀ, 10ਵੇਂ ਪਾਤਸ਼ਾਹ ਨੇ ਚਲਾ ਕੇ ਦਿੱਤੀ ਸੀ। ਵਕਤ ਕੋ ਵਕਤ ਥੋ ਗੁਰੂ ਵਿਚਾਰਾ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਵਕਤ ਤੇ ਵਕਤ ਦੀ, ਚੰਗੇ ਸਮੇਂ ਦੀ ਤੇ ਮਾੜੇ ਸਮੇਂ ਦੀ ਵਿਚਾਰ ਕਰਕੇ ਇਹ ਖਾਲਸੇ ਨੂੰ ਰੀਤ ਚਲਾ ਕੇ ਦਿੱਤੀ ਆ। ਭਈ ਮਾੜੇ ਸਮੇਂ ਦੇ ਵਿੱਚ ਛਕ ਲੈਣਾ ਆ ਤੇ ਚੰਗੇ ਸਮੇਂ ਦੇ ਵਿੱਚ ਤਿਆਗ ਰੱਖਣਾ। ਇਸ ਚੀਜ਼ ਦਾ ਆਦੀ ਨਹੀਂ ਬਣ ਜਾਣਾ, ਮਾਸਾਹਾਰੀ ਨਹੀਂ ਬਣ ਜਾਣਾ, ਲੱਤ ਨਹੀਂ ਲਾ ਲੈਣੀ। ਜਿਵੇਂ ਸ਼ਰਾਬੀ ਸ਼ਰਾਬ ਪੀਣ ਤੋਂ ਨਹੀਂ ਹਟਦਾ, ਮੈਂ ਅੱਜ ਦੱਸਣਾ ਚਾਹੁੰਦਾ ਸੰਗਤ ਨੂੰ, ਇਹ ਸ਼ਰਾਬ ਵੀ ਪੀਂਦੇ ਨੇ ਦਿਲਾਂ ਦੇ ਵਿੱਚ, ਸ਼ਰਾਬੀ ਵੀ ਨੇ ਇਹਨਾਂ ਦੇ ਵਿੱਚ, ਸ਼ਰਾਬ ਵੀ ਪੀਂਦੇ। ਇਹ ਵੀ ਮੈਂ ਅੱਜ ਪੋਲ ਖੋਲਦਾ ਇਹਨਾਂ ਦੀ। ਤਾਂ ਮੈਂ ਸੰਗਤ ਨੂੰ ਕਹਿੰਦਾ ਕਿ ਇਹਨਾਂ ਨੂੰ ਘੇਰੋ, ਘੇਰ ਕੇ ਪੁੱਛੋ ਇਹਨਾਂ ਨੂੰ ਪਿੰਡਾਂ ਦੇ ਵਿੱਚ, ਇਹਨਾਂ ਦੀਆਂ ਕਰਤੂਤਾਂ ਜ਼ਾਹਰ ਕਰੋ। ਇਹਨਾਂ ਤੋਂ ਭੈ ਭੀਤ ਹੋਣ ਦੀ ਲੋੜ ਨਹੀਂ ਆ। ਵਕਤ ਗੁਰੂ ਵਿਚਾਰਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚੰਗੇ ਵਕਤ ਵਾਸਤੇ ਇਹ ਮਰਿਆਦਾ ਤਿਆਰ ਕਰ ਦਿੱਤੀ ਕਿ ਚੰਗੇ ਵਕਤ ਦੇ ਵਿੱਚ ਨਹੀਂ ਖਾਣਾ। ਕੋ ਵਕਤ ਜਦੋਂ ਭੀੜ ਪੈ ਜਾਵੇ, ਮੈਂ ਅੱਜ ਵੀ ਕਹਿੰਦਾ ਜਦੋਂ ਅੱਜ ਵੀ ਤੁਹਾਡੇ ਤੇ ਭੀੜ ਪੈ ਜਾਵੇ, ਜਦੋਂ ਤੁਹਾਨੂੰ ਅੱਜ ਸਰਕਾਰਾਂ ਘੇਰ ਲੈਣ, ਕਿਤੇ ਤੁਹਾਡੇ ਸਰਕਾਰਾਂ ਦੇ ਨਾਲ ਮੋਰਚੇ ਲੱਗ ਜਾਣ, ਤੁਹਾਡੇ ਕੋਲ ਖਾਣ ਵਾਸਤੇ ਜਦੋਂ ਕੁਝ ਵੀ ਬਚੇ ਨਾ, ਅੱਜ ਦੇ ਟਾਈਮ ਦੇ ਵਿੱਚ ਵੀ ਜਦੋਂ ਤੁਸੀਂ ਅੱਜ ਵੀ ਭੁੱਖ ਦੇ ਨਾਲ ਬਿਲਕ ਬਿਲਕ ਕੇ ਮਰੋ, ਫਿਰ ਤੁਸੀਂ ਖਾ ਲਓ, ਫਿਰ ਸ਼ਿਕਾਰ ਤੋਂ ਚੜ੍ਹ ਲਓ। ਕਿਉਂਕਿ ਵਕਤ ਦੀ ਗੱਲ ਆ ਨਾ। ਮਹਾਰਾਜ ਨੇ ਤਾਂ ਕਿਹਾ ਹੀ ਨਹੀਂ ਵੀ ਤੁਸੀਂ ਹਮੇਸ਼ਾ ਹੀ ਖਾਣਾ, ਹਮੇਸ਼ਾ ਦੀ ਤਾਂ ਰੀਤ ਹੀ ਨਹੀਂ ਦਿੱਤੀ ਮਹਾਰਾਜ ਨੇ ਬਈ। ਵਕਤ
ਕੋ ਵਕਤ ਗੁਰੂ ਵਿਚਾਰਾ। ਸਤਿਗੁਰੂ ਪਾਤਸ਼ਾਹ ਨੇ ਮਾੜੇ ਤੇ ਚੰਗੇ ਵਕਤ ਦੀ ਵਿਚਾਰ ਕਰਕੇ ਇਹ ਉਸ ਵਕਤ ਦੇ ਨਿਹੰਗ ਸਿੰਘਾਂ ਨੂੰ, ਇਹਨਾਂ ਚੋਰਿਆਂ ਨੂੰ ਨਹੀਂ, ਉਸ ਵਕਤ ਦੇ ਨਿਹੰਗ ਸਿੰਘਾਂ ਨੂੰ ਇਹ ਮਰਿਆਦਾ ਦੇ ਦਿੱਤੀ ਕਿ ਗੁਰੂ ਦੇ ਸਿੱਖੋ ਖਾਲਸਿਓ, ਜਦੋਂ ਤੁਹਾਡੇ ਉੱਤੇ ਭੀੜ ਪੈ ਜਾਵੇ, ਕਿਉਂਕਿ ਮਹਾਰਾਜ ਨੇ ਦੇਖ ਲਿਆ ਸੀ ਕਿ ਮੈਂ 9 ਮਹੀਨੇ ਅਨੰਦਪੁਰ ਦੀ ਗੜੀ ਨੂੰ ਘੇਰਾ ਪੈ ਗਿਆ ਸੀ, ਅੰਦਰੋਂ ਖਾਣ ਨੂੰ ਸਭ ਕੁਝ ਮੁੱਕ ਗਿਆ ਸੀ। ਨਿਹੰਗ ਸਿੰਘਾਂ ਨੇ ਦਰਖਤਾਂ ਦੇ ਪੱਤੇ ਵੀ ਉਬਾਲ ਕੇ ਖਾ ਲਏ ਸੀ, ਛਿੱਲਾਂ ਵੀ ਖਾ ਲਈਆਂ ਸਨ। ਇੱਥੋਂ ਤੱਕ ਜ਼ਿਕਰ ਆਉਂਦਾ। ਕਈ ਵੀਰ ਇਹ ਕਹਿੰਦੇ ਨੇ ਘੋੜੇ ਵੀ ਖਾ ਲਏ ਸੀ। ਮੈਂ ਤੇ ਬਹੁਤ ਇਸ ਗੱਲ ਤੇ ਇਤਫਾਕ ਨਹੀਂ ਰੱਖਦਾ, ਇੰਨਾ ਕਿ ਰੱਖੀਏ ਜਿੰਨਾ ਕੁ ਪਤਾ ਆ। ਕਹਿੰਦੇ ਦਰਖਤਾਂ ਦੀਆਂ ਛਿੱਲਾਂ ਵੀ ਛਕ ਲਈਆਂ ਸਨ। ਦੂਜਾ ਮਹਾਰਾਜ ਕੀ ਪ੍ਰਮਾਣ ਦਿੰਦੇ ਹਨ? ਦੂਰੇ ਤੇ ਸੋਥੋ ਗੁਰੂ ਸੰਭਾਰਾ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਦੂਰੇ ਤੇ ਸੋਥੋ ਗੁਰੂ ਸੰਭਾਰਾ, ਦੂਰ ਦੀ ਦ੍ਰਿਸ਼ਟੀ ਧਾਰ ਕੇ ਮਹਾਰਾਜ ਜੀ ਨੇ ਅੰਤਰਜਾਮਤਾ ਦੇ ਨਾਲ ਇਹ ਖਾਲਸੇ ਪੰਥ ਦਾ ਅੱਗਾ ਦੇਖ ਕੇ ਕਿ ਕਿਵੇਂ ਦੁਸ਼ਟ ਜਰਵਾਣੇ ਇਹਨਾਂ ਨੂੰ ਜੰਗਲਾਂ ਦੇ ਵਿੱਚ ਘੇਰੇ ਪਾ ਕੇ ਰੱਖਣਗੇ, ਉਸ ਅੱਗੇ ਦੀ ਵਿਚਾਰ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਨੂੰ ਇਹ ਮਰਿਆਦਾ ਬੰਨ ਦਿੱਤੀ ਪਰ ਜਦੋਂ ਤੁਹਾਡੇ ਉੱਤੇ ਬੜੀ ਭਾਰੀ ਭੀੜ ਪੈ ਜਾਵੇ। ਇਹ ਇਤਿਹਾਸ ਗਵਾਹੀ ਦਿੰਦਾ 100 ਸਾਲ ਤੱਕ ਪਹਿਲਾਂ ਇਹ ਮੁਗਲਾਂ ਦੇ ਨਾਲ ਲੜਦੇ ਰਹੇ, ਫਿਰ ਇਹ ਗੋਰਿਆਂ ਦੇ ਨਾਲ ਲੜਦੇ ਰਹੇ। ਪਹਿਲਾਂ ਮੁਗਲਾਂ ਦੇ ਨਾਲ ਜੰਗ ਕਰਦੇ ਰਹੇ, ਫਿਰ ਗੋਰਿਆਂ ਦੇ ਨਾਲ ਜੰਗ ਕਰਦੇ ਰਹੇ। ਇਹਨਾਂ ਦੇ ਇਤਿਹਾਸ ਨੂੰ ਸਲਾਮ ਕਰਦੇ ਆ, ਪਰ ਜਿਹੜੇ ਇਹ ਚੋਰੇ ਨੇ ਇਹਨਾਂ ਦੇ ਕੋਲੇ ਡਾਂਗ ਚੁੱਕਣੀ ਚਾਹੀਦੀ ਆ, ਜਿਹੜੇ ਉਹਨਾਂ ਦੇ ਕੀਤੀਆਂ ਹੋਈਆਂ ਨੂੰ ਕਲੰਕਿਤ ਕਰਦੇ ਆ। ਦਾਸ ਨੇ ਹੁਕਮਨਾਮੇ ਦੀ ਕਥਾ ਕੀਤੀ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ, ਸਾਰਿਆਂ ਨੇ ਸੁਣਿਆ, YouTube ਦੇ ਉੱਤੇ ਪਿਆ ਹੋਇਆ। 10ਵੇਂ ਪਾਤਸ਼ਾਹ ਜੀ ਭਵਿੱਖਬਾਣੀ ਸੱਚੀ ਹੋ ਰਹੀ ਆ। ਉਹਦੇ ਵਿੱਚ ਮਹਾਰਾਜ ਨੇ ਬਚਨ ਕੀਤਾ, ਲਾਜ ਲਾਣਗੇ ਪਿਛਲਿਆਂ ਸੂਰਵੀਰਾਂ ਨੂੰ। ਮਹਾਰਾਜ ਕਹਿੰਦੇ ਪਿਛਲਿਆਂ ਸੂਰਵੀਰਾਂ ਨੂੰ ਲਾਜ ਲਾ ਦੇਣਗੇ, ਇਦਾਂ ਦੇ ਇਹ ਮਲੇਸ਼ ਹੋਣਗੇ। ਇੱਕ ਐਸਾ ਖਾਲਸਾ ਪੰਥ ਮਲੇਸ਼ ਹੋਊ, ਪੰਥ ਮੇਰੇ ਨੂੰ ਲਾਜ ਲਗਾਵੇਂਗੇ। ਮਹਾਰਾਜ ਕਹਿੰਦੇ ਨੇ ਐਸਾ ਮਲੇਛਾਂ ਦਾ ਪੰਥ ਹੋ ਜਾਵੇਗਾ ਜਿਹੜੇ ਮੇਰੇ ਪੰਥ ਨੂੰ ਲਾਜ ਲਾ ਦੇਣਗੇ, ਜਿਹੜੇ ਰੋਜ਼ੇ ਬੱਕਰੇ ਵੱਢ ਕੇ ਖਾਣਗੇ, ਐਦਾਂ ਦੇ ਮਲੇਸ਼ ਹੋ ਜਾਣਗੇ। ਮਲੇਛਾਂ ਦਾ ਪੰਥ ਆ ਇਹ, ਇਹਨਾਂ ਨੂੰ ਉੱਦਾਂ ਨਾ ਸਮਝੋ। ਜਦੋਂ ਇਹ ਆ ਸੁਣਦੇ ਹੋਣਗੇ ਨਾ, ਕਿਉਂਕਿ ਮੈਨੂੰ ਪਤਾ ਇਹਨਾਂ ਦੀਆਂ ਕਰਤੂਤਾਂ, ਇਹ ਝੜ ਜਾਵੇਗਾ, ਇਹਦੀ ਮੱਤ ਮਾਰ ਹੋ ਜਾਣੀ ਆ, ਇਹਨੂੰ ਗੁਰੂ ਸਾਹਿਬ ਐ ਕਰ ਦੇਣਗੇ, ਇਹਨੂੰ ਫਲਾਨਾ ਹੋ ਜਾਏਗਾ। ਇਹ ਤਾਂ ਬਸ ਕੁਛ ਦਿਨਾਂ ਦਾ ਪ੍ਰਾਹੁਣਾ, ਮੈਨੂੰ ਪਤਾ ਸਾਰਾ। ਤੁਹਾਡੀਆਂ ਕਰਤੂਤਾਂ ਨਾ ਤੁਹਾਡੇ ਵਿੱਚੋਂ ਹੀ ਆ, ਮੈਂ ਤੁਹਾਡੇ ਵਿੱਚ ਰਹਿਣਾ ਆਇਆ, ਮੈਂ ਤੁਹਾਡੀਆਂ ਕਰਤੂਤਾਂ ਨੂੰ ਜਾਣਦਾ, ਚੰਗੀ ਤਰ੍ਹਾਂ ਬੁੱਝਦਾ ਆਇਆ ਮੈਂ। ਤੇ ਜੇ ਮਹਾਰਾਜ ਨੇ ਮੇਰਾ ਕੁਛ ਵਿਗਾੜਨਾ ਤੇ ਸਤਿਗੁਰੂ ਪਾਤਸ਼ਾਹ ਜੀ, ਮੈਂ ਕਹਿੰਦਾ ਮਹਾਰਾਜ ਆਪ ਜੀ ਦਾ ਹੀ ਆ, ਇੱਦਾਂ ਹੀ ਕਰ ਲਓ। ਅਬਲਾ ਤੇ ਹਰ ਵਕਤ ਮੈਂ ਸੇਵਾ ਕਰਦਾ ਹੱਥੀਂ ਆਪਣੇ ਗੁਰੂ ਸਾਹਿਬ ਦੀ, 24 ਘੰਟੇ ਅਰਦਾਸ ਕਰਦਾ, ਤੇ ਮੈਂ ਸੋਚਦਾ ਹੁੰਦਾ ਕਿ ਸਤਿਗੁਰੂ ਮੈਨੂੰ ਥਾਪੜਾ ਦੇ ਕੇ ਬੁਲਾਉਂਦੇ ਨੇ। ਮਹਾਰਾਜ ਕਹਿੰਦੇ ਬੋਲ, ਇਹਨਾਂ ਦੁਸ਼ਟਾਂ ਦੀ ਪੋਲ ਖੋਲ, ਇਹਨਾਂ ਨੇ ਸਾਡੀ ਸਿੱਖੀ ਨੂੰ, ਇਹਨਾਂ ਨੇ ਸਾਡੇ ਬਾਣੇ ਨੂੰ ਕਲੰਕਿਤ ਕਰ ਦਿੱਤਾ ਆ। ਕਿਉਂ ਦਲਾਂ ਦਾ ਘਾਣ ਹੁੰਦਾ ਜਾ ਰਿਹਾ, ਕਿਉਂ ਦਲਾਂ ਦਾ ਨਾਸ ਹੁੰਦਾ ਜਾ ਰਿਹਾ, ਕਿਉਂ ਨਹੀਂ ਅੱਜ ਕੱਲ੍ਹ ਨਿਹੰਗ ਸਿੰਘ ਸੱਜਦੇ, ਕਿਉਂ ਨਹੀਂ ਦਲਾਂ 'ਚ ਆ ਕੇ ਸੇਵਾ ਕਰਦੇ? ਇਹਨਾਂ ਦੀਆਂ ਕਰਤੂਤਾਂ ਹੀ ਭੈੜੀਆਂ ਨੇ, ਇਹਨਾਂ ਦੀਆਂ ਗੰਦੀਆਂ ਕਰਤੂਤਾਂ ਬਦਫੈਲੀਆਂ ਕਰਦੇ ਨੇ। ਇਹ ਬਾਣੇ ਦੇ ਵਿੱਚ ਆ ਕੇ ਨਿਹੰਗ ਸਿੰਘ ਬਣੇ ਹੋਏ ਨੇ ਜਿਹੜੇ ਇਹ ਦਲਾਂ ਦੇ ਵਿੱਚ ਬਦਫੈਲੀਆਂ ਕਰਦੇ ਨੇ, ਹੋਰ ਵੀ ਬੜੇ ਪ੍ਰਕਾਰ ਦੀਆਂ ਗੰਦੀਆਂ ਕਰਤੂਤਾਂ ਕਰਦੇ, ਦੱਸਣ ਨੂੰ ਜੀ ਨਹੀਂ ਕਰਦਾ। ਇੱਥੇ ਇਹ ਸਮਰਾਟਾਂ ਦੇ ਕੰਮ ਹੁੰਦੇ ਆ, ਇਹ ਖੁਦ ਖੁਦਾ ਦੇ ਗੱਲ ਹੁੰਦੇ। ਉਹ ਖੁਦ ਖੁਦਾ ਉਹ ਲੋਕ ਨੇ ਖਾਲਸੇ, ਜਿਹੜੇ ਮਹਾਤਮਾ ਬੈਠੇ ਨੇ ਚੌਂਕੜੇ ਮਾਰ ਕੇ, ਅੱਠੇ ਪੈਰ ਦੀਆਂ ਜਿਨ੍ਹਾਂ ਦੀਆਂ ਸਮਾਧੀਆਂ ਲੱਗੀਆਂ, ਜਿਨ੍ਹਾਂ ਨੇ ਪਤਾ ਹੀ ਨਹੀਂ ਕਿੰਨਿਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਨਾਲ ਜੋੜ ਦਿੱਤਾ। ਉਹ ਦਲਾਂ ਵਾਲਿਓ ਕੋਈ ਇੱਕ ਦੱਸੋ ਜਿਹਨੂੰ ਤੁਸੀਂ ਅੰਮ੍ਰਿਤ ਛਕਾਇਆ, ਜੋੜਿਆ। ਉਸ ਵਕਤ ਮੈਂ ਕਹਿੰਦਾ ਸੀ ਤੇ ਦਲ ਇਸ ਕਰਕੇ ਬਣਾਏ ਹੋਏ ਸਨ ਕਿ ਇਹ ਪਿੰਡਾਂ ਦੇ ਵਿੱਚ ਜਾਣ, ਜਾ ਕੇ ਸਿੱਖੀ ਦਾ ਪ੍ਰਚਾਰ ਕਰਨ। ਇਸ ਕਰਕੇ ਦਲ ਸੀ। 35 ਹਜ਼ਾਰ ਨਿਹੰਗ ਸਿੰਘ ਸੀ ਦਲਾਂ ਦੇ ਵਿੱਚ, 35 ਹਜ਼ਾਰ। ਅੱਜ 35 ਨਹੀਂ ਲੱਭਦਾ। ਕਿਉਂ? ਇਹਨਾਂ ਦੀਆਂ ਕਰਤੂਤਾਂ ਗੰਦੀਆਂ, ਇਹਨਾਂ ਦੀਆਂ ਭੈੜੀਆਂ ਕਰਤੂਤਾਂ ਇਹਨਾਂ ਦੀਆਂ। ਉਸ ਵਕਤ ਦਲਾਂ ਦੇ ਵਿੱਚ ਮਰਿਆਦਾ ਸੀ, ਦਲਾਂ ਦੇ ਵਿੱਚ ਵਿੱਦਿਆ ਸਿਖਾਈ ਜਾਂਦੀ ਸੀ, ਦਲਾਂ ਦੇ ਵਿੱਚ ਸੰਥਿਆ ਕਰਵਾਈ ਜਾਂਦੀ ਸੀ, ਦਲਾਂ ਦੇ ਵਿੱਚ ਗੱਤਕੇ ਦੀ ਵਿੱਦਿਆ ਸਿਖਾਈ ਜਾਂਦੀ ਸੀ। 35 ਹਜ਼ਾਰ ਨਿਹੰਗ ਸਿੰਘ। ਅਹਿਮਦ ਸ਼ਾਹ ਅਬਦਾਲੀ ਦੇ ਨਾਲ ਜਦੋਂ ਜੰਗ ਹੋਇਆ, ਪੰਜਾਬ ਸਰਕਾਰ ਨੇ ਕੁੱਪ ਹਰੀੜਾ ਦਾ ਯਾਦਗਾਰ ਬਣਾਈ। ਪੰਜਾਬ ਸਰਕਾਰ ਨੇ ਕੁੱਪ ਹਰੀੜਾ ਦੀ ਮਾਲਵੇ ਦੇ ਵਿੱਚ, ਜਿਹੜੇ ਮੇਰੇ ਵੀਰਾਂ ਨੂੰ ਪਤਾ ਆ ਸਾਰਿਆਂ ਨੂੰ। 35 ਹਜ਼ਾਰ ਨਿਹੰਗ ਸਿੰਘ ਸੀ ਜਦੋਂ ਕੁੱਪ ਹਰੀੜਾ ਦਾ ਸਾਕਾ ਵਾਪਰਿਆ ਦਲ ਦੇ ਵਿੱਚ, ਜਿਹਦੇ ਵਿੱਚ 15 ਹਜ਼ਾਰ ਨਿਹੰਗ ਸਿੰਘ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਲੋਹਾ ਲੈਂਦਾ ਹੋਇਆ, ਅਹਿਮਦ ਸ਼ਾਹ ਅਬਦਾਲੀ ਨਾਲ ਜੰਗ ਕਰਦਾ ਹੋਇਆ, ਇਸ ਦੇਸ਼ ਦੀਆਂ ਬਹੁ ਬੇਟੀਆਂ ਨੂੰ ਛਡਾਉਂਦਾ ਆਇਆ। ਇਸ ਦੇਸ਼ ਦੀਆਂ ਨੂੰ ਬਾਬਾ ਦੀਪ ਸਿੰਘ ਜੀ ਨੇ ਚੰਬੇ ਦੀ ਰਾਜਕੁਮਾਰੀ, ਜਿਹੜੀ ਪਦਮਨੀ ਨਸਲ ਦੀ ਰਾਜਕੁਮਾਰੀ ਸੀ, ਉਹਨੂੰ ਆਪਣੇ ਹੱਥੀਂ ਛਡਾ ਕੇ ਛੱਡ ਕੇ ਆਏ ਸਨ ਚੰਬੇ। ਜਦੋਂ ਇਸ ਦੇਸ਼ ਦੇ ਵਿੱਚੋਂ, ਇਸ ਹਿੰਦੁਸਤਾਨ ਭਾਰਤ ਦੇ ਵਿੱਚੋਂ ਅਹਿਮਦ ਸ਼ਾਹ ਅਬਦਾਲੀ ਇਸ ਦੇਸ਼ ਨੂੰ ਲੁੱਟ ਕੇ ਲੈ ਕੇ ਜਾਂਦਾ ਸੀ, ਇਸ ਦੇਸ਼ ਦੀਆਂ ਬਹੁ ਬੇਟੀਆਂ ਨੂੰ ਗਜਨੀ ਦੀਆਂ ਮੰਡੀਆਂ ਦੇ ਵਿੱਚ ਨੰਗੀਆਂ ਕਰਕੇ ਵੇਚਦੇ ਸੀ। ਅੱਜ ਵੀ ਫੋਟੋ ਇੱਕ
ਕਿਸੇ ਦੀ ਪੇਂਟਿੰਗ ਸੋਸ਼ਲ ਮੀਡੀਆ ਤੇ ਘੁੰਮਦੀ ਰਹਿੰਦੀ ਹੈ ਤਾਂ ਫੜੀ ਹੋਈ ਇਸਤਰੀ ਤੇ ਉਹ ਅਲਫ ਨੰਗੀ ਆ ਇਸਤਰੀ ਇਸ ਪ੍ਰਕਾਰ ਦੇ ਨਾਲ। ਜਦੋਂ ਇਸ ਦੇਸ਼ ਦੀਆਂ ਬਹੂ ਬੇਟੀਆਂ ਨੂੰ ਅਹਿਮਦ ਸ਼ਾਹ ਅਬਦਾਲੀ ਗਜਨੀ ਦੀਆਂ ਮੰਡੀਆਂ ਦੇ ਵਿੱਚ ਨੰਗੀਆਂ ਕਰਕੇ ਵੇਚਦਾ ਸੀ, ਤੇ ਜਦੋਂ ਪੰਜਾਬ ਦੇ ਵਿੱਚੋਂ ਇੱਥੋਂ ਲਾਹੌਰ ਦੇ ਵਿੱਚੋਂ ਇਸ ਪੰਜਾਬ ਦੀ ਧਰਤੀ ਦੇ ਵਿੱਚ ਉਹਨਾਂ ਨੂੰ ਲੈ ਕੇ ਲੰਘਦਾ ਸੀ, ਕਿਉਂਕਿ ਰਸਤਾ ਇਹੀ ਸੀ ਖੈਬਰ ਦਾ ਦਰਾ, ਇਹੀ ਰਸਤਾ ਸੀ ਇੱਕ ਉੱਧਰ ਨੂੰ ਕਾਬਲ ਕੰਧਾਰ ਅਫਗਾਨਿਸਤਾਨ ਨੂੰ ਜਾਣ ਵਾਸਤੇ ਖੈਬਰ ਦਾ ਦਰਾ, ਤਾਂ ਮੋਹਰੇ ਨਿਹੰਗ ਸਿੰਘ ਘੇਰ ਕੇ ਉਹਨੂੰ ਲੁੱਟ ਲਿਆ ਕਰਦੇ ਸਨ। ਨਿਹੰਗ ਸਿੰਘ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਕੇ ਜੰਗ ਮਚਾ ਕੇ ਅਹਿਮਦ ਸ਼ਾਹ ਅਬਦਾਲੀ ਦੇ ਕੋਲੋਂ ਉਹਨਾਂ ਬਹੂ ਬੇਟੀਆਂ ਨੂੰ ਛਡਾ ਲਿਆ ਕਰਦੇ ਸਨ। ਅੱਜ ਦੀਆਂ ਇਹਨਾਂ ਦੀਆਂ ਕਰਤੂਤਾਂ ਨਹੀਂ ਚੌਰਿਆਂ ਦੀਆਂ। ਜੇ ਉਹੋ ਜਿਹੇ ਲੋਕ ਜਿਨ੍ਹਾਂ ਨੇ ਆਪਣਾ ਸਿਰ ਵਾਰ ਦੇਣਾ, ਜਿਹੜੇ ਇਸ ਦੇਸ਼ ਦੀਆਂ ਬਹੂ ਬੇਟੀਆਂ ਵਾਸਤੇ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਕੀਤੀਆਂ, ਤੇ ਜੋ ਬੱਕਰਾ ਖਾ ਵੀ ਲੈਣ ਤੇ ਕੀ ਮਾੜਾ ਹੋ ਗਿਆ ਹੋਵੇ। ਜੱਸਾ ਸਿੰਘ ਆਹਲੂਵਾਲੀਏ ਦੀ ਸਾਖੀ ਆਉਂਦੀ, ਕਹਿੰਦੇ ਇੱਕ ਬੱਕਰਾ ਛਕਦਾ ਸੀ ਰੋਜ਼ ਦਾ, ਇੱਕ ਬੱਕਰਾ, ਕਿਉਂਕਿ ਆਟਾ ਕਿੱਥੋਂ ਆਣਾ, ਕਣਕ ਕਿੱਥੋਂ ਆਣੀ ਆ, ਸ਼ਿਕਾਰ ਹੀ ਖੇਲਣਾ, ਸ਼ਿਕਾਰ ਖੇਲਣ ਨਾਲ ਜੰਗ ਦਾ ਅਭਿਆਸ ਹੋ ਜਾਣਾ, ਤੇ ਨਾਲੇ ਜਿਵੇਂ ਬੱਕਰੇ ਦਾ ਸਿਰ ਝਟਕਦੇ ਸੀ ਇਸੇ ਪ੍ਰਕਾਰ ਦੇ ਨਾਲ ਮੁਗਲਾਂ ਦੇ ਸਿਰ ਝਟਕ ਸੜਦੇ ਸਨ। ਜਦੋਂ ਜੰਗ ਹੁੰਦੀ ਵਾਹ ਦਈ, ਇਧਰੋਂ ਵੀ ਤਲਵਾਰ ਆ ਰਹੀ, ਇਧਰੋਂ ਵੀ ਤਲਵਾਰ ਆ ਰਹੀ ਆ। ਬਾਬਾ ਦੀਪ ਸਿੰਘ ਨਾਲ ਜੰਗ ਹੋਇਆ ਤੇ ਸੀਸੇ ਹੀ ਲੈ ਗਏ ਉੱਥੇ, ਹੋਰ ਕੀ ਹੋਣਾ ਜੰਗ ਦੇ ਵਿੱਚ, ਸਿਰ ਹੀ ਲੱਥਣੇ ਨੇ, ਹੋਰ ਕੀ ਹੋਏਗਾ। ਤੇ ਜਿਹੜੇ ਦਲ ਪੰਥ ਸਨ ਇਹ ਪ੍ਰਚਾਰ ਵਾਸਤੇ ਤਿਆਰ ਕੀਤੇ ਸਨ, ਇਸ ਕਰਕੇ 35,000 ਨਿਹੰਗ ਸਿੰਘ ਸੀ ਉਸ ਵੇਲੇ। ਪੂਰੇ ਪੰਜਾਬ ਦੇ ਵਿੱਚ ਦਲ ਪੰਥ ਉਸ ਵਕਤ ਵਿਚਰਦਾ ਸੀ। ਜੱਸਾ ਸਿੰਘ ਆਹਲੂਵਾਲੀਆ ਆਪ ਕੀਰਤਨ ਕਰਦਾ ਸੀ ਦੁਤਾਰੇ ਦੇ ਨਾਲ, ਆਪ ਕੀਰਤਨ। ਰਾਗੀ ਸਿੰਘ ਸੀ, ਬਹੁਤ ਮਹਾਨ ਸੰਗੀਤਕਾਰ ਸੀ ਜੱਸਾ ਸਿੰਘ ਆਹਲੂਵਾਲੀਆ। ਸ਼ਰਮ ਆਉਂਦੀ ਮੈਨੂੰ ਜਦੋਂ ਇਹ ਆਪਣੇ ਆਪ ਨੂੰ ਜੱਸਾ ਸਿੰਘ ਆਹਲੂਵਾਲੀਏ ਦੇ ਵਾਰਸ ਕਹਾਉਂਦੇ ਆ, ਦਿਲ ਕਰਦਾ ਜੁੱਤੀ ਲਾ ਲਈ ਇਹਨਾਂ ਦੇ ਦੁਆਲੇ, ਨਾ ਬਦਨਾਮ ਕਰਦੇ ਜੱਸਾ ਸਿੰਘ ਆਹਲੂਵਾਲੀਏ ਦਾ। ਦਲ ਦਾ ਕੰਮ ਕੀ ਆ, ਪੰਥ ਦਾ ਕੰਮ ਕੀ ਆ, ਤੇ ਅੱਜ ਕੀ ਆ ਇਹਨਾਂ ਦਾ ਕੰਮ। ਅੱਜ ਕੀ ਕੰਮ ਆ ਅੱਜ ਦੀ ਡੇਟ ਦੇ ਵਿੱਚ ਇਹਨਾਂ ਦਲਾਂ ਦਾ। ਅੱਜ ਇਹਨਾਂ ਦਾ ਕੰਮ ਇਹ ਆ ਕਿ ਪਿੰਡਾਂ ਦੇ ਵਿੱਚ ਜਾ ਕੇ ਪੜਾ ਲਾਣੇ ਆ। ਜਿਸ ਪਿੰਡ ਦੇ ਵਿੱਚ ਪੜਾ ਲਾਣਾ ਆ ਉਸ ਪਿੰਡ ਦਾ ਬੱਕਰਾ ਚੁੱਕਣਾ ਆ, ਉਹ ਚੱਕ ਕੇ ਅੱਗੇ ਲਿਜਾ ਕੇ ਵੱਢਣਾ ਆ ਚੋਰੀ। ਜਾਂਦਿਆਂ ਨੇ ਇਹਨਾਂ ਨੇ ਜਾ ਕੇ ਆਪਣਾ ਡੰਡਾ ਸੋਟਾ ਤਿਆਰ ਕਰ ਲੈਣਾ, ਜਾਂਦਿਆਂ ਨੇ ਭੰਗ ਰਗੜਨ ਬਹਿ ਜਾਣਾ, ਇਹਨਾਂ ਨੇ ਉਹ ਰਗੜਨੀ ਆ, ਤੇ ਉਹ ਆਪਣੀ ਭੰਗ ਪੀਣੀ ਆ, ਬੱਕਰਾ ਖਾਣਾ, ਤੇ ਆਪਣਾ ਇਹਨਾਂ ਦਾ ਆਨੰਦ ਮੰਗਲਿਆ। ਉਹਨੂੰ ਇੱਕ ਖੁਸ਼ੇ ਕਹਿੰਦੇ ਨੇ, ਅਸੀਂ ਖੁਸ਼ੇ ਲੁੱਟ ਰਹੇ ਆ। ਕੌਮ ਦਾ ਪੰਥ ਦਾ ਇਹਨਾਂ ਨੂੰ ਕੋਈ ਨਹੀਂ ਆ। ਕੋਈ ਮਰਦਾ ਮਰ ਜਾਵੇ, ਜਿੱਥੇ ਮਰਜੀ ਗੁਰੂ ਸਾਹਿਬ ਦੇ ਸਰੂਪ ਕੋ ਜਾਲ ਦੇਵੇ, ਫੂਕ ਦੇਵੇ, ਕੋ ਫਲੈਛਾਂ ਦੇ ਥੱਲੇ ਦੱਬ ਦੇਵੇ, ਭਾਵੇਂ ਅਸਾਈ ਇਹਨਾਂ ਨੂੰ ਗੰਦੀਆਂ ਗਾਲਾਂ ਕੱਢ ਜਾਣ, ਇਹਨਾਂ ਨੇ ਗੁਰੂ ਸਾਹਿਬਾਂ ਦੀ ਨਿੰਦਿਆ ਕਰ ਜਾਣ, ਇਹਨਾਂ ਨੂੰ ਕੋਈ ਫਰਕ ਨਹੀਂ ਆ। ਇਹਨਾਂ ਨੂੰ ਫਰਕ ਉਦੋਂ ਪੈਂਦਾ ਆ, ਇਹ ਉਦੋਂ ਪਿੱਟ ਉਤਰਦੇ ਨੇ, ਉਦੋਂ ਇਹ ਮਾਰਨ ਪੈਂਦੇ ਨੇ, ਮਾਰਨ। ਜਦੋਂ ਇਹਨਾਂ ਨੂੰ ਕੋਈ ਕਹਿ ਦੇਵੇ ਵੀ ਬੱਕਰਾ ਨਾ ਖਾਓ, ਏ ਉਹ ਬੱਕਰੇ ਨਾ ਵੱਢੋ, ਇਹ ਮਾੜੀ ਗੱਲ ਆ, ਬੱਕਰੇ ਕਿਉਂ ਖਾਂਦੇ ਆ, ਜਿਹੜਾ ਇਹ ਗੱਲ ਇਹਨਾਂ ਬੰਦਿਆਂ ਨੂੰ ਕਹਿ ਦੇਵੇ, ਉਹਦੇ ਸੀਨੇ ਦੇ ਵਿੱਚ ਬਰਸ਼ੀ ਲੰਘਾਉਣ ਨੂੰ ਤਿਆਰ ਹੋ ਜਾਂਦੇ ਕਿ ਸਾਨੂੰ ਬੱਕਰੇ ਖਾਣ ਤੋਂ ਨਾ ਰੋਕੋ, ਅਸੀਂ ਬੱਕਰੇ ਖਾਣੇ ਆ, ਅਸੀਂ ਛੱਤਰੀ ਆ। ਆਪਣੇ ਨਾਲ ਦੇ ਨਿਹੰਗ ਸਿੰਘ ਦੇ ਮੇਰੇ ਵਰਗੇ ਬੰਦੇ ਦੀ ਛਾਤੀ ਦੇ ਵਿੱਚ ਹੀ ਬਰਸ਼ੀ ਲੰਘਾ ਕੇ ਇਹ ਬੱਕਰਾ ਵੱਢਣਾ ਚਾਹੁੰਦੇ ਨੇ। ਇਹ ਕਰਤੂਤ ਇਹਨਾਂ ਦੀ। ਤੇ ਇਹਨਾਂ ਦੇ ਸਾਹਮਣੇ ਕੋਈ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪਾੜ ਦੇਵੇ, ਇਹਨਾਂ ਦੇ ਸਾਹਮਣੇ ਕੋਈ ਦਸਮ ਗ੍ਰੰਥ ਨੂੰ ਅੱਗ ਲਾ ਦੇਵੇ, ਉੱਥੋਂ ਭੱਜ ਜਾਂਦੇ ਸਿਰ ਪਲੋਸ ਕੇ। ਐਡੇ ਡਰਪੋਕ ਗਿੱਦੜ ਆ ਇਹ, ਗਿੱਦੜਾਂ ਦੀਆਂ ਡਾਰਾਂ ਆ ਇਹ, ਸ਼ੇਰਾਂ ਦੇ ਡੇਰਿਆਂ ਤੇ ਗਿੱਦੜ ਕਰਨ ਕਲੋਲਾਂ। ਗਿੱਦੜਾਂ ਦੇ ਕੋਲ ਦਲ ਪੰਥ ਆ ਗਿਓ ਆ, ਇਹ ਹੈ ਤੇ ਸ਼ੇਰਾਂ ਦੀਆਂ ਮਾਰਾਂ, ਇਹ ਬਾਬਾ ਦੀਪ ਸਿੰਘ ਵਰਗਿਆਂ ਦੀਆਂ ਗਿੱਦੜ ਆ ਗਏ ਨੇ, ਗਿੱਦੜਾਂ ਦੇ ਕੋਲ ਆ। ਕਰਤੱਵ ਕੀ ਇਹਨਾਂ ਦਾ ਕੰਮ, ਤੇ ਇਹਨਾਂ ਨੇ ਇਹ ਕਰਨਾ ਸੀ ਜਿਸ ਵੀ ਪਿੰਡ ਦੇ ਵਿੱਚ ਜਾ ਕੇ ਪੜਾ ਲਾਦੇ, ਉੱਥੇ ਜਾਂਦੇ ਦੀਵਾਨ ਲਾਦੇ, ਕੀਰਤਨ ਕਰਦੇ, ਜਾ ਕੇ ਅਨਾਉਂਸਮੈਂਟ ਕਰਦੇ, ਭਾਈ ਖਾਲਸਾ ਪੰਥ ਆਇਆ, ਅੱਜ ਸਾਰਿਆਂ ਨੇ ਇੱਥੇ ਆਉਣਾ, ਸਾਡੇ ਪੰਥ ਦੇ ਵਿੱਚ ਦਲ ਦੇ ਵਿੱਚ ਆਉਣਾ ਆ ਕੇ ਇੱਥੇ ਸਾਡੇ ਕੋਲ ਪ੍ਰਸ਼ਾਦਾ ਛਕਣਾ ਆ, ਰਾਤ ਨੂੰ ਅਸੀਂ ਕੀਰਤਨ ਕਰਨਾ ਆ, ਕਥਾ ਹੋਵੇਗੀ। ਦਲ ਪੰਥ ਦੇ ਰਾਗੀ ਸਿੰਘ ਆਏ ਨੇ, ਦਲ ਪੰਥ ਦੇ ਕਥਾਵਾਚਕ ਸਿੰਘ ਆਏ ਨੇ, ਰਾਤ ਨੂੰ ਕਥਾ ਹੋਵੇਗੀ, ਦੂਜੇ ਦਿਨ ਅੰਮ੍ਰਿਤ ਸੰਚਾਰ ਹੋਵੇਗਾ। ਇਹ ਆ ਦਲ ਦੀ ਮਰਿਆਦਾ। ਕਰਦੇ ਕੀ ਆ, ਰਾਤ ਨੂੰ ਸ਼ਰਾਬ ਪੀਂਦੇ ਆ, ਬੱਕਰੇ ਖਾਂਦੇ, ਹੱਡੀਆਂ ਖਿਲਾਰਦੇ ਆ, ਤੇ ਦੂਜੇ ਦਿਨ ਸਵੇਰ ਨੂੰ ਉੱਠ ਕੇ ਦੌੜ ਜਾਂਦੇ ਆ ਪਿੰਡ ਦਾ ਕੋਈ ਨੁਕਸਾਨ ਕਰਕੇ, ਪਿੰਡ ਦਾ ਕੋਈ ਬੱਕਰਾ ਚੱਕ ਕੇ। ਇਹ ਇਹਨਾਂ ਦੀਆਂ ਕਰਤੂਤਾਂ ਹੈ। ਇੱਥੋਂ ਹਿਸਾਬ ਲਾ ਲਓ, ਇਹ ਨਿਹੰਗ ਸਿੰਘ ਹੈ, ਇਹ ਭੇਖੀ ਨਹੀਂ ਹੈ। ਤਾਂ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਹਾਂ, ਗੁਰੂ ਦੇ ਪਿਆਰਿਓ, ਗੁਰਮੁਖੋ ਵੀਰੋ, ਜਦੋਂ ਗਾਲ ਕੱਢਦੇ ਹੁੰਦੇ ਇੱਦਾਂ ਦੇ ਤੋਂ ਭਾਵੇਂ ਕੱਢ ਲਿਆ ਕਰੋ, ਪਰ ਸਾਰਿਆਂ ਨੂੰ ਨਾ ਕੱਢਿਆ ਕਰੋ। ਇੱਦਾਂ ਦਿਆਂ ਨੂੰ ਤਾਂ ਮੈਂ ਕਹਿੰਦਾ ਘੇਰ ਕੇ ਪੁੱਛੋ, ਰੋਕ ਕੇ ਪੁੱਛੋ। ਸਾਰਿਆਂ ਨੂੰ ਮੈਂ ਬੇਨਤੀ ਕਰਦਾ, ਮੈਂ ਅਕਾਲ ਤਖਤ ਦੇ ਜਥੇਦਾਰ ਨੂੰ ਵੀ ਕਹਿੰਦਾ, ਜਿਹੜਾ ਵੀ ਆ, ਕਿਉਂਕਿ ਅੱਜ ਕੱਲ੍ਹ ਜਥੇਦਾਰ ਬਹੁਤੇ ਹੋ ਗਏ ਨੇ, ਜਿਹੜਾ ਵੀ ਆ, ਜਿਹੜਾ ਐਕਸ਼ਨ ਲੈ ਲਵੇ ਇਸ ਗੱਲ ਤੇ, ਜਿਹੜਾ ਇਸ ਮੁੱਦੇ ਤੇ ਐਕਸ਼ਨ ਲੈ ਲਵੇ, ਜਿਹੜਾ ਇਸ ਮੁੱਦੇ ਤੇ ਜੁਰਤ ਦੇ ਨਾਲ ਖੜ ਜਾਵੇ, ਜਿਹੜਾ ਇਸ ਮੁੱਦੇ ਤੇ ਜੁਰਤ ਨਾ ਬੋਲੇ, ਉਹਨੂੰ ਮੈਂ ਕਹਿੰਦਾ ਕਿ ਬੋਲ, ਪੁੱਛ ਇਹਨਾਂ ਨੂੰ ਕਿਉਂ ਇਹ ਕਲੰਕਿਤ ਕਰਦੇ ਗੁਰੂ ਦੀ ਸਿੱਖੀ ਨੂੰ। ਜਦੋਂ 1-1 ਕਰੋੜ, ਜਦੋਂ 50-50 ਲੱਖ ਬੰਦਾ ਸੋਸ਼ਲ ਮੀਡੀਆ ਦੇ ਉੱਤੇ ਕਰਤੂਤਾਂ ਦੇਖਦਾ, ਉਹ ਸਾਡੀ ਸਾਖ ਕੀ ਜਾਂਦੀ ਹੈ ਦੁਨੀਆ ਦੇ ਵਿੱਚ।
ਕੀ ਲੋਕ ਸੋਚਦੇ ਆ ਨਿਰਦਈ ਲੋਕ, ਕਸਾਈ ਲੋਕ, ਝਟਕਈ ਲੋਕ ਨੇ, ਗੁਰੂ ਗੋਬਿੰਦ ਸਿੰਘ ਦੇ ਵਾਰਸਾਂ ਲੋਕ ਨੇ? ਦੱਸ ਦਿਓ, ਇਸ ਗੱਲ ਦਾ ਜਵਾਬ ਦੇ ਦਿਓ। ਤੁਸੀਂ ਸਮਝ ਗਏ ਹੋਵੋਗੇ ਕਿ ਕਿਉਂ ਲੋੜ ਸੀ ਉਸ ਵਕਤ ਦੇ ਵਿੱਚ ਬੱਕਰੇ ਖਾਣ ਦੀ। ਮੈਂ ਬੜੀ ਡਿਟੇਲ ਦੇ ਨਾਲ ਇਹ ਗੱਲ ਸਮਝਾਈ ਸ਼ਿਕਾਰ ਕਰਨ ਦੀ। ਅੱਜ ਦੇ ਟਾਈਮ ਦੇ ਵਿੱਚ ਲੋੜ ਨਹੀਂ ਆ। ਮਹਾਰਾਜ ਨੇ ਸਪਸ਼ਟ ਕਿਹਾ, ਵਕਤ ਕੋ ਵਕਤ ਥੋ ਗੁਰੂ ਵਿਚਾਰਾ। ਕਹਿੰਦੇ ਵਕਤ ਤੇ ਇੱਕ ਵਕਤ ਦੀ ਵਿਚਾਰ ਕਰਕੇ ਸਤਿਗੁਰੂ ਪਾਤਸ਼ਾਹ ਨੇ ਰੀਤ ਚਲਾਈ ਸੀ। ਭੀੜ ਭੁੱਖ ਉਹਨੂੰ ਸਿਰ ਨਹੀਂ ਜਾਨੀ, ਰਾਜਨੀਤ ਕੋ ਹੁਤਨ ਗਿਆਨੀ। ਭੀੜ ਭੁੱਖ ਭੀੜ ਕੋ ਜਤਨ ਨਾ ਲਖਾ, ਪੰਥ ਕਰਨ ਚਾਹੋ ਸੋ ਉਨਕੋ ਵਖਾ। ਦੋਹਰਾ ਸਤਿਗੁਰੂ ਖੂਬ ਵਿਚਾਰ ਥੀ, ਕਰੀ ਸਰਬੰਗੀ ਰੀਤ। ਕਹਿੰਦੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਹੁਤ ਵਿਚਾਰ ਕਰਕੇ ਦੂਰ ਦੀ ਦ੍ਰਿਸ਼ਟੀ ਦੇਖ ਕੇ ਸਰਬੰਗੀ ਰੀਤ ਚਲਾਈ ਵੀ ਕੋਈ ਗੱਲ ਨਹੀਂ, ਛਕ ਲਿਆ ਕਰੋ, ਲੋੜ ਰਹਿਣੀ ਆ। ਹੁਣ ਨਹੀਂ ਆ, ਹੁਣ ਬਿਲਕੁਲ ਨਹੀਂ ਆ। ਕੋਈ ਛਤਰੀ ਧਰਮ ਨਹੀਂ ਆ। ਸ਼ਸਤਰਧਾਰੀ ਹੋ ਕੇ ਤੁਸੀਂ ਕੋਈ ਨਹੀਂ ਕਿਸੇ ਦਾ ਕੁਝ ਵੀ ਸਵਾਰਦੇ। ਅੱਜ ਤੱਕ ਜਦੋਂ ਕੋਈ ਮੈਗਜ਼ੀਨਾਂ ਦੇ ਵਿੱਚ ਜਦੋਂ ਕਿਤੇ ਕੋਈ ਹੁੰਦੀ ਸੀ, ਗੱਲਬਾਤ ਹੁੰਦੀ ਸੀ, ਜਦੋਂ ਕੋਈ ਉੱਠ ਕੇ ਤਾਨਾ ਮਾਰਦਾ ਸੀ ਨਾ, ਜਦੋਂ ਕੋਈ ਕੌਮ ਦਾ ਮੋਰਚਾ ਲੱਗਣਾ ਤੇ ਕਿਸੇ ਨੇ ਉੱਠ ਕੇ ਤਾਨਾ ਮਾਰਨਾ, ਉਹ ਨਿਹੰਗ ਕਿੱਥੇ ਹੋਏ, ਉਹ ਆਏ ਨਹੀਂ ਕੌਮ ਦੇ ਮੋਰਚੇ ਦੇ ਵਿੱਚ। ਤੇ ਮੈਨੂੰ ਬੜਾ ਦੁੱਖ ਲੱਗਣਾ। ਮੈਂ ਕਹਿਣਾ ਯਾਰ ਨਿਹੰਗ ਸਿੰਘ ਕੀ ਕਰਨ, ਉਹ ਵਿਚਾਰੇ ਘੋੜਿਆਂ ਨੂੰ ਪੱਠੇ ਪਾਉਣ ਜਾਂ ਕਿਆ ਕਰਨ, ਉਹ ਕਿੱਦਾਂ ਆ ਸਕਦੇ ਆ। ਮੈਂ ਇੱਦਾਂ ਸੋਚਦਾ ਹੁੰਦਾ ਸੀ ਜਦੋਂ ਕਿਸੇ ਨੇ ਨਾ ਮੈਗਜ਼ੀਨ 'ਚ ਲਿਖਣਾ, ਜਦੋਂ ਕਿਸੇ ਨੇ ਤਾਨਾ ਮਾਰਨਾ, ਨਿਹੰਗ ਤਾਂ ਦੀਦਾ ਹੀ ਨਹੀਂ ਕਿਸੇ ਵੀ ਮੋਰਚੇ ਦੇ ਵਿੱਚ ਜਾਂ ਕਿਤੇ ਵੀ। ਤੇ ਮੈਂ ਕਹਿਣਾ ਯਾਰ ਇਹ ਕੀ ਕਰ ਸਕਦੇ ਵਿਚਾਰੇ, ਇਹ ਤੇ ਘੋੜਿਆਂ ਜੋਗੇ ਹੀ, ਇਹ ਤੇ ਘੋੜਿਆਂ ਨੂੰ ਪੱਠੇ ਪਾ ਸਕਦੇ, ਹੋਰ ਕੀ ਕਰ ਸਕਦੇ ਆ, ਇਹ ਕਿੰਝ ਆ ਸਕਦੇ ਆ, ਇਹਨਾਂ ਦੀ ਤਾਂ ਗਿਣਤੀ ਥੋੜੀ ਹੈ। ਪਰ ਅੱਜ ਮੈਂ ਗੱਲ ਕਹਿੰਦਾ, ਜਦੋਂ ਈਸਾਈਆਂ ਦਾ ਮੋਰਚਾ ਲੱਗਾ, ਉਹ ਮੈਂ ਕਹਿੰਦਾ ਦੁਸ਼ਟ ਗਦਾਰ ਆ, ਇਹ ਤਾਂ ਨਿਹੰਗ ਸਿੰਘ ਹੈ ਹੀ ਨਹੀਂ। ਇਹ ਸੋਚਦਾ ਮੈਂ ਇਹਨਾਂ ਦੀ ਕਰਤੂਤਾਂ ਦੇਖ ਕੇ। ਇਹ ਸੱਚਮੁੱਚ ਜੁੱਤੀਆਂ ਦੇ ਯਾਰ ਨੇ ਲੋਕ, ਇਹ ਵਿਗੜੇ ਹੋਏ ਲੋਕ ਨੇ, ਵਿਗੜੈਲ ਲੋਕ ਨੇ, ਜਿਨ੍ਹਾਂ ਦਾ ਜੀਵਨ ਨਹੀਂ ਆ, ਜੀਵਨ ਦੇ ਪੱਧਰ ਤੋਂ ਡਿੱਗ ਚੁੱਕੇ ਲੋਕ ਨੇ। ਇਹਨਾਂ ਨੂੰ ਕੋਈ ਕਥਾ ਨਹੀਂ ਆਉਂਦੀ, ਇਹਨਾਂ ਨੂੰ ਕੋਈ ਕਹਾਣੀ ਨਹੀਂ ਆਉਂਦੀ, ਇਹ ਕੋਈ ਗੁਰਬਾਣੀ ਦਾ ਸ਼ਬਦ ਨਹੀਂ ਸੁਣਾ ਸਕਦੇ, ਇਹ ਸਿਰਫ ਬੱਕਰੇ ਵੱਢ ਕੇ ਵੀਡੀਓ ਪਾ ਸਕਦੇ ਨੇ। ਇਹ ਇੰਨੀ ਕਰਤੂਤ ਦੇ ਮਾਲਕ ਲੋਕ ਨੇ। ਸੋ ਇਸ ਪ੍ਰਕਾਰ ਦੇ ਨਾਲ ਸਾਰੇ ਮੇਰੇ ਵੀਰ ਸਮਝ ਚੁੱਕੇ ਨੇ ਇਸ ਘਟਨਾ ਨੂੰ। ਇਹ ਪ੍ਰੇਮ ਦੇ ਨਾਲ ਸਰਵਣ ਕਰ ਲਓ, ਇੱਕ ਵਾਰੀ ਕਰ ਲਓ, ਦੋ ਵਾਰੀ ਕਰ ਲਓ, ਤੁਹਾਨੂੰ ਪੂਰਾ ਨਿਚੋੜ ਮਿਲ ਗਿਆ ਇਸ ਚੀਜ਼ ਦਾ। ਇਹ ਵਾਰ-ਵਾਰ ਨਾ ਪੁੱਛਿਓ ਕਿ ਬੱਕਰੇ ਖਾਣੇ ਵਾਲੇ ਕੌਣ ਨੇ, ਇਹ ਕਿਸ ਪ੍ਰਕਾਰ ਦੇ ਲੋਕ ਨੇ। ਇਹ ਮੈਨੂੰ ਪੁੱਛੋ ਤੁਸੀਂ, ਮੈਂ ਵੀ ਖਾਂਦਾ ਆ। ਹੁਣ ਤੁਸੀਂ ਵੇਖਿਓ ਆ ਜਦੋਂ ਵੀਡੀਓ ਬੰਦ ਹੋਣੀ ਨਾ, ਇਹਨਾਂ ਨੇ ਮਿਰਚਾਂ ਲੱਗਣੀਆਂ, ਇਹਨਾਂ ਨੇ ਵੇਖਿਓ ਕਿੰਨੀਆਂ ਵੀਡੀਓ ਮੇਰੇ ਖਿਲਾਫ ਬਣਾ ਕੇ ਪਾਉਣੀਆਂ, ਮੈਨੂੰ ਝੂਠਾ ਸਾਬਤ ਕਰਨ ਲਈ, ਮੈਨੂੰ ਕਲੰਕਿਤ ਕਰਨ ਵਾਸਤੇ। ਵੇਖਿਓ ਇਹਨਾਂ ਨੇ ਕਿੰਨਾ ਪਿੱਟਣਾ। ਪਰ ਮੈਂ ਅੱਜ ਹੀ ਹੁਣੇ ਕਹਿ ਦੇਣਾ ਚਾਹੁੰਦਾ ਆ, ਕਿਉਂ ਪਿੱਟਣਾ ਬਈ ਤੁਸੀਂ, ਕਿਉਂ? ਕਿਉਂਕਿ ਤੁਹਾਡੀ ਪੋਲ ਖੋਲਦਾ ਮੈਂ, ਤੁਹਾਡੀਆਂ ਕਰਤੂਤਾਂ ਫਰੋਲੀਆਂ ਸਾਰੀਆਂ, ਇਸ ਕਰਕੇ ਤੁਸੀਂ ਪਿੱਟਣਾ। ਜਿਸ ਵੀ ਮਨੁੱਖ ਨੇ ਮੇਰੇ ਉੱਤੇ ਇਹ ਇਲਜ਼ਾਮ ਲਾਉਣਾ ਆ ਕਿ ਮੈਂ ਬੱਕਰੇ ਖਾਂਦਾ ਰਿਹਾ ਜਾਂ ਮੈਂ ਬੱਕਰੇ ਵਢਾਉਂਦਾ ਰਿਹਾ, ਪਹਿਲਾਂ ਫੋਟੋ ਲੈ ਕੇ ਆਓ, ਸਬੂਤ ਲੈ ਕੇ ਆਓ, ਗਵਾਹੀ ਲੈ ਕੇ ਆਓ। ਜਿਹੜਾ ਬੰਦਾ ਕਹੇ ਕਿ ਹਾਂ ਇਹ ਬੱਕਰੇ ਵੱਢਦਾ ਰਿਹਾ, ਅਸੀਂ ਇਹਨੂੰ ਦੇਖਿਆ, ਸਬੂਤ ਲੈ ਕੇ ਆਉਣਾ ਚਾਹੀਦਾ, ਬਕਾਇਦਾ ਸਬੂਤ। ਇਹ ਨਹੀਂ ਕਿ ਮੂੰਹ ਚੁੱਕਿਆ। ਇੱਕ ਪਿਛਲੇ ਵਾਰੀ ਕਹਿਣ ਲੱਗਾ, ਕਹਿੰਦਾ ਜੀ 1992 ਤੋਂ ਇਹ ਪੂਲੇ ਦੇ ਨਾਲ ਰਹਿੰਦਾ, ਉਹ ਚੌਰਿਓ 99 'ਚ ਮੇਰਾ ਜਨਮ ਹੋਇਆ ਤੇ 3 ਸਾਲਾਂ ਦਾ ਪੂਲੇ ਦੇ ਨਾਲ ਰਹਿੰਦਾ ਸੀ। ਇਹੋ ਜਿਹੀਆਂ ਬੇਹੁਦਾ ਹਰਕਤਾਂ ਨਹੀਂ ਕਰਨੀਆਂ, ਨਹੀਂ ਹੋਰ ਵੀ ਤੁਹਾਨੂੰ ਠੋਕ ਕੇ ਜਵਾਬ ਦਿਆਂਗੇ। ਇੱਥੇ ਮੇਰੇ ਸੋਸ਼ਲ ਮੀਡੀਆ ਦੇ ਅਕਾਊਂਟ ਤੇ ਕਿਸੇ ਨੇ ਗਾਲ ਨਹੀਂ ਕੱਢਣੀ। ਤੇ ਆਪਣੀ ਮਾਂ ਦੇ ਪੋਤੇ ਤੇ 9815 02648 ਮੇਰਾ ਨੰਬਰ ਹੈ, ਨੋਟ ਕਰ ਲਓ, ਮੇਰੇ ਨਾਲ ਫੋਨ ਤੇ ਗੱਲ ਕਰੋ। ਉਹ ਵੀ ਜੇ ਕਿਸੇ ਨੇ ਬਦਤਮੀਜੀ ਨਾਲ ਗੱਲ ਕੀਤੀ ਤਾਂ ਠੋਕ ਕੇ ਜਵਾਬ ਦੇਵਾਂਗਾ। ਫਿਰ ਕੀ ਕਰਦੇ ਆ, ਪਹਿਲਾਂ ਗੰਦੀ ਗਾਲ ਕੱਢਦੇ ਆ, ਗਾਲ ਕੱਢ ਕੇ ਬੋਲਦੇ, ਗੰਦੀ ਗਾਲ ਕੱਢ ਕੇ ਅਗਲੇ ਨੂੰ ਦਲੀਲ ਕਰਦੇ ਆ। ਤੇ ਜੇ ਮੇਰੇ ਵਰਗਾ ਬੰਦਾ ਫਿਰ ਮੋਰੇ ਜਵਾਬ ਦੇਵੇ ਤੇ ਉਹਦੀ ਰਿਕਾਰਡਿੰਗ ਕਰਕੇ ਫਿਰ ਨੈਟ ਤੇ ਪਾਉਂਦੇ ਆ ਤੇ ਲੋਕਾਂ ਨੂੰ ਦੱਸਦੇ ਆ ਦੇਖੋ ਜੀ ਆ ਜਥੇਦਾਰ ਬਣਿਆ ਗਾਲਾਂ ਕੱਢਦਾ। ਫੋਨ ਦੇ ਉੱਤੇ ਤੁਸੀਂ ਗਾਲ ਕੱਢੋਗੇ ਤੇ ਮੈਂ ਕਹਿੰਦਾ ਮੇਰੇ ਸਾਹਮਣੇ ਆਵੋ, ਤੁਹਾਡਾ ਸਿਰ ਲਾ ਦਿਆਂ। ਇੰਨੀ ਜੁਰਤ ਦੇ ਮਾਲਕ ਬਣੋ, ਗਿੱਦੜ ਨਾ ਬਣੋ। ਸੋ ਇਸ ਪ੍ਰਕਾਰ ਦੇ ਨਾਲ ਇਤਨੀਆਂ ਕੁ ਬੇਨਤੀਆਂ ਨੇ ਸਾਰੀ ਸੰਗਤ ਦੇ ਹਜ਼ੂਰ, ਜਿਹੜੇ ਇਹ ਪ੍ਰਮਾਣ ਦਿੰਦੇ ਨੇ ਝਟਕ ਬੱਕਰਨ ਕੋ ਖਈਓ ਮੁਰਦੇ ਕੁੱਠੇ ਨਿਕਟ ਨਾ ਜਾਈਓ, ਇਹ ਸਾਰੇ ਦੇ ਦਿੱਤੇ ਨੇ। ਆ ਵੀ ਇੱਕ ਕਿਸੇ ਨੇ ਕੱਲ ਭੇਜਿਆ ਸੀ, ਕਹਿੰਦਾ ਜੀ ਇਹਦਾ ਤੀਸਰ ਪੰਥ ਆ। ਤੀਸਰ ਪੰਥ ਦਾ ਮਤਲਬ ਇਹ ਨਿਕਲਦਾ, ਆ ਵੇਖਿਓ ਕਿਸ ਨੇ ਆ ਵਾਲਪੇਪਰ ਜਿਹਾ ਕੱਲ ਘੱਲਿਆ ਸੀ, ਕਹਿੰਦਾ ਜੀ ਇਹ ਤੀਸਰ ਪੰਥ ਆ ਜੀ। ਕਹਿੰਦਾ ਇਹ, ਮੈਂ ਕਿਹਾ ਤੀਸਰ ਪੰਥ ਦਾ ਮਤਲਬ ਕਿ ਬੱਕਰੇ ਖਾਣਾ ਆ, ਤੀਸਰ ਪੰਥ ਦਾ ਮਤਲਬ ਕਿ ਮਾਸ ਝਟਕਣਾ ਆ। ਫਿਰ ਤੇ ਸਾਰੇ ਝਟਕਾਈ ਜਿੰਨੇ ਵੀ ਕਸਾਈ ਆ, ਖੋਖਿਆਂ ਦੇ ਤੇ ਮੁਰਗੇ ਵੱਢਦੇ, ਸਾਰੇ ਤੀਸਰ ਪੰਥੀ ਆ। ਫਿਰ ਤੇ ਜੇ ਮਾਸ ਖਾਣਾ ਤੀਸਰ ਪੰਥ ਆ, ਫਿਰ ਤੇ ਸਾਰੇ ਤੀਸਰ ਪੰਥੀ ਆ। ਜੇ ਮਾਸ ਖਾਣਾ ਛਤਰੀ ਦਾ ਤਨ, ਫਿਰ ਤੇ ਸਾਰੇ ਛਤਰੀ ਆ ਬਈ। ਮਾਸ ਖਾਣ ਵਾਲੇ ਨੂੰ ਮਾਸਾਹਾਰੀ ਕਿਹਾ ਜਾਂਦਾ, ਛਤਰੀ ਨਹੀਂ ਕਿਹਾ ਜਾਂਦਾ। ਛਤਰੀ ਧਰਮ ਦੀ ਇੱਕ ਵੱਖਰੀ ਮਰਿਆਦਾ ਜਿਹੜੀ ਤੁਹਾਨੂੰ ਭੁੱਲ ਚੁੱਕੀ ਹੋ ਆ, ਤੁਸੀਂ ਕਲੰਕਿਤ ਕਰਦੇ ਆ। ਅਸਲ 'ਚ ਸੰਗਤ ਜੀ ਹੈ ਕੀ ਗੱਲ ਆ ਕਿ ਇਹਨਾਂ ਦੇ ਵਿੱਚ ਸਾਰੇ ਕ੍ਰਿਮੀਨਲ ਇਕੱਠੇ ਹੋਏ ਨੇ, ਦਲਾਂ ਦੇ ਵਿੱਚ ਜ਼ਿਆਦਾਤਰ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ, ਇਹ ਸਾਰੇ ਕ੍ਰਿਮੀਨਲ ਹੁੰਦੇ ਆ ਦਲਾਂ ਦੇ ਵਿੱਚ।
ਪੁਲਿਸ ਵਾਲਿਆਂ ਨੂੰ ਵੀ ਘੱਟ ਪਤਾ ਹੁੰਦਾ ਆ, ਕੋਈ ਗੁਨਾਹ ਕਰਕੇ ਕਿੱਥੋਂ ਭੱਜਿਆ ਹੋਵੇ ਨਾ, ਉਹ ਇੱਥੇ ਲੱਭਦਾ ਆ ਕੇ ਇਹਨਾਂ ਦੇ ਵਿੱਚ ਹੁੰਦਾ। ਜ਼ਿਆਦਾਤਰ ਜਿਹੜੇ ਨਿਹੰਗ ਬਣੇ ਹੁੰਦੇ, ਇਹਨਾਂ ਦੇ ਦਮਾਲੇ ਖਿਲਾ ਕੇ ਦੇਖ ਲਓ, ਇਹਨਾਂ ਦੇ ਸਿਰਾਂ ਤੇ ਕੇਸ ਨਹੀਂ ਹੁੰਦੇ। ਇਹ ਸਿਰਫ ਘੜੀ ਦੀ ਘੜੀ ਪੱਗਾਂ ਬੰਨ੍ਹ ਕੇ ਨਿਹੰਗ ਬਣਾਏ ਹੁੰਦੇ, ਇਹਨਾਂ ਦੇ ਘੋੜਿਆਂ ਤੇ ਚੜਾਉਣ ਵਾਸਤੇ। ਇਹਨਾਂ ਦੇ ਸਿਰਾਂ ਦੇ ਉੱਤੇ ਕੇਸ ਨਹੀਂ ਹੁੰਦੇ। ਚੋਰੀਆਂ ਕਰਦੇ ਨੇ, ਜੇਬਾਂ ਕੱਟਦੇ ਨੇ, ਇਹ ਸਿਰੇ ਦੇ ਨਸ਼ੇੜੀ ਹੁੰਦੇ ਲੋਕ। ਜ਼ਿਆਦਾਤਰ ਇਹਨਾਂ ਦੇ ਵਿੱਚ ਜਿਹੜੇ ਮੁੰਡੇ ਹੁੰਦੇ ਆ, ਉਹ ਘਰੋਂ ਭੱਜਿਓ ਹੁੰਦੇ ਆ। ਜਿਨ੍ਹਾਂ ਦੇ ਮੁੰਡੇ ਗੁਆਚਿਓ ਹੁੰਦੇ, ਉਹ ਜਾ ਕੇ ਘੋੜਿਆਂ ਵਾਲਿਆਂ ਕੋਲ ਲੱਭ ਸਕਦੇ ਆ। ਮੁੰਡੇ ਜਿਨ੍ਹਾਂ ਦੇ ਨਿਆਣੇ ਗੁਆਚੇ ਹੁੰਦੇ, ਉਹ ਘੋੜਿਆਂ ਵਾਲਿਆਂ ਕੋਲ ਹੁੰਦੇ ਆ, ਇਹ ਲੈ ਜਾਂਦੇ ਪਿੰਡਾਂ ਦੇ ਵਿੱਚੋਂ ਪਟਾ ਕੇ। ਕਿਉਂਕਿ ਕਈ ਨਿਆਣੇ ਹੁੰਦੇ ਆ ਕਿ ਘਰੋਂ ਥੋੜੇ ਜਿਹੇ ਦੁਖੀ ਹੁੰਦੇ ਆ, ਘਰ ਦੇ ਕੁੱਟਦੇ ਮਾਰਦੇ ਹੁੰਦੇ ਆ, ਜਾਂ ਕਰਦੇ ਧੱਕੇ ਨਾਲ ਪੜਾਉਂਦੇ ਹੁੰਦੇ, ਉਹਨਾਂ ਦੀ ਸੁਰਤੀ ਵਰਤੀ ਥੋੜੇ ਜਿਹੇ ਮਾਨਸਿਕ ਤੌਰ ਤੇ ਮੈਂਟਲ ਹੁੰਦੇ ਆ। ਉਹ ਫਿਰ ਇਹ ਬਗਲਾ ਕੇ ਉਹਨਾਂ ਨੂੰ ਲੈ ਜਾਂਦੇ ਆ ਵੀ ਸਾਡੇ ਨਾਲ ਚਲੋ, ਤੁਹਾਨੂੰ ਖਾਣ ਪੀਣ ਨੂੰ ਖੁੱਲਾ ਆ, ਮੌਜਾਂ ਆ, ਇੰਜ ਲੈ ਜਾਂਦੇ। ਇਹ ਮੈਨੂੰ ਵੀ ਇੱਕ ਵਾਰੀ ਕਹਿਣ, ਮੈਂ ਤਾਂ ਸਮਾਂ ਜਵਾਨ ਆ, 2 ਸਾਲਾਂ ਦੀ ਗੱਲ ਆ, ਮੈਂ ਮਾਛੀਵਾੜਾ ਸਾਹਿਬ ਮੈਂ ਮੱਥਾ ਟੇਕਣ ਗਿਆ, ਬਾਬੇ ਬਕਾਲੀਏ ਉੱਥੇ, ਤੇ ਮੈਂ ਘੁੰਮਾਂ, ਮੈਂ ਤੇ ਦਰਸ਼ਨ ਮੇਲੇ ਕਰਾਂ। ਉਹ ਮਸਤਾਨਾ ਜਿਹਾ ਆ ਕੇ ਮੈਨੂੰ ਕਹਿਣ ਲੱਗਾ, ਉਹ ਤੂੰ ਨਿਹੰਗ ਸਿੰਘਾ, ਚੱਲੋ ਤੂੰ ਸਾਡੇ ਨਾਲ, ਉੱਥੇ ਸਾਡੇ ਨਾਲ ਖੁੱਲਾ ਖਾਣ ਪੀਣ ਨੂੰ, ਚਟੰਗੇ ਛਕਾਂਗੇ, ਤੂੰ ਕਿੱਥੇ ਤੁਰਿਆ ਫਿਰਦਾ? ਮੈਂ ਕਿਹਾ ਹੱਦ ਹੋਈ ਤੇਰੇ ਵਾਲੀ ਹੈ, ਤੂੰ ਸਾਨੂੰ, ਮੈਂ ਕਿਹਾ ਮੈਨੂੰ ਹੀ ਕਾਇਦਾ ਪੜ੍ਹਾਈ ਜਾਂਦਾ। ਇਹ ਆਹ ਤੇ ਹਾਲਾਤ ਨੇ ਇਹਨਾਂ ਦੇ, ਇਸ ਪ੍ਰਕਾਰ ਨਾਲ ਇਹ ਕਰਦੇ ਨੇ। ਸੋ ਮੈਂ ਇਹ ਸੁਨਿਮਰ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ, ਗੱਲ ਹੁਣ ਅੱਗੇ ਨਹੀਂ ਬਹੁਤੀ ਖਿੱਚਣੀ, ਜੇ ਕੋਈ ਵਾਦ ਵਿਵਾਦ ਹੋਏਗਾ ਤੇ ਉਹਦਾ ਫਿਰ ਜਵਾਬ ਦੇਵਾਂਗੇ। ਇੱਥੇ ਹੀ ਰੱਖੋ, ਚਾਹੇ ਗ੍ਰੰਥ ਪੜ੍ਹ ਲਓ, ਤੇ ਚਾਹੇ ਪੰਥ ਪੜ੍ਹ ਲਓ, ਤੇ ਚਾਹੇ ਇਤਿਹਾਸ ਪੜ੍ਹ ਲਓ, ਤੇ ਚਾਹੇ ਬਾਣੀ ਪੜ੍ਹ ਲਓ। ਕਿਤੇ ਵੀ ਕੋਈ ਵੀ ਬਾਣੀ ਇਸ ਪ੍ਰਕਾਰ ਦਾ ਇਸ਼ਾਰਾ ਨਹੀਂ ਕਰਦੀ ਕਿ ਤੁਸੀਂ ਬੱਕਰੇ ਵੱਢੋ ਤੇ ਖਾਓ। ਉਹ ਕੋਈ ਜ਼ਮਾਨਾ ਸੀ, ਉਹ ਬੀਤ ਚੁੱਕਾ ਆ, ਅੱਗੇ ਇਹਦੀ ਲੋੜ ਨਹੀਂ, ਅੱਗੇ ਇਸ ਚੀਜ਼ ਦੀ ਜ਼ਰੂਰਤ ਕੋਈ ਨਹੀਂ। ਕਿਸੇ ਜ਼ਮਾਨੇ ਵੱਲ ਇਸ਼ਾਰਾ ਕੀਤਾ ਸੀ, ਹੁਣ ਇਹਦੀ ਲੋੜ ਕੋਈ ਨਹੀਂ। ਸੋ ਇਤਨੀ ਕਿ ਬੇਨਤੀ ਆ, ਅੱਗੇ ਜਿਵੇਂ ਜਿਵੇਂ ਇਹ ਕੋਈ ਸਵਾਲ ਕਰਨਗੇ, ਉਹਨਾਂ ਨੂੰ ਠੋਕ ਕੇ ਜਵਾਬ ਦੇਵਾਂਗੇ। ਇੱਥੋਂ ਹੀ ਲਾਈਵ ਹੋਵਾਂਗੇ। ਸੋ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਆ, ਸ਼ੇਅਰ ਕਰ ਦਿਓ ਜੇ ਕਰ ਸਕਦੇ ਹੋ। ਅੱਗੇ ਆਪ ਜੀ ਦੇ ਖੁਸ਼ੇ ਹਨ, ਸਤਿਗੁਰੂ ਪਾਤਸ਼ਾਹ ਜੀ ਮਿਹਰ ਕਰਨ। ਤੇ ਇੱਕ ਲਾਈਵ ਅੱਜ ਸ਼ਾਮ ਨੂੰ ਜ਼ਰੂਰ ਕਰਨਾ ਆ, ਧਿਆਨ 'ਚ ਰੱਖਿਓ। 8 ਵਜੇ ਕਰਾਂਗੇ। ਜਿਹੜੇ ਸ੍ਰੀ ਦਰਬਾਰ ਸਾਹਿਬ 2 ਘੰਟਾ ਘਰ ਦੇ ਗੁੰਬਦਾਂ ਦੇ ਉੱਤੇ ਸੋਨੇ ਦੇ ਪੱਤਰੇ ਚੜਾ ਰਹੇ ਨੇ ਭੂਰੀ ਵਾਲੇ ਸੰਤ, ਉਹਨਾਂ ਦੇ ਬਾਰੇ ਦੇ ਵਿੱਚ ਇੱਕ ਚਾਨਣਾ ਜ਼ਰੂਰ ਪਾਉਣਾ, ਭਈ ਉਹ ਚੜਾਉਣੇ ਚਾਹੀਦੇ ਜਾਂ ਨਹੀਂ ਚਾਹੀਦੇ, ਉਹ ਸਾਡੇ ਲਈ ਫਾਇਦੇਮੰਦ ਆ ਜਾਂ ਉਹ ਸਾਡੇ ਲਈ ਘਾਤਕ ਆ, ਉਹਦੇ ਵਿੱਚ ਮਰਜ਼ਾਦਾ ਕੀ ਆ, ਇਹਦੇ ਸੰਬੰਧ 'ਚ ਬੇਨਤੀ ਕਰਨੀ ਇੱਕ। ਤੇ ਜੇ ਜਿਹੜੇ ਮੇਰੇ ਵੀਰ ਪ੍ਰੈਜ਼ੈਂਟ ਹੋਏ, ਉਹ ਜ਼ਰੂਰ ਸਰਵਣ ਕਰ ਲਿਓ। ਜੇ ਤੁਸੀਂ ਨਾ ਵੀ ਪ੍ਰੈਜ਼ੈਂਟ ਹੋਏ ਤੇ ਉਹ ਵੀਡੀਓ ਇਸ ਟਾਈਮ ਲਾਈਨ 'ਚ ਹੋਏਗੀ, ਜਦੋਂ ਮਰਜ਼ੀ ਸਰਵਣ ਕਰ ਲਿਓ। ਇਤਨੀ ਇੱਕ ਬੇਨਤੀ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਚੇਤੇ ਰੱਖਣੀ ਇਸ ਗੱਲ ਨੂੰ ਕਿ ਇਹ ਲੋਕ ਪ੍ਰਚਾਰਕ ਨਹੀਂ ਆ ਬੱਕਰੇ ਖਾਣ ਵਾਲੇ। ਇਹਨਾਂ ਨੇ ਨਾ ਕੋਈ ਦਸਮ ਦਾ ਪ੍ਰਚਾਰ ਕੀਤਾ, ਨਾ ਇਹਨਾਂ ਨੇ ਸਰਬਲੋਹ ਦਾ ਪ੍ਰਚਾਰ ਕੀਤਾ, ਨਾ ਇਹਨਾਂ ਨੇ ਕੋਈ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕੀਤਾ, ਨਾ ਇਹਨਾਂ ਨੇ ਕਿਸੇ ਨੂੰ ਅੰਮ੍ਰਿਤ ਛਕਾਇਆ। ਇਹ ਪਤਿਤ ਲੋਕ ਨੇ, ਪਤਿਤ, ਆਪਣੇ ਆਪ ਨੂੰ ਸਮਰਾਟ ਕਹਾਉਂਦੇ ਨੇ। ਇਹਨਾਂ ਦੀਆਂ ਕਰਤੂਤਾਂ ਤੁਸੀਂ ਆਪ ਵੇਖ ਲੈਣੀਆਂ। ਇਤਨੀ ਇੱਕ ਬੇਨਤੀ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।